ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫ਼ਤੇ ਦੀ ਤਰ੍ਹਾਂ ਸਿੱਖ ਚੈਨਲ ਦੇ ਜਰੀਏ ਤੁਹਾਡਾ ਆਪਣਾ ਪ੍ਰੋਗਰਾਮ ਗੱਲ ਪੰਜਾਬ ਦੀ ਲੈ ਕੇ ਅੱਜ ਫਿਰ ਹਾਜ਼ਰ ਹੋਇਆ। ਸਿੱਖ ਚੈਨਲ ਸਿੱਖਾਂ ਦਾ ਵਿਦੇਸ਼ ਦੀ ਧਰਤੀ ਤੇ ਪਹਿਲਾ ਚੈਨਲ ਜਿਸ ਨੇ ਇਹੋ ਜਿਹੇ ਮੀਲ ਪੱਥਰ ਗੱਡੇ ਜਿਸ ਦੇ ਹਰ ਕੋਈ ਕਾਇਲ ਹੋਇਆ, ਚਾਹੇ ਉਹ ਕਿਸੇ ਵੀ ਦੇਸ਼ ਵਿੱਚ ਵੱਸਦਾ ਹੋਵੇ। ਪੰਜਾਬੀਆਂ ਨੂੰ ਮਾਣ ਹੋਇਆ ਕਿ ਸਾਡਾ ਚੈਨਲ ਵਾਹ। ਸੋ ਇਹ ਖੁਸ਼ੀ ਦੀ ਲਹਿਰ ਦੌੜੀ ਸੀ। ਅੱਜ ਉਹ ਉਸੇ ਤਰ੍ਹਾਂ ਨਿਰੰਤਰ ਚੱਲ ਰਿਹਾ, ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹੇ। ਇਹ ਸਾਡੀ ਗੁਰੂ ਚਰਨਾਂ 'ਚ ਅਰਦਾਸ ਹੈ, ਕਿਉਂਕਿ ਤੁਹਾਡਾ ਪਿਆਰ, ਤੁਹਾਡਾ ਸਹਿਯੋਗ ਇਹਦੇ ਨਾਲ ਹਮੇਸ਼ਾ ਜੁੜਿਆ ਰਿਹਾ, ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਜੁੜਿਆ ਰਹੇ। ਅਤੇ ਸਿੱਖ ਚੈਨਲ ਦਾ ਇੱਕ ਵਾਅਦਾ ਸੀ ਤੁਹਾਡੇ ਨਾਲ ਕਿ ਹਰ ਸਮੇਂ ਤੁਹਾਡੇ ਲਈ ਵਧੀਆ ਪ੍ਰੋਗਰਾਮ ਤੁਹਾਡੇ ਕਚਹਿਰੀ 'ਚ ਰੱਖਣੇ, ਤੁਹਾਨੂੰ ਪੰਜਾਬ ਦੀ ਧਰਤੀ ਨਾਲ ਜੋੜ ਕੇ ਰੱਖਣਾ। ਚਾਹੇ ਉਹ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਅਸੀਂ ਰੱਖਿਆ ਹੋਵੇ, ਕਿ ਸਮੇਂ ਦੀ ਗੱਲ ਕਰਦੇ ਪੁਰਾਣੇ ਦੀ, ਕਿ ਜਦੋਂ ਤੁਹਾਡਾ MLA ਪ੍ਰੋਗਰਾਮ ਕਰਦੇ ਸੀ ਉਦੋਂ ਵੀ ਬੜਾ ਪਿਆਰ ਦਿੱਤਾ। ਉਸ ਤੋਂ ਪਿੱਛੋਂ ਪ੍ਰੋਗਰਾਮਾਂ ਦੇ ਨਾਂ ਚੇਂਜ ਹੁੰਦੇ ਰਹੇ, ਬਦਲਦੇ ਰਹੇ, ਲੇਕਿਨ ਤੁਸੀਂ ਬੜਾ ਪਿਆਰ ਦਿੱਤਾ। ਹੁਣ ਪਿਛਲੇ ਤਕਰੀਬਨ ਸਾਲ ਕੁ ਤੋਂ ਮੈਂ ਤੁਹਾਡੀ ਕਚਹਿਰੀ 'ਚ ਰੱਖ ਰਿਹਾ ਗੱਲ ਪੰਜਾਬ ਦੀ। ਅੱਜ ਗੱਲ ਪੰਜਾਬ ਦੀ ਵਿੱਚ ਵਾਕਿਆ ਹੀ ਗੱਲ ਪੰਜਾਬ ਦੀ ਕਰਾਂਗੇ। ਉਹਦੇ ਵਿੱਚ ਜੋ ਮੁੱਦੇ, ਜੋ ਘਪਲੇ, ਜੋ ਇੱਕ ਦੂਜੇ ਤੇ ਦੂਸ਼ਣਬਾਜ਼ੀ, ਚਾਹੇ ਉਹ ਪੰਜਾਬ ਦਾ ਮੁੱਖ ਮੰਤਰੀ ਹੋਵੇ, ਚਾਹੇ ਵਿਰੋਧੀ ਧਿਰ ਹੋਵੇ, ਚਾਹੇ ਪੰਜਾਬ ਦੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਪੰਜਾਬ ਦੇ ਅੰਦਰ ਵੱਸਦਾ ਕੋਈ ਸੰਤ ਮਹਾਂਪੁਰਸ਼ ਹੋਵੇ, ਅੱਜ ਹਰ ਇੱਕ ਤੇ ਦੂਸ਼ਣ ਲੱਗ ਰਿਹਾ। ਅੱਜ ਹਰ ਇੱਕ ਨੂੰ ਉਸ ਨਜ਼ਰ ਨਾਲ ਵੇਖਿਆ ਜਾ ਰਿਹਾ ਕਿ ਕੀ ਸਾਡੇ ਪੰਜਾਬ 'ਚ ਇਹੋ ਜਿਹੇ ਵੱਸਦੇ ਨੇ। ਪਰ ਉੱਥੇ ਵੱਸਦੀ ਮਨੁੱਖਤਾ, ਜਿਨ੍ਹਾਂ ਨੂੰ ਜਿਸ ਧਰਤੀ ਨੂੰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੋਵੇ, ਉਹ ਧਰਤੀ ਨੂੰ ਹਮੇਸ਼ਾ ਹਰ ਇੱਕ ਦੇ ਨਜ਼ਰ ਲਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਆਪਣਾ ਪੰਜਾਬ ਹਮੇਸ਼ਾ ਹੱਸਦਾ, ਹਮੇਸ਼ਾ ਖੇਡਦਾ ਰਿਹਾ। ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਖੇਡਦਾ ਰਹੇਗਾ, ਹੱਸਦਾ ਰਹੇਗਾ, ਕਿਉਂਕਿ ਗੁਰੂਆਂ ਦਾ ਆਸ਼ੀਰਵਾਦ, ਗੁਰੂਆਂ ਦਾ ਹੱਥ ਇਹਦੇ ਸਿਰ 'ਤੇ ਹੈ। ਅੱਜ ਅਸੀਂ ਗੱਲ ਕਰਾਂਗੇ ਆਮ ਆਦਮੀ ਪਾਰਟੀ 'ਤੇ ਜੋ ਇਲਜ਼ਾਮ ਲੱਗੇ ਨੇ ਕਿ 500 ਕਰੋੜ ਦਾ ਘਟਾਲਾ ਉਹਨਾਂ ਨੇ ਕਰਨਾ, ਉਹ ਕਿਸ ਤਰ੍ਹਾਂ ਹੋਵੇਗਾ, ਉਹ ਕੀ ਹੈ। ਗੱਲ ਕਰਾਂਗੇ ਪੰਜਾਬ ਦਾ CM ਦਰਬਾਰ ਸਾਹਿਬ ਦਰਸ਼ਨਾਂ ਲਈ ਗਿਆ, ਮੱਥਾ ਟੇਕਣ ਲਈ ਗਿਆ, ਉਹ ਕਿਉਂ ਇੰਨੀ ਸਿਕਿਉਰਿਟੀ ਲਾਉਣ ਲੈ ਕੇ ਗਿਆ। ਗੱਲ ਕਰਾਂਗੇ ਕਾਂਗਰਸ ਪਾਰਟੀ ਦੇ ਫੜੇ ਹੋਏ ਆਗੂਆਂ ਦੀ, ਕਿ ਉਹਨਾਂ 'ਤੇ ਇਲਜ਼ਾਮ ਸਿੱਧ ਹੋਏ ਜਾਂ ਨਹੀਂ ਹੋਏ, ਆਉਣ ਵਾਲੇ ਸਮੇਂ 'ਚ ਕੀ ਹੋਵੇਗਾ। ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ, ਚਾਹੇ ਉਹ ਦਿੱਲੀ ਦੇ ਹੋਣ, ਚਾਹੇ ਉਹ ਪੰਜਾਬ ਦੇ ਹੋਣ, ਕਿ ਕੀ ਇੱਕ ਬੰਦੇ ਨੂੰ ਫੜ ਕੇ ਉਹਦੇ ਕੋਲੋਂ ਮਨਿਸਟਰੀ ਖੋਹ ਲੈਣ ਨਾਲ ਕੀ ਆਮ ਆਦਮੀ ਪਾਰਟੀ ਦੇ ਬਾਕੀ ਦੇ ਜੋ ਘਪਲੇ ਕਰ ਰਹੇ ਨੇ, ਬਾਕੀ ਦੇ ਮਨਿਸਟਰ ਜੋ ਇਸ ਤਰ੍ਹਾਂ ਕਰ ਰਹੇ ਨੇ, ਕੀ ਉਹ ਦੁੱਧ ਧੋਤੇ ਬਣ ਗਏ। ਸੋ ਇਹ ਸਾਰੀਆਂ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਅੱਜ ਸਿੱਖ ਚੈਨਲ ਦੇ ਸਟੂਡੀਓ 'ਚ ਮੇਰੇ ਨਾਲ ਜੁੜੇ ਨੇ ਪੰਥ ਦੀਆਂ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਸਰਦਾਰ ਸੁਖਮੰਦਰ ਸਿੰਘ ਜੀ ਬਰਾੜ ਸਾਹਿਬ ਅਤੇ ਗਿਆਨੀ ਹਰਦੀਪ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਅਕਾਲ ਦਰਬਾਰ। ਸੋ ਮੈਂ ਦੋਨਾਂ ਹੀ ਵੀਰਾਂ ਨੂੰ ਸਿੱਖ ਚੈਨਲ ਦੇ ਸਟੂਡੀਓ 'ਤੇ ਆਉਣ 'ਤੇ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਕਿ ਜੋ ਭਗਵੰਤ ਮਾਨ ਜੋ ਕੱਲ੍ਹ ਦਰਬਾਰ ਸਾਹਿਬ ਆਪਣੀ ਪਤਨੀ ਦੇ ਨਾਲ ਗਏ, ਕਿੰਨੀ ਕੁ ਸਿਕਿਉਰਿਟੀ ਸੀ, ਕਿੰਨਾ ਉੱਥੇ ਉਹਨਾਂ ਦੇ ਰਸ਼, ਉਹਦੇ ਕਰਕੇ ਸੰਗਤਾਂ ਨੂੰ ਕਿੰਨਾ ਕੁ ਸਾਹਮਣਾ ਕਰਨਾ ਪਿਆ। ਪਹਿਲਾਂ ਤਾਂ ਜੀ ਸਭ ਤੋਂ ਪਹਿਲਾਂ ਸਿੱਖ ਚੈਨਲ ਦੇਖਦੀਆਂ ਸਾਰੀਆਂ ਦੇਸ਼ ਪ੍ਰਦੇਸ਼ ਵਿੱਚ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਵਧੀਆ ਸਵਾਲ ਤੁਸੀਂ ਕੀਤਾ, ਕਿਉਂਕਿ ਜਦੋਂ ਵੀ ਦਰਬਾਰ ਸਾਹਿਬ ਦੀ ਗੱਲ ਆਉਂਦੀ ਆ, ਦਰਬਾਰ ਸਾਹਿਬ ਜਾਣ ਵਾਲਿਆਂ ਦੀ ਗੱਲ ਆਉਂਦੀ ਹੈ, ਸੰਗਤਾਂ ਦੀ ਗੱਲ ਆਉਂਦੀ, ਸ਼ਰਧਾਲੂਆਂ ਦੀ ਗੱਲ ਆਉਂਦੀ ਹੈ, ਚਾਹੇ ਕੋਈ ਨੇਤਾ ਹੋਵੇ, ਚਾਹੇ ਕੋਈ ਸੰਤ ਮਹਾਂਪੁਰਸ਼ ਹੋਵੇ, ਬਿਲਕੁਲ, ਚਾਹੇ ਆਮ ਸੰਗਤ ਹੋਵੇ, ਜਦੋਂ ਦਰਬਾਰ ਸਾਹਿਬ ਦੇ ਗਲਿਆਰੇ 'ਚ ਪਹੁੰਚਦੇ ਆ, ਸਾਰੇ ਜਣੇ ਇੱਕ ਹੋ ਜਾਂਦੇ ਆ। ਉੱਥੇ ਕੋਈ ਭੇਦਭਾਵ ਨਹੀਂ, ਕੋਈ ਉੱਚਾ ਨੀਵਾਂ ਨਹੀਂ, ਬਿਲਕੁਲ ਕੋਈ ਅਹੁਦਾ ਨਹੀਂ, ਸਾਰਿਆਂ ਵਾਸਤੇ ਇੱਕ ਦਰਵਾਜ਼ਾ ਬਣ ਜਾਂਦਾ। ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਦੇ, ਮਾਣਯੋਗ, ਪੁਰਾਣੀਆਂ ਸਪੀਚਾਂ ਤੁਸੀਂ ਇਹਨਾਂ ਦੀਆਂ ਕੱਢ ਕੇ ਦੇਖ ਲਓ। ਮੈਂ ਸਿਰਫ ਇਹਨਾਂ ਦੀ ਗੱਲ ਹੁਣ ਤਾਂ ਕਰਨ ਲੱਗਾ ਕਿਉਂਕਿ ਇਹ ਲੇਟੈਸਟ ਜਾ ਕੇ ਆਇਆ ਔਰ ਮੌਜੂਦਾ ਗੌਰਮੈਂਟ ਇਹਨਾਂ ਦੀ ਹੈ। ਬਿਲਕੁਲ, ਹਮੇਸ਼ਾ ਹੀ ਦਰਬਾਰ ਸਾਹਿਬ ਜਦੋਂ ਵੀ ਕੋਈ ਮੰਤਰੀ ਸੰਤਰੀ ਜਾਂਦਾ ਆ ਤੇ ਉਹਦੇ ਤੇ ਇਹ ਗੱਲ ਆਉਂਦੀ ਹੈ ਕਿ ਉਹ ਸਿਕਿਉਰਿਟੀ ਲੈ ਕੇ ਕਿਉਂ ਜਾਂਦਾ। ਹਾਂ, ਕਿਉਂਕਿ ਦਰਬਾਰ ਸਾਹਿਬ ਅਗਰ ਸਿਕਿਉਰਿਟੀ ਲੈ ਕੇ ਜਾ ਰਹੇ ਹੋ ਤੇ ਫਿਰ ਮੇਰੇ ਖਿਆਲ ਦੇ ਨਾਲ ਫਿਰ ਸਾਨੂੰ ਗੁਰੂ ਤੇ ਭਰੋਸਾ ਹੈ ਨਹੀਂ। ਔਰ ਜਦੋਂ ਤੁਸੀਂ ਇਹ ਗੱਲ ਬਾਰ-ਬਾਰ ਆਪਣੇ ਸਮੇਂ 'ਚ ਜਦੋਂ ਤੁਸੀਂ ਗੌਰਮੈਂਟ 'ਚ ਨਹੀਂ ਸੀਗੇ, ਬਿਲਕੁਲ ਤੁਸੀਂ ਬਾਰ-ਬਾਰ ਇਹ ਗੱਲ ਕਰ ਰਹੇ ਸੀ ਕਿ ਦਰਬਾਰ ਸਾਹਿਬ ਜਾਣ ਵਾਲੇ
ਚਾਹੇ ਉਹ ਬਾਦਲ ਸਾਹਿਬ ਹੋਣ, ਚਾਹੇ ਉਹ ਕਾਂਗਰਸ ਦੇ ਮੌਜੂਦਾ ਕੈਪਟਨ ਸਾਹਿਬ ਹੋਣ, ਚਾਹੇ ਕੋਈ ਵੀ ਹੋਰ ਮੰਤਰੀ ਬਾਹਰੋਂ ਦਿੱਲੀ ਸਰਕਾਰ ਚੋਂ ਵੀ ਆਇਆ ਹੋਵੇ, ਸੈਂਟਰ ਚੋਂ ਵੀ ਆਇਆ ਹੋਵੇ, ਤੇ ਜਦੋਂ ਵੀ ਕੋਈ ਜਾਂਦਾ ਤੇ ਜੇ ਕੋਈ ਉਹਦੇ ਨਾਲ 2-4 ਪੁਲਿਸ ਵਾਲੇ ਹੁੰਦੇ ਜਾਂ ਸਿਕਿਉਰਿਟੀ ਹੁੰਦੀ ਹੈ ਤੇ ਸਾਰਿਆਂ ਨੂੰ ਇਤਰਾਜ਼ ਹੁੰਦਾ ਸੀ। ਸ਼੍ਰੋਮਣੀ ਕਮੇਟੀ ਨੂੰ ਵੀ ਇਤਰਾਜ਼ ਹੁੰਦਾ ਸੀ, ਮੌਜੂਦਾ ਗਵਰਨਮੈਂਟ ਨੂੰ ਵੀ ਇਤਰਾਜ਼ ਹੁੰਦਾ ਸੀ, ਤੇ ਹੋਰ ਵੀ ਪੰਥਕ ਸ਼ਖਸੀਅਤਾਂ ਜਿੰਨੀਆਂ ਵੀ ਆ, ਜਥੇਬੰਦੀਆਂ ਜਿੰਨੀਆਂ ਵੀ ਆ, ਸਾਰਿਆਂ ਨੂੰ ਇਤਰਾਜ਼ ਹੁੰਦਾ ਸੀ ਵੀ ਇੰਨੀ ਸਿਕਿਉਰਿਟੀ, ਕਿਉਂਕਿ ਸੰਗਤ ਬੜੀ ਪਰੇਸ਼ਾਨ ਹੁੰਦੀ ਆ। ਭਗਵੰਤ ਮਾਨ ਜੀ ਗਏ ਆਪਣੀ ਪਤਨੀ ਡਾਕਟਰ ਸਾਹਿਬ ਦੇ ਨਾਲ, ਬਹੁਤ ਚੰਗੀ ਗੱਲ ਆ, ਮੱਥਾ ਟੇਕਣ ਜਾਣਾ ਚਾਹੀਦਾ, ਕਿਉਂਕਿ ਸਾਡਾ ਕੇਂਦਰੀ ਸਥਾਨ ਆ, ਸਿੱਖ ਨੂੰ ਹਰ ਰੋਜ਼ ਉੱਥੇ ਨਤਮਸਤਕ ਹੋਣਾ ਚਾਹੀਦਾ। ਪਰ ਭਗਵੰਤ ਮਾਨ ਸਾਹਿਬ ਜੀ, ਤੁਸੀਂ ਦਰਬਾਰ ਸਾਹਿਬ ਗਏ ਹੋ, ਕੀ ਤੁਸੀਂ ਤਾਕਤ ਦਿਖਾਉਣ ਗਏ ਹੋ ਉੱਥੇ? ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਤੇ ਭਿਖਾਰੀ ਬਣ ਕੇ ਜਾਣਾ ਚਾਹੀਦਾ। ਮਾਤਾ ਗੰਗਾ ਜੀ ਨੂੰ ਮਹਾਰਾਜ ਨੇ ਆਖਿਆ ਸੀ, ਜਾਓ ਦਾਤ ਲੈ ਕੇ ਆਓ ਬਾਬਾ ਬੁੱਢਾ ਜੀ ਪਾਸੋਂ। ਬਿਲਕੁਲ। ਤੇ ਜਦੋਂ ਉਹ ਲਾਓ ਲਸ਼ਕਰ ਦੇ ਨਾਲ ਗਏ ਤੇ ਬਾਬਾ ਬੁੱਢਾ ਜੀ ਨੇ ਵਾਪਸ ਮੋੜ ਦਿੱਤੇ। ਪਰ ਜਦੋਂ ਨਿਮਾਣੇ ਬਣ ਕੇ ਗਏ, ਨੰਗੇ ਪੈਰੀ ਗਏ, ਮਿੱਸੇ ਪ੍ਰਸ਼ਾਦੇ ਲੈ ਕੇ ਗਏ, ਤੇ ਉਹਨਾਂ ਨੇ ਗਲ ਵਕੜੀ ਚ ਲਿਆ। ਇਹ ਇੱਕ ਸਾਨੂੰ ਮਹਾਂਪੁਰਸ਼ਾਂ ਵੱਲੋਂ, ਗੁਰੂ ਸਾਹਿਬਾਨਾਂ ਵੱਲੋਂ ਇੱਕ ਸਾਨੂੰ ਸੇਧ ਸੀਗੀ ਕਿ ਸਿੱਖਾ, ਜਦੋਂ ਤੂੰ ਗੁਰੂ ਘਰ ਜਾਣਾ ਆ, ਚਾਹੇ ਤੂੰ ਕਿੱਡਾ ਵੱਡਾ ਮੰਤਰੀ ਆ, ਚਾਹੇ ਤੂੰ ਕਿੱਡਾ ਵੱਡਾ ਰਾਜਾ ਆ, ਮਹਾਰਾਜਾ ਰਣਜੀਤ ਸਿੰਘ ਜੀ ਵੀ, ਕਿਉਂਕਿ ਗੱਲ ਹੁਣ ਭਗਵੰਤ ਮਾਨ ਦੀ ਤਾਂ ਹੋ ਰਹੀ ਆ ਕਿਉਂਕਿ ਇਹ ਕੱਲ ਬਹੁਤ ਵੱਡੀ ਸਿਕਿਉਰਿਟੀ ਲੈ ਕੇ ਗਿਆ। ਬਿਲਕੁਲ 1000 ਬੰਦੇ ਤੋਂ ਉੱਪਰ ਸਿਕਿਉਰਿਟੀ ਸੀ, 1000 ਪੁਲਿਸ ਵਾਲਾ ਜਿਹੜਾ ਵਰਦੀਆਂ ਦੇ ਵਿੱਚ ਸੀ, ਬਾਕੀ ਜਿਹੜੇ ਬਿਨਾਂ ਵਰਦੀਆਂ ਤੁਸੀਂ ਉਹ ਪਤਾ ਨਹੀਂ ਕਿੰਨੇ ਕੁ ਸੀਗੇ। ਔਰ ਸੰਗਤ ਨੂੰ ਇੱਕ ਲਾਈਨ ਬਣਾ ਕੇ ਨਾ, ਜੋ ਤੁਸੀਂ ਫੋਟੋਆਂ ਵੀ ਦੇਖੋ ਸਰਦਾਰ ਬਲਿਹਾਰ ਸਿੰਘ ਰਾਵਤ, ਉਹ ਇੱਕ ਸੰਗਤ ਨੂੰ ਤੇ ਲਾਈਨ ਬਣਾ ਕੇ ਪਿੱਛੇ ਧੱਕਿਆ ਗਿਆ ਇੱਕ ਕਿਸਮ ਦਾ ਵੀ ਤੁਸੀਂ ਸਾਰੇ ਰੁਕ ਜਾਓ, ਮਹਾਰਾਜਾ ਮੱਥਾ ਟੇਕਣ ਜਾ ਰਿਹਾ। ਭਿਖਾਰੀ ਬਣ ਕੇ ਗੁਰੂ ਸਾਹਿਬ ਦੇ ਸਾਹਮਣੇ ਅਸੀਂ ਜਾਣਾ ਤੇ ਮਹਾਰਾਜੇ ਬਣ ਕੇ ਅਸੀਂ ਜਾ ਰਹੇ ਹਾਂ। ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਐਡੀ ਵੱਡੀ ਉਦਾਹਰਨ ਦੇ ਦਿੱਤੀ। ਹਾਲਾਂਕਿ ਮਹਾਰਾਜ ਆਪ ਸਮਰੱਥ ਨਾ ਵੀ ਚਾਹਣ ਤੇ ਮਹਾਰਾਜ ਜੀ ਮਾਤਾ ਜੀ ਨੂੰ ਨਾ ਭੇਜਣ, ਬਿਲਕੁਲ, ਪਰ ਮਹਾਰਾਜ ਜੀ ਨੇ ਇਹ ਇੱਕ ਉਦਾਹਰਨ ਸੈੱਟ ਕੀਤੀ ਸਾਡੇ ਵਾਸਤੇ ਸਾਰਿਆਂ ਲਈ ਵੀ ਸਿੱਖਾ, ਤੂੰ ਫਿਊਚਰ ਦੇ ਵਿੱਚ ਆਪਣੇ ਗੁਰੂ ਸਾਹਿਬ ਨੂੰ ਜਦੋਂ ਮਿਲਣ ਜਾਣਾ ਜਾਂ ਕਿਸੇ ਵੱਡੇ ਮਹਾਂਪੁਰਸ਼ ਨੂੰ ਮਿਲਣ ਜਾਣਾ ਤੇ ਇਕੱਲਾ ਜਾਵੀਂ। ਗੁਰਬਾਣੀ ਵੀ ਕਹਿੰਦੀ ਹੈ ਕਿ ਜਦੋਂ ਸੰਤ ਨੂੰ ਮਿਲਣ ਜਾਈਏ ਤੇ ਨਾਲ ਕਿਸੇ ਨੂੰ ਨਾ ਲੈ ਕੇ ਜਾਈਏ, ਇਕੱਲੇ ਜਾਈਏ, ਖਾਲੀ ਹੱਥੀਂ ਜਿਹੜਾ ਆ ਉਹ ਨਾ ਜਾਈਏ, ਮਤਲਬ ਕੁਛ ਨਾ ਕੁਛ ਮਹਾਂਪੁਰਸ਼ਾਂ ਵਾਸਤੇ ਭੇਟ ਲੈ ਕੇ ਜਾਈਏ ਜਾਂ ਕੁਛ ਵੀ ਕੌਡੀ ਭਾਵੇਂ ਲੈ ਕੇ ਜਾਈਏ, ਪਰ ਸਾਥ ਨਾ ਲੀਜੇ ਕੋਈ। ਪਰ ਇਹਨਾਂ ਨੇ ਹੁਣ ਕੀ ਕੀਤੀ ਹੈ, ਭਗਵੰਤ ਮਾਨ ਸਾਹਿਬ ਨੇ, ਰੱਬ ਜਾਣਦਾ ਇਹ ਕਿਹੜੀ ਮਨਸ਼ਾ ਲੈ ਕੇ ਦਰਬਾਰ ਸਾਹਿਬ ਗਏ ਨੇ। ਤੁਸੀਂ ਦਰਬਾਰ ਸਾਹਿਬ ਜਾ ਰਹੇ ਹੋ ਔਰ ਮੁੱਖ ਮੰਤਰੀ ਹੋ, ਤੁਹਾਡਾ ਮੈਸੇਜ ਪੂਰੀ ਦੁਨੀਆ 'ਚ ਜਾ ਰਿਹਾ। ਜਦੋਂ ਤੁਸੀਂ ਜਾ ਰਹੇ ਹੋ, ਖਾਸ ਕਰਕੇ ਸੰਗਤ ਜਾ ਰਹੀ ਹੈ, ਸੰਗਤ ਨੂੰ ਲੋਕ ਨਹੀਂ ਨੋਟ ਕਰਦੇ, ਪਰ ਜਦੋਂ ਮੁੱਖ ਮੰਤਰੀ ਜਾਂਦਾ, ਕੋਈ ਪ੍ਰਧਾਨ ਮੰਤਰੀ ਜਾਂਦਾ, ਕੋਈ ਵੱਡਾ ਮੰਤਰੀ ਸ਼ੰਤਰੀ ਜਾਂਦਾ, ਜਦੋਂ ਬਾਦਲ ਸਾਹਿਬ ਨਹੀਂ ਜਾਂਦੇ ਹੁੰਦੇ ਸੀਗੇ ਤੇ ਬੜੇ ਸਵਾਲ ਉੱਠਦੇ ਸੀ ਔਰ ਗਲਤ ਸੀ। ਅਗਰ ਉਹ ਵੀ ਸਿਕਿਉਰਿਟੀ ਲੈ ਕੇ ਜਾਂਦੇ ਸੀ ਤਾਂ ਬਹੁਤ ਗਲਤ ਸੀ। ਬਿਲਕੁਲ। ਪਰ ਬਹੁਤ ਜ਼ਿਆਦਾ ਵਾਰ ਇਹ ਵੀ ਦੇਖਿਆ ਗਿਆ ਕਿ ਉਹ ਇਕੱਲੇ ਵੀ ਕਈ ਵਾਰੀ ਗਏ ਆ। ਪਰ ਭਗਵੰਤ ਮਾਨ ਸਾਹਿਬ ਹੁਣੀ ਹੁਣ 2-3 ਵਾਰੀ ਸ਼ਾਇਦ ਗਏ ਆ ਮੁੱਖ ਮੰਤਰੀ ਬਣਨ ਤੋਂ ਬਾਅਦ ਵਿੱਚ, ਹਰ ਵਾਰੀ ਸਿਕਿਉਰਿਟੀ ਲੈ ਕੇ ਗਏ। ਪਰ ਐਤਕੀ ਤਾਂ ਜ਼ਿਆਦਾ ਹੋ ਗਈ, ਹੱਦ ਦੀ ਹੋ। ਪਰ ਜਿਹੜੀ ਕੱਲ ਦੀ ਗੱਲ ਉੱਥੇ ਮੈਂ ਆ ਰਿਹਾ, ਕੱਲ ਦੀ ਗੱਲ ਜਿਹੜੀ ਹੋਈ ਆ ਉਹ ਤਾਂ ਮਤਲਬ ਬਾਗਮਾਲੀ ਹੋ ਗਈ ਵੀ ਯਾਰ ਤੁਸੀਂ ਆਪਣੀ ਨਸ਼ੇ 'ਚ ਇੰਨੇ ਚੂਰ ਹੋ ਗਏ ਹੋ ਸੱਤਾ ਦੇ 'ਚ, ਅਜੇ ਤੁਹਾਨੂੰ ਬਣਿਆ ਨੂੰ ਕਿੰਨੇ ਮਹੀਨੇ ਹੋਏ ਆ, ਅਜੇ ਤੁਹਾਡੇ ਵਾਅਦੇ ਜਿਹੜੇ ਆ ਉਹ ਲੋਕਾਂ ਦੇ ਕੰਨਾਂ 'ਚ ਉਦਾਂ ਹੀ ਗੂੰਜਦੇ ਪਏ ਆ। ਤੁਸੀਂ ਕਹਿ ਰਹੇ ਹੋ ਅਸੀਂ ਆਹ ਕਰਾਂਗੇ, ਅਸੀਂ ਆਹ VIP ਕਲਚਰ ਖਤਮ ਕਰਾਂਗੇ, ਅਸੀਂ ਇੱਦਾਂ ਕਰਾਂਗੇ। ਤੁਹਾਨੂੰ ਕੀ ਇੰਨਾ ਡਰ ਆ ਕਿ ਤੁਸੀਂ ਐਡੀ ਵੱਡੀ ਫੋਰਸ ਲੈ ਕੇ ਗਏ ਹੋ, 1000 ਬੰਦਾ ਪੁਲਿਸ ਵਾਲਾ ਜਿਹੜਾ ਵਰਦੀਆਂ 'ਚ ਨਜ਼ਰ ਆ ਰਿਹਾ, ਔਰ ਜਿਹੜੇ ਬਿਨਾਂ ਵਰਦੀਆਂ ਤੋਂ ਪਤਾ ਨਹੀਂ ਕਿੰਨੇ ਕਾ, ਔਰ ਉਹਨਾਂ ਦਾ ਖਰਚਾ ਕਿੰਨਾ ਹੋਇਆ ਹੋਊਗਾ, ਉਹ ਕਿਹਦੇ ਸਿਰ? ਪੰਜਾਬ ਦੀ ਜਨਤਾ। ਬਿਲਕੁਲ। ਫਿਰ ਅਸੀਂ ਕਹਿੰਦੇ ਹਾਂ ਪੰਜਾਬ ਸਾਡਾ ਕਰਜ਼ਾਈ ਹੋ ਗਿਆ, ਫਿਰ ਅਸੀਂ ਕਹਿੰਦੇ ਹਾਂ ਪੰਜਾਬ ਜਿਹੜਾ ਉੱਥੇ ਮਹਿੰਗਾਈ ਹੋ ਰਹੀ ਹੈ, ਉੱਥੇ ਇਦਾਂ ਹੋ ਰਿਹਾ, ਲੋਕਾਂ ਦੇ ਕੋਲ ਖਾਣ ਨੂੰ ਰੋਟੀ ਨਹੀਂ ਆ, ਲੋਕਾਂ ਦੇ ਕੋਲ ਖਾਣ ਨੂੰ ਦਾਣੇ ਨਹੀਂ ਆ, ਇੰਨਾ ਬੁਰਾ ਹਾਲ ਹੋਇਆ ਪਿਆ। ਔਰ ਇੱਕ ਪਾਸੇ ਭਗਵੰਤ ਮਾਨ ਸਾਹਿਬ, ਤੁਸੀਂ ਪਹਿਲੀਆਂ ਸਪੀਚਾਂ ਆਪਣੀਆਂ ਕੱਢ ਕੇ ਕਿਤੇ ਆਪ ਸੁਣ ਲਓ, ਪਲੀਜ਼ ਇਹ ਮੈਸੇਜ ਉਹਨਾਂ ਤੱਕ ਪਹੁੰਚਣਾ ਚਾਹੀਦਾ ਆ। ਤੁਸੀਂ ਆਪਣੀਆਂ ਸਪੀਚਾਂ ਆਪ ਕੱਢ ਕੇ ਸੁਣ ਲਓ, ਲੋਕਾਂ ਨੇ ਕਟਿੰਗਾਂ ਕਰ ਕਰਕੇ ਹੁਣ ਪਾਈਆਂ ਹੋਈਆਂ ਕਿ ਤੁਹਾਨੂੰ ਪਤਾ ਚੱਲੇ। ਬਿਲਕੁਲ ਬਿਲਕੁਲ। ਔਰ ਤੁਸੀਂ ਇਦਾਂ ਦੀ ਗੱਲ ਕਰ ਦਿੱਤੀ, ਤੁਸੀਂ ਯਾਰ ਤੁਹਾਨੂੰ ਮਤਲਬ ਥੋੜੀ ਰੱਤਾ ਪਰ ਵੀ ਸ਼ਰਮ ਨਹੀਂ ਆਈ ਕਿ ਤੁਸੀਂ ਜਾ ਰਹੇ ਹੋ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ, ਮਹਾਰਾਜ ਦੇ ਦਰ ਤੇ ਭਿਖਾਰੀ ਬਣ ਕੇ ਜਾਣਾ, ਔਰ ਤੁਸੀਂ ਆਪਣੀ ਪਤਨੀ ਦੇ ਨਾਲ ਜਾਓ, ਮਾਤਾ ਤੁਹਾਡੀ ਨਾਲ ਹੈ, ਤੁਹਾਡੀ ਭੈਣ ਨਾਲ ਆ, ਤੁਸੀਂ ਇਦਾਂ ਜਾ ਰਹੇ ਹੋ ਜਿੱਦਾਂ ਪਤਾ ਨਹੀਂ ਸਾਰੀ ਦੁਨੀਆ ਦੀ ਜਿਹੜੀ ਆ ਉਹ ਤੁਹਾਡੇ ਮਗਰ ਲੱਗੇ ਹੋਏ ਨੇ ਗੁੰਡੇ ਡਾਕੂ, ਵੀ ਤੁਹਾਨੂੰ ਪਤਾ ਨਹੀਂ ਕਿੱਡਾ ਵੱਡਾ ਖਤਰਾ। ਨਹੀਂ, ਬਹੁਤ ਗਲਤ ਕੀਤਾ ਭਗਵੰਤ ਮਾਨ ਸਾਹਿਬ ਤੁਸੀਂ। ਚਲੋ, ਕਿਉਂਕਿ ਇਹ ਨਹੀਂ ਹੋਣਾ ਚਾਹੀਦਾ। ਤੁਸੀਂ ਸ਼ਖਸੀਅਤ ਹੋ ਇਸ ਟਾਈਮ ਪੰਜਾਬ ਦੀ ਬੜੀ ਵੱਡੀ, ਮੁੱਖ ਮੰਤਰੀ ਹੋ, ਤੁਹਾਡੇ ਤੋਂ ਕਈਆਂ ਨੇ ਸਿੱਖਣਾ, ਪਰ ਤੁਹਾਡੇ ਤੋਂ ਕੱਲ ਬਹੁਤ ਬੈਡ ਮੈਸੇਜ ਗਿਆ, ਔਰ ਇਹ ਬਹੁਤ ਮੈਂ ਦੀ ਨਿੰਦਿਆ ਕਰਦਾ। ਰਿਣੀ ਹੈ ਤੁਹਾਡਾ ਕਿ ਤੁਸੀਂ ਆਪਣੇ ਵਿਚਾਰ ਦਿੱਤੇ। ਬਰਾੜ ਸਾਹਿਬ, ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜੇ ਆਪਾਂ ਗੱਲ ਸਿਕਿਉਰਿਟੀ ਦੀ ਕਰਦੇ, ਪਹਿਲਾਂ ਇਸੇ ਮੁੱਦੇ ਤੇ ਗੱਲ ਹੀ, ਕਿਉਂਕਿ ਆਪਣੇ ਕੋਲ 3-4 ਮੁੱਦੇ ਹੋਰ ਵੀ ਨੇ। ਹਾਂਜੀ, ਜੇ ਗੱਲ ਸਿਕਿਉਰਿਟੀ ਦੀ ਕਰਦੇ ਆ, ਜਿਸ ਤਰ੍ਹਾਂ ਗਿਆਨੀ ਜੀ ਨੇ ਵੀ ਦੱਸਿਆ ਤੇ ਮੈਂ ਵੀ ਖੁਦ ਵੀ ਦੇਖਿਆ ਤੇ ਤੁਸੀਂ ਵੀ ਸ਼ਾਇਦ ਦੇਖਿਆ ਨਿਊਜ਼ ਵਿੱਚ, ਲੇਕਿਨ
ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀਗਾ ਕਿ ਇਹ ਜਿਹੜੇ ਇੰਨੀ ਸਿਕਿਉਰਿਟੀ ਲਈ ਫਿਰਦੇ ਲੀਡਰ, ਇੱਥੋਂ ਤੱਕ ਇਹਨਾਂ ਨੇ ਮੁੱਖ ਮੰਤਰੀ ਬਣ ਕੇ ਕਈਆਂ ਲੋਕਾਂ ਦੀ ਸਿਕਿਉਰਿਟੀ ਲਾਈ ਵੀ, ਜਿਹਦੇ ਕਰਕੇ ਸਿੱਧੂ ਮੂਸੇਵਾਲੇ ਨੂੰ ਆਪਣੀ ਜਾਨ ਵੀ ਦੇਣੀ ਪਈ, ਕਿਉਂਕਿ ਸਿਕਿਉਰਿਟੀ ਲਾ ਕੇ ਤੁਸੀਂ ਮੀਡੀਆ 'ਚ ਦਿੱਤੀ ਹੈ ਕਿ ਅਸੀਂ ਉਹਦੀ ਸਿਕਿਉਰਿਟੀ ਲਾ ਲਈ। ਤੇ ਅੱਜ ਜਿੱਥੇ ਆਪਣੀ ਭੈਣ ਨੂੰ ਜ਼ੈਡ ਸ਼੍ਰੇਣੀ ਦੀ ਸਿਕਿਉਰਿਟੀ, ਉੱਥੇ ਆਪਣੀ ਮਾਂ ਨੂੰ ਜ਼ੈਡ ਸ਼੍ਰੇਣੀ ਦੀ ਸਿਕਿਉਰਿਟੀ, ਉੱਥੇ ਆਪਣੀ ਘਰਵਾਲੀ ਨੂੰ ਜ਼ੈਡ ਸ਼੍ਰੇਣੀ ਦੀ ਸਿਕਿਉਰਿਟੀ। ਤੇ ਜਿਸ ਤਰ੍ਹਾਂ ਕੱਲ ਉਹ ਦਰਬਾਰ ਸਾਹਿਬ ਗਏ, 1000 ਬੰਦਾ ਤਾਂ ਪੁਲਿਸ ਵਾਲਾ ਵਰਦੀ ਸੀ, ਕਿਉਂਕਿ ਆਪਾਂ ਵੀ ਦਰਬਾਰ ਸਾਹਿਬ ਜਦੋਂ ਜਾਂਦੇ ਉੱਥੇ ਤੁਹਾਨੂੰ ਮਿਲਦੇ ਆ ਵਰਦੀ ਤੋਂ ਬਿਨਾਂ। ਕੀ ਇਹ ਮੈਸੇਜ ਆ ਕਿ ਇੱਕ ਬੰਦਾ ਤਾਂ ਕਹਿਣ ਡਿਆ ਕਿ ਅਸੀਂ ਸਿਕਿਉਰਿਟੀ ਨਹੀਂ ਰੱਖਾਂਗੇ ਚਾਹੇ ਮੈਂ ਮੁੱਖ ਮੰਤਰੀ ਤੌਰ ਤੇ ਕਿਤੇ ਜਾਵਾਂ, ਤੇ ਇੱਕ ਬੰਨੇ ਮੁੱਖ ਮੰਤਰੀ ਬਣ ਕੇ ਦਰਬਾਰ ਸਾਹਿਬ ਆਪ ਜਾਂਦਾ ਤੇ ਉਹ ਦੂਜੀਆਂ ਪੁਰਾਣੇ ਉਹ ਰੈਕੋਰਡ ਹੀ ਸਾਰੇ ਮਾਤ ਪਾਤੇ। ਸਭ ਤੋਂ ਪਹਿਲਾਂ ਆਪਾਂ ਗੁਰੂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰ ਲਈਏ ਤੇ ਕਹਿ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਦੇ ਨਾਲ ਹੀ ਮੈਂ ਸਿੱਖ ਚੈਨਲ ਦਾ ਵੀ ਧੰਨਵਾਦ ਕਰਦਾ ਜੋ ਸਮੇਂ-ਸਮੇਂ ਜਿਹੜੀਆਂ ਮੁੱਦੇ ਹੁੰਦੇ ਹਨ ਉਹਨਾਂ ਨੂੰ ਤੁਸੀਂ ਡਿਸਕ੍ਰਾਈਬ ਕਰਦੇ ਹੋ, ਤੁਹਾਡਾ ਵੀ ਧੰਨਵਾਦ ਕਰਦਾ, ਸਾਰੀ ਟੀਮ ਦਾ ਵੀ ਧੰਨਵਾਦ ਕਰਦਾ। ਗਿਆਨੀ ਜੀ ਨੇ ਇਤਿਹਾਸਿਕ ਪਿਛੋਕੜ ਨੂੰ ਫਰੋਲ ਕੇ ਹਾਂਜੀ ਇਹਨਾਂ ਨੇ ਗੁਰੂਆਂ ਦੇ ਸਮੇਂ ਤੋਂ ਲੈ ਕੇ ਬਿਲਕੁਲ ਬਾਬਾ ਬੁੱਢਾ ਜੀ ਦੇ ਸਮੇਂ ਤੋਂ ਲੈ ਕੇ ਹਾਂਜੀ ਇਤਿਹਾਸ ਦੱਸਿਆ ਹੈ ਕਿ ਸਾਡੀ ਜਿਹੜੀ ਮਰਜ਼ਾਦਾ ਹੈ ਉਹ ਕੀ ਹੈ ਹਾਂਜੀ। ਪਰ ਅਸੀਂ ਅੱਜ ਦੇ ਜਿਹੜੇ ਬਾਦਸ਼ਾਹ ਕਹਿ ਲਓ ਜਾਂ ਪ੍ਰਾਈਮ ਮਿਨਿਸਟਰ ਕਹਿ ਲਓ ਜਾਂ ਚੀਫ ਮਿਨਿਸਟਰ ਕਹਿ ਲਓ, ਇਹ ਆਪਣੀਆਂ ਬੇਹੁਦਰੀਆਂ ਕਰਦੇ ਆ ਰਹੇ ਆ ਪਹਿਲੋਂ ਤੋਂ ਹੀ। ਜਦੋਂ ਤੋਂ 1947 ਤੋਂ ਬਾਅਦ ਇਹ ਬੇਹੁਦਰੀਆਂ ਵੱਧ ਰਹੀਆਂ ਹਨ ਹਾਂਜੀ, ਇਹ ਹੋਣੀਆਂ ਨਹੀਂ ਚਾਹੀਦੀਆਂ। ਬਿਲਕੁਲ। ਦੂਸਰੀ ਗੱਲ ਜਿਹੜਾ ਤੁਹਾਡਾ ਸਵਾਲ ਸੀਗਾ ਬਈ ਜਿਹੜੀ ਸਿਕਿਉਰਿਟੀ ਦੀ ਗੱਲ ਹੈਗੀ ਆ, ਮਾਨ ਸਾਹਿਬ ਜਦੋਂ ਪਹਿਲੇ ਇਲੈਕਸ਼ਨ ਲੜਨ ਲੱਗੇ ਬੱਸਾਂ ਦੇ ਉੱਤੇ ਚੜ੍ਹ ਕੇ ਹਾਂਜੀ ਪ੍ਰਚਾਰ ਕਰਦੇ ਹੁੰਦੇ ਸੀ ਬਿਲਕੁਲ ਕਿ ਸਾਨੂੰ ਸਿਕਿਉਰਿਟੀ ਨਹੀਂ ਚਾਹੀਦੀ, ਅਸੀਂ ਇਕੱਲੇ ਨੰਗੇ ਧੜ ਲੜਾਂਗੇ ਹਾਂਜੀ। ਉਸ ਤੋਂ ਬਾਅਦ ਵੀ ਇੱਥੇ ਚੀਫ ਮਿਨਿਸਟਰ ਬਣਨ ਤੋਂ ਪਹਿਲਾਂ ਵੀ ਜਦ ਜਿਹੜਾ ਇਹਨਾਂ ਐਤਕੀ ਇਲੈਕਸ਼ਨ ਲੜਿਆ ਹੈ ਉਹਦੇ 'ਚ ਵੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀਆਂ ਲੋਕਾਂ ਦੀਆਂ ਸਿਕਿਉਰਿਟੀਆਂ ਘਟਾਵਾਂਗੇ ਤਾਂ ਕਿ ਜਿਹੜਾ ਸਰਕਾਰੀ ਖਰਚਾ ਹੈ ਉਹ ਘਟ ਸਕੇ ਤੇ ਲੋਕਾਂ ਦੇ ਕੰਮ ਕੀਤੇ ਜਾਣ ਹਾਂਜੀ, ਲੋਕਾਂ ਨੂੰ ਫਾਇਦੇ ਦਿੱਤੇ, ਉਸ ਖਰਚੇ ਦੇ ਫਾਇਦੇ ਦਿੱਤੇ ਜਾਣ। ਸੋਹਣਾ ਕੰਮ ਕੀਤਾ ਇਹਨਾਂ ਨੇ। ਇੱਕ ਜਿਹੜੇ ਮਿਨਿਸਟਰਾਂ ਦੀਆਂ ਜਿਹੜੀਆਂ ਪੈਨਸ਼ਨਾਂ ਸੀ ਉਹ ਚੰਗੇ ਨੂੰ ਵੀ ਨਹੀਂ ਆਪਾਂ ਆਨੰਦ ਸਕਦੇ, ਜਿਹੜੀ ਚੀਜ਼ ਚੰਗੀ ਉਹ ਚੰਗੀ ਹੈ, ਸੋਹਣਾ ਕੰਮ ਕੀਤਾ ਹਨ। ਪਰ ਜਿਹੜਾ ਆਹ ਕੰਮ ਕਰ ਰਹੇ ਆ, ਜਿਹੜਾ ਅਬਰ ਵਿਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ, ਗੱਲੀਆਂ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨੋਂ ਕਸੁੱਧਾਂ ਕਾਲੀਆਂ ਬਾਹਰੇ ਚਿਤਵੀਆਂ ਹਾਂਜੀ, ਗੁਰਬਾਣੀ ਕਹਿੰਦੀ ਹੈ ਹਾਂਜੀ ਹਾਂਜੀ ਹਾਂਜੀ। ਗੱਲਾਂ ਕਰਨੀਆਂ ਤਾਂ ਬਹੁਤ ਸਿਖਾਲੀਆਂ ਹੁੰਦੀਆਂ, ਗੱਲਾਂ ਕਰਨ ਘਨੇਰੀਆਂ ਔਖੇ ਪਾਲਣ ਬੋਲ ਮਰਦਾ ਹੈ। ਪਰ ਇਹਨਾਂ ਨੇ ਜਿਹੜੇ ਇਹਨਾਂ ਦੇ ਵਿਚਾਰ ਸੀ ਇਹ ਉਹਨਾਂ ਤੋਂ ਹੁਣ ਉਲਝ ਗਏ ਆ ਹਾਂਜੀ ਹਾਂਜੀ। ਇਹੀ ਕਾਰਨ ਹੈ ਕਿ ਇਹਨੂੰ ਐਡੀ ਵੱਡੀ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਸੀ ਹਾਂਜੀ। ਜੇ ਇਹਨਾਂ ਨੂੰ ਇੰਨੀ ਵੱਡੀ ਸਿਕਿਉਰਿਟੀ ਦੀ, ਹੁਣ ਦੂਸਰੀ ਗੱਲ ਮੈਂ ਇਹਨਾਂ ਦੀ ਕੰਪੈਰੀਟਿਵ ਸਟੱਡੀ ਕਰਦਾ ਕਿ ਇੱਥੇ 1999 ਦੇ ਵਿੱਚ ਵਿਸਾਖੀ ਦਾ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ ਸੀ ਹਾਂਜੀ, ਤੇ ਟੋਨੀ ਬਲੇਅਰ ਇੱਥੇ ਆਏ ਸੀ ਹਾਂਜੀ, ਹੈਂਡਸਵਰਥ ਪਾਰਕ 'ਚ ਨਹੀਂ, ਹੈਂਡਸਵਰਥ ਪਾਰਕ ਨਹੀਂ ਸੀ ਆਏ ਸੀ, ਇੱਥੇ ਬਰਮਿੰਘਮ ਸੈਂਟਰ ਦੇ ਵਿੱਚ ਹਾਂਜੀ 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 ਹਾਂਜੀ। ਅੱਛਾ, ਜਦੋਂ ਆਏ ਸੀ ਨਾ, ਜਦੋਂ ਉਹ ਬਾਹਰ ਨਿਕਲੇ ਹਨਾ, ਤਾਂ ਉਹਨਾਂ ਦੇ ਨਾਲ 2 ਬਾਡੀਗਾਰਡ ਸੀਗੇ ਸਿਰਫ, ਸਾਨੂੰ ਪਤਾ ਸੀਗਾ ਕੌਣ ਆ ਉਹ ਹਨਾ, ਤੇ ਬਾਕੀ ਅਸੀਂ 3 ਬੰਦੇ ਸੀਗੇ ਗੁਰਦੁਆਰਾ ਕੌਂਸਲ ਵੱਲੋਂ। ਇੱਕ ਪਾਸੇ ਟੋਨੀ ਬਲੇਅਰ ਆਪ ਹੱਥ ਮਿਲਾਉਣ ਚਲਿਆ ਗਿਆ, ਦੂਸਰੇ ਪਾਸੇ ਉਹਨਾਂ ਦੀ ਵਾਈਫ ਹਨਾ। ਮਤਲਬ ਜੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ ਸਿਕਿਉਰਿਟੀ ਦੀ ਜ਼ਰੂਰਤ ਨਹੀਂ, ਤੁਹਾਨੂੰ ਕੀ ਬਲਾ ਪੈ ਗਈ ਚੁੰਬੜੀ ਆ ਵੀ ਤੁਸੀਂ ਬਿਲਕੁਲ ਉਸ ਥਾਂ ਦੇ ਉੱਤੇ ਵੀ ਸਿਕਿਉਰਿਟੀ ਭਾਲਦੇ ਆ ਜਿੱਥੇ ਗੁਰੂ ਦੀ ਕਿਰਪਾ ਹੁੰਦੀ ਹੈ ਹਾਂਜੀ ਹਨਾ, ਜਿੱਥੇ ਗੁਰੂ ਰਾਮਦਾਸ ਦਾ ਦਰ ਹੈਗਾ ਬਿਲਕੁਲ ਬਿਲਕੁਲ, ਉੱਥੇ ਨਿਮਾਣਿਆਂ ਨੂੰ ਮਾਣ ਮਿਲਦਾ, ਨਤਾਣਿਆਂ ਨੂੰ ਤਾਣ, ਨਿਓਟਿਆਂ ਨੂੰ ਓਟ ਹਨਾ, ਸਾਰਾ ਕੁਝ ਮਿਲਦਾ, ਖਾਣ ਪੀਣ ਨੂੰ ਲੰਗਰ ਮਿਲਦਾ ਹਨਾ। ਤੇ ਦੂਸਰੀ ਗੱਲ ਇਹਦੇ ਨਾਲ ਜਿਹੜੀ ਇਹਨਾਂ ਨੇ ਦੱਸਿਆ ਹੈ ਵੀ ਉਹਨਾਂ ਦਾ 1000 ਤਾਂ ਪੁਲਿਸ ਵਾਲਾ ਹੀ ਸੀ ਹਾਂਜੀ, ਤੇ ਉਹਦਾ ਖਰਚਾ ਕਿੰਨਾ ਬਣਦਾ, ਉਹ ਖਰਚਾ ਸਾਰਾ ਪਬਲਿਕ ਤੇ ਪੈਣਾ ਹਨਾ। ਤੇ ਉਹ ਪਬਲਿਕ ਦਾ ਖਰਚਾ ਜੇ ਬਚਾਇਆ ਜਾਂਦਾ ਤੇ ਜਿਹੜਾ ਕਹਿੰਦੇ ਅਸੀਂ ਕਰਜ਼ੇ ਦੀ ਗੱਲ ਕਰਦੇ ਇੰਨਾ ਚੜ ਗਿਆ, ਇਹ ਕਰਜ਼ੇ ਦੇ ਵਿੱਚ ਹੋਰ ਵਾਧਾ ਹੋਊਗਾ ਹਨਾ। ਤੇ ਲੋਕਾਂ ਦੀ ਭਲਾਈ ਦੇ ਬਜਾਏ ਅਸੀਂ ਲੋਕਾਂ ਦੀ ਸਫਾਈ ਕਰ ਰਹੇ ਹਾਂ ਵੀ ਤੁਸੀਂ ਭਾਈ ਇੱਥੋਂ ਜਾਓ, ਬਾਹਰ ਨੂੰ ਜਾਣ ਲਈ ਉਹਨਾਂ ਦੀ ਤਿਆਰੀ ਕਰ ਰਹੇ ਹਾਂ ਬਿਲਕੁਲ ਬਿਲਕੁਲ ਬਿਲਕੁਲ। ਦੂਸਰੀ ਗੱਲ ਜਿਹੜੀ ਸਿੱਧੂ ਮੂਸੇਵਾਲ ਦੀ ਮੌਤ ਦੀ ਗੱਲ ਕੀਤੀ ਆ ਤੁਸੀਂ ਹਨਾ, ਉਹ ਵੀ ਅਹਿਮ ਗੱਲ ਹੈਗੀ ਆ ਕਿ ਵੀ ਜੇ
ਇਹਨਾਂ ਦੇ ਕੋਲ ਸਿਕਿਉਰਿਟੀ ਇਹਨਾਂ ਨੇ ਘਟਾਈ ਤੇ ਉਹਨਾਂ ਦੀ ਇਹ ਆਮ ਲੋਕਾਂ ਦੇ ਵਿੱਚ ਇਹ ਚਰਚਾ ਹੈ। ਅਸੀਂ ਨਹੀਂ ਕਹਿੰਦੇ ਕਿ ਸਹੀ ਹੈ, ਜੇ ਗਲਤ ਆ, ਪਰ ਆਮ ਲੋਕਾਂ ਦੇ ਵਿੱਚ ਚਰਚਾ ਹੈ ਕਿ ਸਿਕਿਉਰਿਟੀ ਘਟਾਉਣ ਦੇ ਕਾਰਨ ਉਹਨਾਂ ਦੀ ਮੌਤ ਹੋਈ ਹੈ। ਪਰ ਜੇ ਉਹਨਾਂ ਦੀ ਸਿਕਿਉਰਿਟੀ ਘਟਾਈ ਤੇ ਆਪ ਸਿਕਿਉਰਿਟੀ ਕਿਉਂ ਵਧਾਈ, ਇਹ ਇੱਕ ਨਵਾਂ ਸਵਾਲ ਆ। ਬਿਲਕੁਲ, ਹਨਾ। ਤੇ ਜੇ ਪਹਿਲੀ ਗੱਲ, ਦੂਸਰੀ ਗੱਲ ਹੈਗੀ ਵੀ ਜੇ ਉਹਨਾਂ ਦਾ ਪਹਿਲਾਂ ਇਹ ਮੈਸੇਜ ਸੀਗਾ ਵੀ ਅਸੀਂ ਲੋਕਾਂ ਦੇ ਭਲੇ ਲਈ ਕੰਮ ਕਰਾਂਗੇ ਤੇ ਲੋਕਾਂ ਦੀਆਂ ਸਿਕਿਉਰਿਟੀਆਂ ਘਟਾਵਾਂਗੇ, ਲੋਕਾਂ ਦੀਆਂ ਸਿਕਿਉਰਿਟੀਆਂ ਘਟਾ ਕੇ ਆਪਣੀ ਸਿਕਿਉਰਿਟੀ ਵਧਾਈ, ਇਹ ਦੂਸਰੀ ਗੱਲ ਹੈਗੀ। ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਹੈ, ਇਹ ਇੱਕ ਦੂਸ਼ਣਬਾਜ਼ੀ ਨਹੀਂ ਗੀ, ਇਹ ਇੱਕ ਸੱਚ ਹੈ ਤੇ ਸੱਚ ਲੁਕੋਇਆ ਲੁਕ ਨਹੀਂ ਸਕਦਾ। ਬਿਲਕੁਲ। ਯਾਨੀ ਜੀ ਜਿਹੜੀ ਖਰਚੇ ਦੀ ਗੱਲ ਹੁੰਦੀ ਆ, ਜੇ ਆਪਾਂ ਦਰਬਾਰ ਸਾਹਿਬ ਤੇ ਕਰੀਏ, ਜਿੱਦਾਂ ਬਰਾੜ ਸਾਹਿਬ ਨੇ ਦੱਸਿਆ ਕਿੰਨਾ ਖਰਚਾ ਉਹ ਤਾਂ ਲੋਕਾਂ ਦੇ ਪੈਣਾ ਸਿਰ, ਉਹ ਤਾਂ ਪਤਾ ਹੀ ਆਪਾਂ ਨੂੰ ਲੋਕਾਂ ਸਿਰ ਹੀ ਪੈਣਾ। ਜਿੰਨੀ ਸਿਕਿਉਰਿਟੀ ਤੁਸੀਂ ਲਓਗੇ ਆਪਣੇ ਰਿਸ਼ਤੇਦਾਰਾਂ ਨੂੰ, ਸਕੇ ਸੰਬੰਧੀਆਂ ਨੂੰ ਦੋਗੇ, ਸਮੇਂ ਦੀਆਂ ਸਰਕਾਰਾਂ ਤੇ ਇਲਜ਼ਾਮ ਲਾਉਣੇ ਜਾ ਚੁੱਕੀਆਂ ਸਰਕਾਰਾਂ ਤੇ ਇਲਜ਼ਾਮ ਲਾਉਣੇ ਸੌਖੇ ਹੁੰਦੇ, ਕਿਉਂਕਿ ਸਮੇਂ ਦੀ ਸਰਕਾਰ ਕੋਲੋਂ ਲੋਕਾਂ ਨੇ ਕੰਮ ਵੀ ਕਰਾਉਣੇ ਹੁੰਦੇ। ਕੇਜਰੀਵਾਲ ਤੇ ਭਗਵੰਤ ਮਾਨ ਜਲੰਧਰ ਗਏ ਸੀ, ਹਾਂਜੀ, ਮੀਡੀਆ 'ਚ ਬੜਾ ਆਇਆ। ਬਿਲਕੁਲ ਜੀ, ਕਿ 2-3 ਘੰਟੇ ਉੱਥੇ ਰਹੇ। ਬਾਕੀ ਤੁਸੀਂ ਵਿਸਤਾਰ ਸਾਹਿਬ ਦੱਸੋ ਵੀ ਕਿੰਨਾ ਉੱਥੇ ਖਰਚਾ ਆ ਗਿਆ, ਹੋਟਲ ਵਾਲਿਆਂ ਨੂੰ ਕਿੰਨੇ ਪੈਸੇ ਦੇ ਦਿੱਤੇ, ਜੇ 2 ਘੰਟੇ ਦਾ ਰਹਿਣ ਦਾ ਇੰਨਾ ਪੈਸੇ ਦਿੱਤਾ। ਬਿਲਕੁਲ ਇਹੀ ਇਸੇ ਗੱਲ ਦੇ ਵਿੱਚੋਂ ਹੀ ਗੱਲ ਇਹ ਨਿਕਲੀ ਆ ਹੁਣ ਕਿ ਦਰਬਾਰ ਸਾਹਿਬ ਗਏ ਹੋ ਤੁਸੀਂ, ਸਿਕਿਉਰਿਟੀ ਐਡੀ ਵੱਡੀ ਲੈ ਕੇ ਗਏ ਹੋ, ਲੱਖਾਂ ਕਰੋੜਾਂ ਦਾ ਖਰਚਾ ਹੋ ਗਿਆ, ਉਹ ਸੰਗਤ ਦੇ ਸਿਰ, ਲੋਕਾਂ ਦੇ ਸਿਰ ਪੈ ਗਿਆ, ਪਬਲਿਕ ਦੇ ਸਿਰ ਪੈ ਗਿਆ, ਪਬਲਿਕ ਤੇ ਬੋਝ ਪੈ ਗਿਆ। ਬਿਲਕੁਲ, ਉਹੀ ਕਿਸੇ 10-12 ਕਿਸਾਨਾਂ ਦਾ ਤੇ ਆਰਾਮ ਨਾਲ ਕਰਜ਼ਾ ਜਿਹੜਾ ਮਾਫ ਕੀਤਾ ਜਾਣਾ ਸੀਗਾ, ਸੌਖਾ ਆਰਾਮ ਨਾਲ। ਹੁਣ ਜਿਹੜੀ ਗੱਲ ਜਲੰਧਰ ਵਾਲੀ ਕੀਤੀ ਆ, ਉਹ ਵੋਲਵੋ ਬੱਸ ਦਾ ਉਦਘਾਟਨ ਜਿਹੜਾ ਇਹਨਾਂ ਨੇ ਕੀਤਾ ਆ, ਉਹ ਮੈਂ ਹਾਸੇ ਵਾਲੀ ਗੱਲ ਵੀ ਆ ਵੀ ਕਮਾਲ ਹੋ ਗਈ ਯਾਰ, ਤੁਸੀਂ 2 ਘੰਟੇ ਲਈ ਠਹਿਰਨਾ ਔਰ ਸਰਕਾਰੀ ਪ੍ਰਬੰਧ ਉੱਥੇ ਹੈਗਾ ਆ, ਸਰਕਾਰੀ ਉੱਥੇ ਰਹਿائش ਹੈਗੀਆਂ, ਪਲਾਟ ਉੱਥੇ ਜਿਹੜੇ ਫਲੈਟ ਗੈਸਟ ਹਾਊਸ ਹੈਗੇ ਆ, ਤੁਸੀਂ ਉਹਨਾਂ ਦੇ ਵਿੱਚ ਰਹਿ ਸਕਦੇ ਹੋ। ਕਮਾਲ ਹੋ ਗਈ ਆ। ਕੇਜਰੀਵਾਲ ਸਾਹਿਬ, ਤੁਸੀਂ 3-4 ਹਜ਼ਾਰ ਰੁਪਏ ਦਾ ਸੂਪ ਪੀ ਰਹੇ ਹੋ, ਪੀਓ ਤੁਹਾਡੀ ਸਿਹਤ ਵਾਸਤੇ, ਪਰ ਉਹ ਵੀ ਤੁਸੀਂ ਸਰਕਾਰ ਦੇ ਖਜ਼ਾਨੇ ਚੋਂ ਪੀਓਗੇ। ਤੁਸੀਂ ਉਹੀ ਕੇਜਰੀਵਾਲ ਹੋ ਜਿਹੜੇ ਕਦੀ ਕਹਿੰਦੇ ਸੀਗੇ ਕਿ ਮੈਂ ਸਰਕਾਰੀ ਪੈਸੇ ਦਾ 1 ਰੁਪਈਆ ਵੀ ਆਪਣੇ ਘਰ ਲਈ ਨਹੀਂ ਵਰਤਾਂਗਾ, ਪਰ ਤੁਸੀਂ ਹੁਣ ਸਰਕਾਰੀ ਪੈਸੇ ਜਿਹੜੇ ਆ ਤੁਹਾਨੂੰ ਆਪਣੇ ਆਪ ਹੀ ਸੋਚਣਾ ਪੈਣਾ ਆ। ਉਹ ਥੋੜਾ ਸਮਾਂ 2-2.5-3 ਘੰਟਿਆਂ ਦਾ ਹੈਗਾ ਟਾਈਮ, ਜਿਹੜਾ ਉਹਦੇ ਵਿੱਚ 2.5-3 ਲੱਖ ਰੁਪਈਆ ਇਹਨਾਂ ਦੋਵਾਂ-ਤਿੰਨਾਂ ਬੰਦਿਆਂ ਨੇ ਮਿੰਟੋ ਮਿੰਟ ਡਾਤਾ ਹੋਟਲ ਦੇ ਵਿੱਚ। ਅੱਛਾ, ਹੋਟਲ 'ਚ ਰਹਿਣ ਦਾ ਮਤਲਬ ਹੀ ਕੋਈ ਨਹੀਂ ਸੀਗਾ। ਤੁਸੀਂ ਉਦਘਾਟਨ ਕਰਨ ਆਏ ਹੋ, ਉਦਘਾਟਨ ਕਰੋ, ਤੁਸੀਂ ਗੈਸਟ ਹਾਊਸ ਵਿੱਚ ਰੁਕ ਜਾਓ। 2-3 ਘੰਟੇ ਤਾਂ ਐਵੇਂ ਗੱਲਾਂ ਗੱਪਾਂ ਕਰਦਿਆਂ ਹੋ ਜਾਂਦੇ ਆ। ਕੋਈ ਚੰਗੀ ਕੇਜਰੀਵਾਲ ਆਇਆ, ਕੋਈ ਚੰਗੀ ਮੀਟਿੰਗ ਕਰ ਲਵੇ ਭਗਵੰਤ ਮਾਨ ਨਾਲ 2 ਘੰਟੇ ਬਹਿ ਕੇ, ਤੇ ਉੱਥੇ ਕੁਝ ਥੋੜਾ ਬਹੁਤਾ ਖਾਣ ਪੀਣ ਹੋ ਜਾਵੇ। ਕਿੰਨਾ ਵੀ ਮਹਿੰਗਾ ਤੁਸੀਂ ਖਾ ਲਓ, 20-25 ਹਜ਼ਾਰ ਤੋਂ ਬਾਅਦ ਤੁਸੀਂ ਖਾ ਨਹੀਂ ਸਕਦੇ। ਬਿਲਕੁਲ। ਪਰ ਤੁਹਾਡਾ 2.5-3 ਲੱਖ ਰੁਪਏ ਦਾ ਬਿੱਲ, ਇਹ ਛੋਟੀਆਂ ਸਾਧ ਸੰਗਤ ਜੀ ਚੀਜ਼ਾਂ ਹੈਗੀਆਂ। ਲੱਗਦਾ ਤੁਹਾਨੂੰ ਹੋਊਗਾ ਕਿ 3 ਲੱਖ ਰੁਪਏ ਦਾ ਬਿੱਲ, ਮੁੱਖ ਮੰਤਰੀ 2 ਇਕੱਠੇ ਹੋਏ ਨੇ, ਫਿਰ ਕਿਹੜੀ ਗੱਲ ਹੈ। ਨਹੀਂ, ਜਦੋਂ ਅਸੀਂ 1-1 ਰੁਪਈਆ ਪੰਜਾਬ ਦਾ ਬਚਾਵਾਂਗੇ ਨਾ, ਫਿਰ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਲੈਣਾ, ਫਿਰ ਪੰਜਾਬ ਦੇ ਵਪਾਰੀਆਂ ਦਾ ਉਹਨਾਂ ਨੇ ਸੌਖੇ ਹੋਣਾ, ਫਿਰ ਪੰਜਾਬ ਦੀ ਆਵਾਮ ਜਿਹੜੀ ਆ ਉਹਨਾਂ ਨੇ ਸੌਖੇ ਹੋਣਾ। ਪਰ ਭਗਵੰਤ ਮਾਨ ਸਾਹਿਬ ਜੀ, ਤੁਸੀਂ ਆਪਣੇ ਆਕਾ ਕੇਜਰੀਵਾਲ ਸਾਹਿਬ ਦੇ ਨਾਲ ਮਿਲ ਕੇ ਪੰਜਾਬ ਦਾ ਧਨ ਜਿਹੜਾ ਆ ਉਹ ਦਿੱਲੀ ਵਾਲੇ ਪਾਸੇ ਭੇਜ ਰਹੇ ਹੋ। ਬਿਲਕੁਲ, ਲੁਟਾ ਰਹੇ ਹੋ ਉਹਨਾਂ ਦੇ ਉੱਪਰ। ਉਹ ਰਾਘਵ ਚੱਡਾ ਆਵੇ, ਚਾਹੇ ਕੇਜਰੀਵਾਲ ਆਵੇ, ਚਾਹੇ ਉੱਥੋਂ ਕੋਈ ਹੋਰ ਮੰਤਰੀ ਇਹਨਾਂ ਦਾ ਆਵੇ, ਤੁਸੀਂ ਦਿਲ ਖੋਲ ਕੇ ਉਹਨਾਂ ਤੇ ਖਰਚਾ ਕਰ ਰਹੇ ਹੋ। ਸਿਕਿਉਰਿਟੀ ਉਹ ਆਪਣੀ ਲੈ ਕੇ ਆ ਰਹੇ ਆ, ਜਦ ਕਿ ਉਹਨਾਂ ਦੀ ਆਪਣੀ ਸਿਕਿਉਰਿਟੀ ਲੈ ਕੇ ਆਉਣੀ ਚਾਹੀਦੀ ਹੈ ਉਹਨਾਂ ਨੂੰ। ਤੁਸੀਂ ਇੱਧਰੋਂ ਵੀ ਸਿਕਿਉਰਿਟੀਆਂ ਦੇ ਰਹੇ ਹੋ ਉਹਨਾਂ ਨੂੰ, ਬਿਲਕੁਲ, ਇੱਧਰੋਂ ਵੀ ਤੁਸੀਂ ਸਾਰਾ ਪ੍ਰਬੰਧ, ਸਾਰਾ ਖਰਚਾ ਤੇ ਪੰਜਾਬ ਤੇ ਪੈ ਰਿਹਾ ਨਾ। ਤੇ ਫਿਰ ਤੁਸੀਂ ਕਹਿ ਰਹੇ ਹੋ ਪੁਰਾਣੇ ਸਮਿਆਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ, ਭਾਵੇਂ ਉਹ ਕਾਂਗਰਸੀ ਸਰਕਾਰ ਸੀ, ਭਾਵੇਂ ਅਕਾਲੀ ਦਲ ਦੀ ਸੀਗੀ, ਜਦੋਂ ਉਹ ਇਹ ਕੋਈ ਚੀਜ਼ ਕਰਦੇ ਸੀ ਤਾਂ ਤੁਸੀਂ, ਉਹ ਮੈਨੂੰ ਅਜੇ ਵੀ ਯਾਦ ਆ ਕਿ ਉਹ ਗੱਡੀ ਦੇ ਉੱਪਰ ਖੜੇ ਹੋ ਕੇ ਤੁਸੀਂ ਬੜਕਾਂ ਮਾਰ ਕੇ ਗੱਲ ਕਹਿੰਦੇ ਸੀ, ਭਾਵੇਂ ਤੁਸੀਂ ਉਸ ਵੇਲੇ ਸ਼ਰਾਬ ਦੇ ਨਸ਼ੇ 'ਚ ਟੁੱਲ ਸੀਗੇ। ਚਲੋ ਖੈਰ, ਉਹ ਤੁਹਾਡੀ ਆਪਣੀ ਪਰਸਨਲ ਲਾਈਫ ਆ, ਪਰ ਪਰਸਨਲ ਲਾਈਫ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਉਸ ਟਾਈਮ ਪੰਜਾਬ ਦੇ ਇੱਕ ਨੁਮਾਇੰਦੇ ਹੋ ਕੇ ਗੱਲ ਕਰ ਰਹੇ ਸੀ। ਅੱਜ ਵੀ ਤੁਸੀਂ ਉੱਦਾਂ ਹੀ ਕਰ ਰਹੇ ਹੋ। ਤੁਹਾਨੂੰ ਇਹ ਗੱਲ ਦੀ ਬਹੁਤ ਸ਼ਰਮ ਆਉਣੀ ਚਾਹੀਦੀ। ਪੰਜਾਬ ਦੇ ਵਿੱਚ ਅੱਜ ਵੀ ਨਸ਼ਾ ਜਿਹੜਾ ਆ ਅੱਗੇ ਨਾਲੋਂ ਵੱਧ ਵਿਕ ਰਿਹਾ ਆ, ਨੌਜਵਾਨ ਮਰ ਰਹੇ ਆ, ਔਰ ਤੁਸੀਂ ਇਹ ਬੇਫਜ਼ੂਲ ਖਰਚੇ ਕਰਕੇ ਪੰਜਾਬ ਤੇ ਬੋਝ ਪਾ ਰਹੇ ਹੋ। ਨੌਜਵਾਨ ਤਾਂ ਪਹਿਲਾਂ ਵਿਦੇਸ਼ਾਂ ਨੂੰ ਭੱਜ ਰਿਹਾ। ਬਿਲਕੁਲ, ਅਸੀਂ ਦੇਖ ਹੀ ਰਹੇ ਇੰਗਲੈਂਡ ਦੀ ਧਰਤੀ ਤੇ ਕਿੰਨਾ ਪੰਜਾਬ ਤੋਂ 1.5 ਸਾਲ 2 ਸਾਲਾਂ ਦੇ ਵਿੱਚ ਨੌਜਵਾਨ ਕੁੜੀਆਂ ਮੁੰਡੇ ਸਟੂਡੈਂਟਸ ਆ ਗਏ ਆ। ਵਿਚਾਰੇ ਇੰਗਲੈਂਡ 'ਚ ਹੀ ਆਏ, ਇੰਗਲੈਂਡ 'ਚ ਨਹੀਂ, ਅਸੀਂ ਇੰਗਲੈਂਡ ਦੀ ਇਕੱਲੇ ਦੀ ਗੱਲ ਕਰ ਰਹੇ ਕਿਉਂਕਿ ਅਸੀਂ ਇੰਗਲੈਂਡ ਦੇ ਵਿੱਚ ਬੈਠੇ ਹਾਂ। ਔਰ ਭਗਵੰਤ ਮਾਨ ਸਾਹਿਬ ਜੀ 2-3 ਘੰਟੇ ਅਗਰ ਤੁਸੀਂ 3-3 ਲੱਖ ਰੁਪਈਆ ਖਰਚੋਗੇ ਤੇ ਫਿਰ ਪੰਜਾਬ ਦਾ ਭਲਾ ਨਹੀਂ ਹੋਣਾ। ਫਿਰ ਤਾਂ ਬਿਲਕੁਲ ਗਲਤ ਹੈ। ਯਾਨੀ ਜੀ ਤੁਸੀਂ ਗੱਲ ਕੀਤੀ ਆ ਜੀ ਨਸ਼ਿਆਂ ਦੀ। ਜੀ ਇਹ ਗੱਲ ਮੈਂ ਨਹੀਂ ਇਕੱਲਾ ਕਹਿੰਦਾ। ਅੱਜ ਦੀ ਡੇਟ 'ਚ ਜੇ ਆਪਾਂ DSP ਬਲਵਿੰਦਰ ਸਿੰਘ ਸ਼ੇਖੋਂ ਦੀ ਗੱਲ ਕਰੀਏ ਜੀ, ਉਹ ਵੀ ਆਪਣੀ ਇੰਟਰਵਿਊ 'ਚ ਕਹਿੰਦਾ, ਸੁਖਪਾਲ ਖਹਿਰਾ ਕਹਿੰਦਾ ਕਾਂਗਰਸ ਵਾਲਾ, ਕਿ ਅੱਗੇ ਨਾਲੋਂ ਵੱਧ ਨਸ਼ਾ ਵਿਕਦਾ। ਬਿਲਕੁਲ, ਅੱਗੇ ਨਾਲੋਂ ਜ਼ਿਆਦਾ ਨਸ਼ਾ ਵਿਕ ਰਿਹਾ।
ਅੱਗੇ ਨਾਲੋਂ ਮਾਈਨਿੰਗ ਜ਼ਿਆਦਾ ਹੋ ਰਹੀ ਰੇਤੇ ਦੀ। ਬਿਲਕੁਲ। ਤੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਆਉਂਦੇ ਸਾਰੀ ਰੇਤੇ ਦੀ ਮਾਈਨਿੰਗ ਰੋਕ ਦਿਆਂਗੇ, ਅੱਗੇ ਨਾਲੋਂ ਜ਼ਿਆਦਾ ਹੋ ਰਹੀ। ਬਰਾੜ ਸਾਹਿਬ, ਇੱਕ ਸ਼੍ਰੋਮਣੀ ਅਕਾਲੀ ਦਲ ਨੇ ਪਟੀਸ਼ਨ ਪਾ ਕੇ ਇਲਜ਼ਾਮ ਲਾਇਆ ਪੰਜਾਬ ਸਰਕਾਰ ਤੇ। ਹਾਂਜੀ ਇਸ ਤਰ੍ਹਾਂ ਦੀ ਪਟੀਸ਼ਨ ਪਾਈ ਸੀ ਦਿੱਲੀ ਵਿੱਚ, ਉਹਦੇ ਕਰਕੇ ਅੱਜ ਸ਼ਿਸ਼ੋਦੀਆ ਨੂੰ CBI ਦੀ ਘੇਰੇ 'ਚ ਆਹੋ। ਹਾਂਜੀ ਉਹ ਸੀਗਾ ਠੇਕਿਆਂ ਦੀ ਨਿਲਾਮੀ, ਹਾਂਜੀ ਸ਼ਰਾਬ ਦਾ ਕਾਰੋਬਾਰ। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਇਹਨਾਂ ਨੇ 500 ਕਰੋੜ ਰੁਪਈਆ ਇੱਕ ਸਾਲ ਦੀ ਕਮਾਈ ਉਹ ਬੰਦੇ ਨੂੰ ਵਾਧੂ ਜਾਣੀ ਆ, ਹਾਂਜੀ ਜਿਹੜੇ ਬੰਦੇ ਨੇ ਸਾਰੇ ਅੱਗੇ ਹੁੰਦਾ ਸੀਗਾ ਕੱਲੇ ਜ਼ਿਲ੍ਹੇ ਦੇ ਠੇਕੇ ਇੱਕ ਬੰਦਾ ਲੈ ਸਕਦਾ ਸੀ, ਇੱਕ ਬੰਦਾ ਇੱਕ ਜ਼ਿਲ੍ਹੇ ਦੇ ਠੇਕੇ ਲੈ ਸਕਦਾ ਸੀ ਹਾਂਜੀ ਜਾਂ ਇੱਕ ਤਹਿਸੀਲ ਦੇ ਠੇਕੇ ਲੈ ਸਕਦਾ ਸੀ। ਹੁਣ ਇੱਕੋ ਬੰਦੇ ਕੋਲ ਕੰਟਰੋਲ ਹੋਊਗਾ। ਤੇ ਜੇ ਸਰਕਾਰ ਦੇ ਵਿੱਚ ਮੈਂ ਗੱਲ ਕਰਾਂ ਜਿਹੜੀ ਉਹਦੀ ਕਮਿਸ਼ਨ ਦੀ ਗੱਲ, ਉਹ ਹੁੰਦੀ ਸੀਗੀ ਪਿਛਲੀਆਂ ਸਰਕਾਰਾਂ ਜਿਹੜੀ ਲੰਘ ਕੇ ਗਈ ਉਹਦੇ ਤੱਕ ਆਇਆ ਸੀ 5%। ਹਾਂਜੀ ਜੇ ਤੁਸੀਂ ਉਹਨੂੰ ਵਧਾਉਣਾ ਆ, ਆਪਾਂ ਵੀ ਇੱਥੇ ਬੈਠੇ, ਜੇ ਕੋਈ ਚੀਜ਼ ਨੂੰ ਵਧਾਉਣਾ ਆ ਕਮਿਸ਼ਨ ਚਾਹੇ ਰੱਖ ਲਓ, ਤੁਸੀਂ ਵੱਧ ਤੋਂ ਵੱਧ 2% 1% ਵਧਾ ਸਕਦੇ। ਇਹਨਾਂ ਨੇ ਇਕੱਠੀ 100% ਵਧਾਤੀ, 5% ਤੋਂ 10% ਕਰਤਾ, ਜਿਹਦੇ ਕਰਕੇ ਉਹਨੂੰ 500 ਕਰੋੜ ਰੁਪਈਆ ਇੱਕ ਬੰਦੇ ਨੂੰ ਬਣਨਾ, ਜਿਹਦੇ ਵਿੱਚੋਂ ਇਹਨਾਂ ਨੂੰ ਕਿੰਨੇ ਹਿੱਸੇ ਆਉਣੇ ਆ ਇਹ ਤਾਂ ਰੱਬ ਜਾਣਦਾ। ਤੁਸੀਂ ਉਸ ਗੱਲ ਬਾਰੇ ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਜਿਹੜਾ ਤੇਰਾ ਸਵਾਲ ਆ ਨਾ ਤੁਹਾਡਾ ਰਾਮਿਆਲ ਜੀ, ਹਾਂ, ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਿਹੜੇ ਪੰਜਾਬ ਦੇ ਫੈਸਲੇ ਕਰਨ ਦਾ ਹੱਕ ਪੰਜਾਬ ਦੀ ਜਿਹੜੀ ਸਟੇਟ ਦੀ ਆਪਣੀ ਅਸੈਂਬਲੀ ਆ ਹਾਂ, ਉਹਨੂੰ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਯਸ਼ੋਦੀਆ ਦਾ ਇੱਥੇ ਆ ਕੇ ਠੇਕਿਆਂ ਦੇ ਉੱਤੇ ਕਬਜ਼ਾ ਕਰਨਾ ਇਹ ਪਹਿਲਾ ਹੱਕ ਹੀ ਨਹੀਂ ਬਣਦਾ। ਸ਼ਿਸ਼ੋਦੀਆ ਤੇ ਰਾਘਵ ਚੱਡਾ, ਚਲੋ ਤੁਸੀਂ ਕਵਰ ਕਰ ਦਿਓ ਜੇ ਕਦੇ ਰਹਿ ਗਈ ਗੱਲਬਾਤ। ਹਾਂਜੀ, ਉਹਨਾਂ ਦਾ ਹੱਕ ਨਹੀਂ ਬਣਦਾ। ਜੇ ਬਣਦਾ ਹੈ ਤੁਸੀਂ ਬਾਹਰਲੇ ਠੇਕੇਦਾਰਾਂ ਨੂੰ ਮੰਗਾਇਆ ਹੈ, ਰਾਈਟ। ਜਦੋਂ ਤੁਸੀਂ ਹੁਣੇ ਐਗਜ਼ਾਮਪਲ ਦਿੱਤੀ ਆ, ਆਪਣੇ ਇੱਥੇ ਰੇਟ ਆਫ ਇੰਟਰਸਟ 2 ਵਾਰੀ ਵਧਿਆ। ਹਾਂਜੀ, ਪਹਿਲੀ ਵਾਰੀ ਰੇਟ ਆਫ ਇੰਟਰਸਟ ਇਹਨਾਂ ਨੇ ਵਧਾਇਆ 0.25। ਹਾਂਜੀ, ਤੇ ਦੂਸਰੀ ਵਾਰੀ ਉਹਨਾਂ ਨੇ 0.75। ਸਾਰਾ ਰਲਾ ਕੇ 1% ਬਣਦਾ ਹੈ। ਹਾਂਜੀ, ਔਰ ਉਹ ਇੱਕ ਸਾਲ ਦੇ ਵਿੱਚ ਪਤਾ ਨਹੀਂ ਹੁਣ ਸਾਲ ਦੇ ਵਿੱਚ ਵਧਿਆ 1%। ਜੇ ਬਾਹਰਲੇ ਮੁਲਕਾਂ ਦੀ ਮੈਂ ਪਹਿਲੇ ਵੀ ਦੱਸ ਕੇ ਹਟਿਆ ਵੀ ਸਾਡਾ ਜਿਹੜੀ ਪੋਲੀਟੀਕਲ ਸਿਸਟਮ ਕਿੱਥੇ ਖੜਾ ਹੈ। ਬਿਲਕੁਲ ਬਿਲਕੁਲ, ਹੈ ਨਾ। ਤੇ ਹੁਣ ਇੱਥੇ ਆ ਜਾਂਦੀ ਵੀ ਸਾਡਾ ਫਾਈਨੈਂਸ਼ੀਅਲ ਸਿਸਟਮ ਕਿੱਥੇ ਖੜਾ ਹੈ ਤੇ ਬਾਹਰਲੀਆਂ ਸਰਕਾਰਾਂ ਦਾ ਫਾਈਨੈਂਸ਼ੀਅਲ ਸਿਸਟਮ ਕਿੱਥੇ ਖੜਾ। ਇਹ ਕੰਪੈਰੀਟਿਵ ਸਟੱਡੀ ਆ। ਅਸੀਂ ਸਾਡੇ ਚਾਹੇ ਕੋਈ ਸਰਕਾਰੀ ਮੁਲਾਜ਼ਮ ਆ ਤੇ ਚਾਹੇ ਸਰਕਾਰ ਦੇ ਵਿੱਚ ਅਹੁਦੇਦਾਰ ਹੈ, ਹਾਂਜੀ, ਚਾਹੇ ਉਹ ਚੀਫ ਮਿਨਿਸਟਰ ਹੈਗਾ ਹੈ, ਚਾਹੇ ਉਹਨਾਂ ਦੇ ਮਿਨਿਸਟਰ ਹੈਗੇ ਆ, ਉਹ ਇੱਥੇ ਗੇੜੇ ਜ਼ਰੂਰ ਲਾਉਂਦੇ ਆ ਬਾਹਰਲੇ ਮੁਲਕਾਂ 'ਚ। ਇੱਥੋਂ ਪੈਸਾ ਇਕੱਠਾ ਕਰਕੇ ਲੈ ਜਾਂਦੇ ਰਹੇ, ਮੁੱਢ ਤੋਂ ਹੀ ਇਹ ਗੱਲਾਂ ਹੁੰਦੀਆਂ ਰਹੀਆਂ। ਬਿਲਕੁਲ, ਪਰ ਇੱਥੋਂ ਦੇ ਜਿਹੜੇ ਹੈਗੇ ਆ ਚੰਗਾ ਸਿਸਟਮ ਨਾ, ਇਹਨੂੰ ਉੱਥੇ ਅਪਲਾਈ ਨਹੀਂ ਕਰਦੇ ਨਾ ਜੀ ਨਾ। ਹਾਂਜੀ, ਤੇ ਜਿੰਨਾ ਚਿਰ ਤਾਈਂ ਅਸੀਂ ਚੰਗੀਆਂ ਚੀਜ਼ਾਂ ਨੂੰ ਫਾਲੋ ਨਾ ਕਰਾਂਗੇ ਉਹਨਾਂ ਚਿਰ ਸਾਡੇ ਪੰਜਾਬ ਦਾ ਜਿਹੜਾ ਕਰਜ਼ਾ ਹੈ ਉਹ ਵੱਧਦਾ ਜਾਏਗਾ। ਔਰ ਉਹਦੇ ਨਾਲ ਜਿਹੜੇ ਉੱਥੋਂ ਦੇ ਵਸਿੰਦੇ ਆ ਰਹਿਣ ਵਾਲੇ, ਖਾਸ ਕਰਕੇ ਉਹ ਜਿਹੜੇ ਰੂਟ ਲੈਵਲ ਤੇ ਉੱਤੇ ਆ, ਹਨਾ, ਉਹਨਾਂ ਨੂੰ ਨੁਕਸਾਨ ਹੋਊਗਾ। ਉਹ ਬਹੁਤ ਤੰਗ ਹੋ ਰਹੇ ਆ। ਬਿਲਕੁਲ, ਹਾਂਜੀ। ਤੇ ਜੇ ਇਹੋ ਜੀ ਇਹ ਸਿਸਟਮ ਹੀ ਸਾਡੇ ਚੱਲਦਾ ਰਿਹਾ ਤੇ ਉਹ ਦਿਨ ਦੂਰ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਇਕੱਲੇ ਪੰਜਾਬ ਵਿੱਚ ਨਹੀਂ ਤਾਂ ਉੱਥੇ ਇਨਕਲਾਬ ਆਉਣ ਦੀਆਂ ਸੰਭਾਵਨਾ ਹੈ। ਤੁਸੀਂ ਇਸ ਗੱਲ ਦੀ ਆਪਾਂ ਨਹੀਂ ਕਹਿੰਦੇ, ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚੋਂ ਤੁਸੀਂ ਪਰਖ ਹੀ ਲਿਆ ਹੋਣਾ। ਬਿਲਕੁਲ ਬਿਲਕੁਲ, ਜੇ ਉਸ ਟਾਈਮ ਦੇ ਉੱਤੇ ਕਿਸਾਨੀ ਸੰਘਰਸ਼ ਨੂੰ ਮਾੜਾ ਜਿਹਾ ਲਾਲਚ ਦੇ ਕੇ ਉਹਨਾਂ ਦੀਆਂ ਵੀ ਤੁਹਾਡੀਆਂ ਮੰਗਾਂ ਮੰਗ ਲਵਾਂ ਮੰਨੀਆਂ ਜਾਣਗੀਆਂ, ਉਹਨਾਂ ਨੂੰ ਨਾ ਹਟਾਇਆ ਜਾਂਦਾ ਤਾਂ ਇਹ ਜਿਹੜਾ ਇਨਕਲਾਬੀ ਸਿਚੁਏਸ਼ਨ ਸੀ ਇਹ ਉਸੇ ਸਮੇਂ ਹੋ ਜਾਣੀ ਸੀ। ਹੁਣ ਤਾਂ ਬਿਲਕੁਲ ਤਿਆਰ ਹੋ ਰਿਹਾ ਸੀਗਾ। ਪਰ ਇਹ ਜਿਹੜੀਆਂ ਤੇਜ਼ ਸਰਕਾਰਾਂ ਹੁੰਦੀਆਂ ਨਾ, ਚੁਸਤ ਸਰਕਾਰਾਂ ਹੁੰਦੀਆਂ, ਹਾਂਜੀ, ਉਹ ਸ਼ਾਮ ਦਾਮ ਤੇ ਦੰਡ ਵਾਲਾ ਜਿਹੜਾ ਸਿਸਟਮ ਕਰ ਰਹੀਆਂ। ਬਿਲਕੁਲ ਬਿਲਕੁਲ, ਕਿਸੇ ਨੂੰ ਪਹਿਲਾਂ ਪਿਆਰ ਨਾਲ ਮਨਾ ਲਓ, ਕਿਸੇ ਨੂੰ ਆਪਣੇ ਪੈਸੇ ਨਾਲ ਮਨਾ ਲਓ, ਤੇ ਨਹੀਂ ਤਾਂ ਫਿਰ ਜਿਹੜੇ ਆਪਣੇ ਅੱਤਵਾਦ ਤੇ ਉਹਨਾਂ ਤੇ ਇਲਜ਼ਾਮ ਲਾ ਕੇ, ਹਨਾ, ਜਿਹੜੀਆਂ ਉਹ ਸਰਕਾਰਾਂ ਹੈਗੀਆਂ। ਤੇ ਇਹ ਬਾਲੀਆਂ ਚਿਰ ਸਰਕਾਰਾਂ ਚੱਲਦੀਆਂ ਨਹੀਂ ਹੁੰਦੀਆਂ। ਇਸ ਲਈ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ। ਇਹ ਸਾਡੇ ਮੁਲਕ ਲਈ ਇੱਕ ਮੰਦਭਾਗਾ ਸਿਸਟਮ ਹੈ। ਜੇ ਅਸੀਂ ਇਸ ਲੋਕ ਰਾਜੀ ਢਾਂਚੇ ਦੇ ਵਿੱਚ ਮੁੜ ਕੇ ਆਪਣੇ ਮੁਲਕ ਨੂੰ ਨਿਆਂ ਲਿਆਂਦਾ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਖਤਰਨਾਕ ਹੋ ਸਕਦਾ। ਬਿਲਕੁਲ। ਇਹ ਤੋਂ ਪਹਿਲਾਂ ਮੈਂ ਹੋਰ ਦੂਸਰੇ ਮੁੱਦਿਆਂ ਤੇ ਜਾਵਾਂ। ਯਾਨੀ ਜੇ ਇਸ ਸਵਾਲ 'ਚੋਂ ਇੱਕ ਸਵਾਲ ਉੱਠਦਾ ਕਿ ਜੇ ਆਮ ਆਦਮੀ ਪਾਰਟੀ ਨੇ ਇੱਕ ਪਹਿਲ ਕਦਮੀ ਕੀਤੀ ਸੀ, ਇਹਨਾਂ ਦੇ ਇੱਕ ਮਿਨਿਸਟਰ ਨੇ ਕਿਸੇ ਕੰਪਨੀ ਤੋਂ ਮੰਗਿਆ ਸੀਗਾ ਕਮਿਸ਼ਨ, ਹਾਂਜੀ, ਵਿਜੇ ਸਿੰਗਲਾ ਨੇ, ਇਹਨੇ ਉਹਨੂੰ ਜੋ ਲਾ ਦਿੱਤਾ ਮਿਨਿਸਟਰੀ ਤੋਂ, ਲੇਕਿਨ ਪਾਰਟੀ 'ਚੋਂ ਨਹੀਂ ਕੱਢਿਆ, ਹਜੇ ਨਹੀਂ ਕੱਢਿਆ, ਅਜੇ ਤੱਕ ਵੀ ਨਹੀਂ ਕੱਢਿਆ। ਇਹਨਾਂ ਦੇ ਮਿਨਿਸਟਰਾਂ ਦੇ ਜ਼ੋਰ ਸਤਿੰਦਰ ਜੈਨ ਜਿਹੜਾ
ਉਹ ਤੇ ਇਲਜ਼ਾਮ ਲੱਗੇ, ਉਹਦੇ ਕੋਲੋਂ 2 ਨੰਬਰ ਦਾ ਪੈਸਾ ਵੀ ਫੜ ਹੋਇਆ। ਹਾਂਜੀ ਸਿਸੋਦੀਆ ਤੇ ਇਲਜ਼ਾਮ ਲੱਗ ਗਏ, CBI ਦੇ ਜਾਂਚ ਦੇ ਘੇਰੇ 'ਚ ਆ, ਬਿਲਕੁਲ ਜੇਲ੍ਹ ਵੀ ਜਾ ਸਕਦਾ ਉਹ, ਬਿਲਕੁਲ ਲੇਕਿਨ ਇਹਨਾਂ ਨੇ ਕੋਈ ਐਕਸ਼ਨ ਨਹੀਂ ਲੈ ਰਿਹਾ। ਤੇ ਜਿਹੜੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਆ, ਚਾਹੇ ਉਹ ਕੋਈ ਹੋਵੇ, ਚਾਹੇ ਸਧਾਰਨ ਤੁਹਾਡੇ ਤੇ ਮੇਰੇ ਵਰਗੇ ਹੋਣ, ਬਿਲਕੁਲ ਜੀ ਉਹ ਇਹ ਗੱਲ ਕਹਿੰਦੇ ਆ ਵੀ ਇਹਨਾਂ ਨੂੰ ਚਾਂਸ ਦੇਣਾ ਚਾਹੀਦਾ। ਕੀ ਚਾਂਸ ਦੇਣਾ ਚਾਹੀਦਾ? ਜਦੋਂ ਸਾਰੇ ਖਾਣ ਲੱਗ ਪੈਣ ਉਦੋਂ ਤੱਕ, ਜਾਂ ਵੀ ਇਹ ਹੁਣੇ ਨੱਥ ਪਾਉਣੀ ਚਾਹੀਦੀ? ਫਿਰ ਤਾਂ ਪੁਰਾਣੀਆਂ ਸਰਕਾਰਾਂ ਤੇ ਇਹ ਸਰਕਾਰ 'ਚ ਫਰਕ ਹੀ ਰਹਿ ਗਿਆ। ਬਿਲਕੁਲ ਜੀ ਬਿਲਕੁਲ। ਇਹ ਨਾ ਡਾਕਟਰ ਨੇ, ਇਹਨਾਂ ਦੀ ਭਗਵੰਤ ਮਾਨ ਦੀ ਪਤਨੀ ਨੇ ਕੱਲ ਹੀ ਬਿਆਨ ਦਿੱਤਾ। ਅੱਛਾ ਜੀ। ਕੱਲ ਹੀ ਜਦੋਂ ਇਹ ਉੱਥੋਂ ਬਾਹਰ ਨਿਕਲੇ ਤੇ ਕੱਲ ਹੀ ਉਹਨੇ ਇਹ ਗੱਲ ਕਹੀ ਹੈ ਕਿ ਸਾਨੂੰ ਥੋੜਾ ਸਮਾਂ ਦਿਓ। ਹਾਂ 6 ਮਹੀਨੇ ਤੋਂ ਵੱਧ ਹੋ ਗਿਆ ਸਮਾਂ। ਬਿਲਕੁਲ 6 ਮਹੀਨੇ ਦਾ ਸਮਾਂ ਹੋ ਗਿਆ। ਤੁਸੀਂ ਕੀਤਾ ਕੀ ਆ? ਜਿਹੜੇ ਕੰਮ 2-4 ਚੰਗੇ ਕੀਤੇ ਆ ਉਹ ਤੇ ਲੋਕਾਂ ਨੇ ਤੁਹਾਨੂੰ ਸਲਾਹਿਆ ਵੀ ਆ, ਪਰ ਜੇ ਹੁਣ ਤੁਹਾਡੇ ਮੰਤਰੀ ਹਰ ਰੋਜ਼ ਆਮ ਆਦਮੀ ਪਾਰਟੀ ਦਾ ਕੋਈ ਨਾ ਕੋਈ ਮੰਤਰੀ ਜਾਂ ਕੋਈ ਨਾ ਕੋਈ ਅਧਿਕਾਰੀ ਕਰਪਟ ਆ ਰਿਹਾ ਸਾਹਮਣੇ ਹਰ ਰੋਜ਼, ਇਹ ਮੈਂ ਨਹੀਂ ਕਹਿ ਰਿਹਾ, ਅਖਬਾਰਾਂ ਕਹਿ ਰਹੀਆਂ, TV ਚੈਨਲ ਕਹਿ ਰਿਹਾ, ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਘਟਨਾ ਇਹੋ ਜਿਹੀ ਆ ਰਹੀ ਹੈ, ਕਿਤੇ ਨਾ ਕਿਤੇ ਇਹਨਾਂ ਦਾ ਬੰਦਾ ਕੋਈ ਨਾ ਕੋਈ ਕਰਪਸ਼ਨ ਦੇ ਵਿੱਚ ਆਈ ਜਾ ਰਿਹਾ। ਔਰ ਇਹ ਸਿਰਫ ਇੰਨਾ ਕਹੀ ਜਾ ਰਿਹਾ, ਅਸੀਂ ਉੱਤੇ ਐਕਸ਼ਨ ਲਵਾਂਗੇ, ਅਸੀਂ ਉਹਨੂੰ ਹਟਾਵਾਂਗੇ। ਹਟਾ ਤੁਸੀਂ ਰਹੇ ਨਹੀਂ, ਨੱਥ ਤੁਸੀਂ ਪਾ ਨਹੀਂ ਰਹੇ। ਥੋੜੇ ਕੁ ਦਿਨ ਤੁਹਾਡੇ ਮੰਤਰੀਆਂ ਨੇ ਇੱਕਦਮ ਇਦਾਂ ਐਕਸ਼ਨ ਕਰ ਲਏ ਸੀਗੇ ਜਿੱਦਾਂ ਮਤਲਬ ਦੁਨੀਆ ਬਦਲ ਦੇਣੀ ਆ। ਬਿਲਕੁਲ ਬਿਲਕੁਲ। ਥੋੜੇ ਮਤਲਬ ਉਹ ਐਕਸ਼ਨ ਨਹੀਂ ਸੀਗੇ, ਉਹ ਇੱਕ ਕਿਸਮ ਦੀ ਬੇਇੱਜ਼ਤੀ ਕੀਤੀ ਤੁਸੀਂ ਵੱਡੇ ਵੱਡੇ ਡਾਕਟਰਾਂ ਦੀ, ਵੱਡੇ ਵੱਡੇ ਟੀਚਰਾਂ ਦੀ, ਵੱਡੇ ਵੱਡੇ ਅਧਿਕਾਰੀਆਂ ਦੀ। ਬਿਲਕੁਲ। ਮਤਲਬ ਇੱਕ ਆਪਣਾ ਰੋਬ ਜਿਹਾ ਜਮਾ ਲਿਆ ਵੀ ਇੱਕਦਮ ਵੀ ਅਸੀਂ ਬਈ ਤੁਹਾਡੇ ਹੁਣ ਮਾਲਕ ਬਣ ਗਏ ਆ ਤੇ ਹੁਣ ਤੁਸੀਂ ਸਾਡੇ ਤੋਂ ਡਰ ਕੇ ਰਹਿਣਾ। ਬਿਲਕੁਲ। ਉਹ ਵਿਚਾਰੇ ਕਈਆਂ ਨੇ ਅਸਤੀਫੇ ਦਿੱਤੇ ਆ। ਇੱਕ ਮੈਨੂੰ ਡਾਕਟਰ ਦਾ ਹੁਣ ਨਾਂ ਨਹੀਂ ਯਾਦ ਆਉਂਦੇ ਆ, ਉਹ ਲੁਧਿਆਣੇ ਏਰੀਆ ਦੀ, ਉਹ ਬਹੁਤ ਵਧੀਆ ਡਾਕਟਰ ਸੀਗੀ, ਲੀਡ ਡਾਕਟਰ। ਉਹਨੇ ਅਸਤੀਫਾ ਦਿੱਤਾ ਔਰ ਉਹਨੇ ਆਪਣੀ ਸਟੇਟਮੈਂਟ ਦਿੱਤੀ, ਕਹਿੰਦੀ ਵੀ ਜਿੱਦਾਂ ਇਹ ਕਹਿ ਰਹੇ ਆ, ਮੈਂ ਆਪਣੇ ਬੱਚੇ ਵੀ ਸਕੂਲ ਛੱਡ ਕੇ ਆਉਣੇ ਹੁੰਦੇ ਆ, 9 ਵਜੇ ਤੋਂ 1 ਮਿੰਟ ਅਗਰ ਲੇਟ ਹੋਏ ਤੇ ਤੁਹਾਨੂੰ ਇਦਾਂ ਕੀਤਾ ਜਾਏਗਾ, ਇਦਾਂ ਕੀਤਾ ਜਾਏਗਾ। ਉਹਦੀ ਸਟੇਟਮੈਂਟ ਬਕਾਇਦਾ ਅਖਬਾਰ ਦੇ ਵਿੱਚ ਆਈ ਆ ਔਰ ਉਹਨੇ ਜਿੱਦਾਂ ਬੜੇ ਭਰੇ ਮਨ ਨਾਲ ਸਟੇਟਮੈਂਟ ਦਿੱਤੀ ਹੋਈ ਆ। ਆਪਣੇ ਮੰਤਰੀਆਂ ਦੇ ਤੁਸੀਂ ਸਕੰਜਾ ਨਹੀਂ ਕੱਸ ਰਹੇ। ਹੁਣ ਜਿੱਦਾਂ ਆਪ ਜੀ ਨੇ ਜ਼ਿਕਰ ਕੀਤਾ ਹੈ ਮਨੀਸ਼ ਸਿਸੋਦੀਆ, ਔਰ ਵਾਕਿਆ ਉੱਤੇ ਜਿੱਦਾਂ ਉਹ ਹੁਣ ਚੱਲ ਰਿਹਾ ਕੰਮ, ਉਸ ਹਿਸਾਬ ਨਾਲ ਉਹ 100% ਜੇਲ੍ਹ ਦੇ ਵਿੱਚ ਜਾਏਗਾ। ਬਿਲਕੁਲ ਬਿਲਕੁਲ। ਪਰ ਇਹਨਾਂ ਨੇ ਅੱਜ ਹੀ ਮੈਂ ਪੜ੍ਹ ਰਿਹਾ ਸੀਗਾ ਕਿ ਉਹਨੂੰ ਜੀ ਕਲੀਨ ਚਿੱਟ ਦਿੱਤੀ ਗਈ ਆ। ਨਹੀਂ, ਉਹ ਕੇਜਰੀਵਾਲ ਨੇ ਕਿਹਾ ਨਾ, ਕੇਜਰੀਵਾਲ ਨੇ, ਹਾਂਜੀ ਕੇਜਰੀਵਾਲ ਨੇ ਕਿਹਾ। ਕੇਜਰੀਵਾਲ ਤਾਂ ਸ਼ੁਰੂ ਤੋਂ ਇਦਾਂ ਕਹਿੰਦਾ ਆ ਰਿਹਾ। ਹਾਂ, ਉਹ ਆਪਣੇ ਮੰਤਰੀਆਂ ਲਈ ਤੇ ਹਮੇਸ਼ਾ ਹੀ ਉਹਨੇ ਇਹ ਗੱਲ ਕਹੀ ਹੈ ਵੀ ਕਲੀਨ ਚਿੱਟ। ਹੁਣ ਉਹ ਸਿੰਗਲਾ ਨੂੰ ਵੀ ਉਹਨੇ 100% ਇਹੀ ਕਿਹਾ ਆ ਕਿ ਕਲੀਨ ਚਿੱਟ ਹੁੰਦੇ ਕੁਝ ਉਹਨੇ ਕੋਈ ਗਲਤ ਕੰਮ ਕੀਤਾ, ਗਲਤ ਨਹੀਂ ਕੀਤਾ, ਫਿਰ ਮੈਂ ਰੈਸਟੀ ਤੇ ਕੋਈ ਲਾਇਆ। ਇਹ ਚੀਜ਼ਾਂ ਜਿਹੜੀਆਂ ਨਾ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਜਦੋਂ ਇਹ ਬਾਹਰ ਨਿਕਲਿਆ ਸੀਗਾ, ਹਾਂਜੀ, ਉਦੋਂ ਇਹ ਕਰਨੀਆਂ ਸ਼ੁਰੂ ਕਰ ਗਿਆ ਸੀ। ਇਹ ਉਦੋਂ ਪੋਲੀਟੀਕਲ ਬੰਦਾ ਬਣ ਗਿਆ ਸੀਗਾ। ਪਹਿਲਾਂ ਇਹ ਸਹੀ ਸੀ ਜਦੋਂ ਚੱਲਦਾ ਸੀ ਉਹਨਾਂ ਦੇ ਨਾਲ, ਹਾਂਜੀ, ਪਰ ਜਦੋਂ ਇਹਨੇ ਪੋਲੀਟੀਕਲ ਪਾਰਟੀ ਬਣਾ ਲਈ ਸੀ ਉਦੋਂ ਇਹ ਇਹੋ ਜਿਹੀਆਂ ਗੇਮਾਂ ਖੇਡਣੀਆਂ ਸ਼ੁਰੂ ਕਰ ਗਿਆ, ਕਿਉਂਕਿ ਪੋਲੀਟਿਕਸ ਜਿਹੜਾ ਆ ਗਿਆ ਉਹ ਇਦਾਂ ਹੈ ਨਹੀਂ ਆ। ਯਾਨੀ ਜੇ ਅੱਜ ਦੀ ਡੇਟ 'ਚ ਜਿਹੜੇ ਅੰਨੇ ਹਜ਼ਾਰੇ ਦੀ ਗੱਲ ਕੀਤੀ, ਹਾਂਜੀ, ਅੱਜ ਦੀ ਡੇਟ ਕੇਜਰੀਵਾਲ ਕਹਿੰਦਾ, ਮੈਂ ਨਹੀਂ ਕਹਿੰਦਾ, ਉਹ ਕਹਿੰਦਾ ਅੰਨਾ ਹਜ਼ਾਰੇ BJP ਦੇ ਇਸ਼ਾਰਿਆਂ ਤੇ ਮੇਰੀ ਸਰਕਾਰ ਦੇ ਵਿਰੁੱਧ ਅੰਦੋਲਨ ਕਰ ਰਿਹਾ। ਅੰਨਾ ਹਜ਼ਾਰੇ ਦੀ ਚਿੱਠੀ ਅੱਜ ਹੀ ਜਨਤਕ ਹੋਈ ਆ, ਜਿਹੜੀ ਉਹਨੂੰ ਇਹਨੇ ਕੇਜਰੀਵਾਲ ਨੂੰ ਲਿਖੀ ਆ, ਸ਼ਰਾਬ ਦੇ ਮਸਲੇ ਤੇ, ਮਨੀਸ਼ ਸਿਸੋਦੀਆ ਦੇ ਮਸਲੇ ਤੇ। ਬਿਲਕੁਲ ਬਿਲਕੁਲ। ਔਰ ਬੜੀ ਉਹਨੇ ਝਾੜ ਪਾਈ ਆ, ਉਹ ਚਿੱਠੀ ਪੜ੍ਹਿਓ ਸਾਰੇ ਜਣੇ ਕਿਤੇ, ਬੜੀ ਝਾੜ ਪਾਈ ਆ ਉਹਨੇ, ਕਿਉਂਕਿ ਅੰਨਾ ਹਜ਼ਾਰੇ ਜਿੱਦਾਂ ਵੀ ਆ ਉਸ ਬੰਦੇ ਨੇ ਉਸ ਟਾਈਮ ਦੇ ਵਿੱਚ ਇੱਕ ਅੰਦੋਲਨ ਖੜਾ ਕਰਕੇ ਪੂਰੇ ਦੇਸ਼ ਨੂੰ ਕਰ ਜਗਾ ਦਿੱਤਾ ਸੀਗਾ। ਬਿਲਕੁਲ ਬਿਲਕੁਲ। ਔਰ ਕੇਜਰੀਵਾਲ ਸਾਹਿਬ ਤੁਸੀਂ ਤਾਂ ਨਿਕਲੇ ਉੱਥੋਂ, ਔਰ ਤੁਸੀਂ ਇੱਕ ਇਮਾਨਦਾਰ ਜਗ੍ਹਾ ਤੋਂ ਨਿਕਲ ਕੇ ਬੇਈਮਾਨ ਐਡੇ ਵੱਡੇ ਬਣ ਗਏ ਹੁਣ ਇਸ ਟਾਈਮ ਕਿ ਲੋਕ ਤੁਹਾਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਆ। ਹੁਣ ਤੁਸੀਂ ਆਪਣੇ ਮੰਤਰੀਆਂ ਤੇ ਵੀ ਸਕੰਜਾ ਕੱਛੋ, ਪੰਜਾਬ ਦੇ ਵਿੱਚ ਇੰਟਰਫੇਰੈਂਸ ਕਰਨੀ ਬੰਦ ਕਰ ਦਿਓ। ਜਿਵੇਂ ਅੰਕਲ ਜੀ ਹੁਣਾਂ ਨੇ ਹੁਣੇ ਆਖਿਆ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਗਵਰਨਮੈਂਟ ਖੁਦ ਫੈਸਲੇ ਲਵੇ। ਬਿਲਕੁਲ ਬਿਲਕੁਲ। ਕਿਉਂ ਤੁਸੀਂ ਪੰਜਾਬ ਦੇ ਇੰਟਰਫੇਰੈਂਸ ਕਰ ਰਹੇ ਹੋ? ਤੁਸੀਂ ਆਪਣੇ ਦਿੱਲੀ ਵਾਲੇ ਮੰਤਰੀਆਂ ਨੂੰ ਸੰਭਾਲੋ। ਤੁਹਾਡਾ ਜੇ ਮਨੀਸ਼ ਸਿਸੋਦੀਆ ਤੇ ਇਲਜ਼ਾਮ ਲੱਗਾ, ਇੱਕ ਕਿਸਮ ਦਾ ਕੇਜਰੀਵਾਲ ਤੇ ਲੱਗਾ, ਕਿਉਂਕਿ ਉਹ ਦੋਨੋਂ ਆਪਣੇ ਆਪ ਨੂੰ ਇੱਕ ਸਮਝਦੇ ਆ। ਬਿਲਕੁਲ ਬਿਲਕੁਲ। ਉਹ ਦੋਨੋਂ ਇੱਕ ਸਮਝਦੇ ਆ ਔਰ ਉਹ ਦੋਨੋਂ ਹੀ ਇੱਕ ਕਿਸਮ ਦੀ ਪਾਰਟੀ ਹੈ, ਆਮ ਆਦਮੀ ਪਾਰਟੀ। ਜੇ ਉਹ ਪਾਰਟੀ ਬਣੀ ਹੈ ਤੇ ਇਹ ਦੋਨਾਂ ਬੰਦਿਆਂ ਦੇ ਬਦੌਲਤ ਹੀ ਬਣੀ ਆ, ਔਰ ਇਹ ਦੋਨੋਂ ਬੰਦੇ ਹੀ ਪਾਰਟੀ ਚਲਾ ਰਹੇ ਆ, ਔਰ ਇਹਨਾਂ ਤੋਂ ਬਿਨਾਂ ਕਹਿ ਰਹੇ ਕਿ ਪਾਰਟੀ ਹੈ ਵੀ ਨਹੀਂ। ਔਰ ਜੇ ਮਨੀਸ਼ ਸਿਸੋਦੀਆ ਜੇ ਕਿ 100% ਹੋ ਹੀ ਜਾਣਾ, ਜੇ ਉਹ ਅੰਦਰ ਜਾਂਦਾ ਤੇ ਫਿਰ ਕੇਜਰੀਵਾਲ ਦਾ ਅਸਤੀਫਾ ਦੇਣਾ ਬਣਦਾ, 100%, ਤੇ ਭਗਵੰਤ ਮਾਨ ਦਾ ਵੀ ਬਣਦਾ। ਜੇ ਗੱਲ ਕਰਦੇ ਆ ਇੱਕ ਦਿੱਲੀ ਦਾ ਗ੍ਰਹਿ ਮੰਤਰੀ, ਦਿੱਲੀ ਦਾ ਡਿਪਟੀ ਮੁੱਖ ਮੰਤਰੀ, ਉਹ ਤੇ ਇਲਜ਼ਾਮ ਲੱਗੇ ਆ, ਉਹਦੇ ਲਈ ਆਪਾਂ ਕਹਿੰਦੇ ਆ ਜਾਂ ਹੋਰ ਮੀਡੀਆ ਵਾਲੇ ਕਹਿੰਦੇ ਆ ਕਿ ਉਹ ਜੇ ਸਾਬਤ ਹੋ ਗਏ ਜੇ ਤੇ ਉਹ ਅੰਦਰ ਜਾਊਗਾ। ਸਾਹਮਣ ਆਏ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ, ਕਿਉਂਕਿ ਉਹ ਗ੍ਰਹਿ ਮੰਤਰੀ ਵੀ ਸੀ ਉਸ ਸਮੇਂ ਜਦੋਂ ਕੋਟਕਪੂਰੇ ਗੋਲੀ ਚੱਲੀ। ਉਹਨਾਂ ਨੂੰ ਸਾਹਮਣ ਆਏ, ਕੀ ਇਹ ਸਾਹਮਣ ਆਉਣ ਨਾਲ ਇੱਕ ਉਹਨਾਂ ਦਾ ਇਲਜ਼ਾਮ ਸਿੱਧ ਹੋਇਆ ਜਾਂ ਇਹ ਇੱਕ ਉਹਨਾਂ ਦੀ ਸਿਰਫ ਉਹਨਾਂ ਤੋਂ ਇੰਟਰਵਿਊ ਲਈ ਜਾਵੇਗੀ? ਦੇਖੋ, ਇਸ ਗੱਲ ਤੋਂ ਪਹਿਲਾਂ ਮੈਂ ਇਹਨਾਂ ਦੀ ਗੱਲ ਦੇ ਨਾਲ ਇੱਕ ਰਿਲੇਟਡ ਗੱਲ ਕਹਿਣੀ ਚਾਹੁੰਦਾ। ਹਾਂਜੀ, ਸਾਹਮਣਾ ਵਾਲੀ ਗੱਲ ਬਾਅਦ ਚ ਕਰ। ਚਲੋ।
ਮੈਂ ਕਿਤਾਬ ਪੜ੍ਹ ਰਿਹਾ ਸੀ, ਸਾਚੀ ਸਾਖੀ, ਸਰਦਾਰ ਕਰਪੂਰ ਸਿੰਘ ਦੀ ਲਿਖੀ ਹੋਈ ਸੀ। ਉਹਦੇ ਵਿੱਚ ਪਹਿਲਾ ਜਿਹੜਾ ਚੀਫ ਮਿਨਿਸਟਰ ਬਣਾਇਆ ਸੀ ਤ੍ਰਿਵੇਦੀ, ਉਹਦਾ ਨਾਂ ਸੀ। ਪੂਰਾ ਨਾਂ ਪਹਿਲਾਂ ਨਹੀਂ ਮੈਨੂੰ ਕਿੱਥੇ ਬਣਾਇਆ ਸੀ? ਹਾਂ, ਕਿੱਥੇ? ਪੰਜਾਬ ਦਾ ਪਹਿਲਾ ਚੀਫ ਮਿਨਿਸਟਰ ਤ੍ਰਿਵੇਦੀ ਬਣਿਆ ਸੀ ਨਹਿਰੂ ਹੋਣਾ ਦੇ ਵੇਲੇ 1947 ਤੋਂ ਬਾਅਦ। ਹਾਂ, ਪਹਿਲਾ ਚੀਫ ਮਿਨਿਸਟਰ ਨਹੀਂ, ਜਿਹੜਾ ਪਹਿਲਾਂ ਸਭ ਤੋਂ ਬਣਿਆ ਸੀ ਉਹ ਭੀਮ ਚੰਦ ਸੱਚਰ ਸੀ। ਨਹੀਂ, ਉਦੋਂ ਪਹਿਲਾਂ ਜਦੋਂ ਆਜ਼ਾਦ ਹੋਇਆ ਮੁਲਕ, ਇਹਨੂੰ ਤ੍ਰਿਵੇਦੀ ਨੇ ਬਣਾਇਆ। ਉਹਨੇ ਉੱਥੇ ਮੈਂ ਉਦੋਂ ਜਿਹੜੀ ਗੱਲ ਲਿਖੀ ਆ ਹਨੇ ਕਪੂਰ ਸਿੰਘ ਨੇ, ਉਹਨੇ ਆਪਣੀ ਹੱਡ ਬੀਤੀ ਲਿਖੀ ਆ। ਉਹ ਕਹਿੰਦਾ ਮੈਨੂੰ ਇਹਨਾਂ ਨੇ ਇੱਕ ਹੁਕਮ ਦਿੱਤਾ ਸੀਗਾ ਵੀ ਅਸੀਂ ਉੱਥੋਂ, ਸਾਡਾ ਪਰਿਵਾਰ ਉੱਥੋਂ ਉੱਜੜ ਕੇ ਆਇਆ, ਹਨਾ, ਅਸੀਂ ਤਾਂ ਉਸ ਗੱਲੋਂ ਵੀ ਦੁਖੀ ਸੀ, ਤੇ ਇੱਥੇ ਆਉਂਦਿਆਂ ਨੂੰ ਮੈਨੂੰ ਜਿਹੜਾ ਨੋਟਿਸ ਦਿੱਤਾ ਗਿਆ ਵੀ ਤੂੰ ਸਿੱਖੀ ਦੀ ਗੱਲ ਕਰਦਾ ਹੈ, ਹਨਾ, ਤੇ ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਗੁਲਾਮ ਅਤੇ ਰਾਜ ਕਰਨ ਵਾਲਾ, ਜਿਹੜਾ ਰਾਜੇ ਤੇ ਗੁਲਾਮ ਦੇ ਵਿੱਚ ਫਰਕ ਕੀ ਆ। ਬਿਲਕੁਲ ਬਿਲਕੁਲ। ਹਨਾ, ਅੱਜ ਜਿਹੜੀ ਗੱਲ ਹੋ ਰਹੀ ਆ ਨਾ ਪੰਜਾਬ ਦੇ ਵਿੱਚ, ਉਹ ਗੁਲਾਮ ਤੇ ਰਾਜ ਦੀ ਗੱਲ ਹੋ ਰਹੀ ਆ। ਜਿਹੜੀ ਸੈਂਟਰ ਦੇ ਵਿੱਚ, ਸੈਂਟਰ ਤੁਹਾਨੂੰ ਚਾਹੇ ਉਹ ਕਿਸੇ ਵੀ ਪਾਰਟੀ ਦਾ ਰਾਜ ਹੋਵੇ, ਬਿਲਕੁਲ, ਉਹ ਸੈਂਟਰ ਤੁਹਾਨੂੰ ਜਿਤਾ ਰਿਹਾ ਕਿ ਤੁਸੀਂ ਗੁਲਾਮ ਹੈ, ਅਸੀਂ ਰਾਜੇ ਹਾਂ ਇਸ ਮੁਲਕ ਦੇ। ਹਾਂਜੀ, ਬਾਕੀ ਦੂਸਰੀ ਗੱਲ ਜਿਹੜੀ ਤੁਸੀਂ ਸੰਮਣਾ ਦੀ ਗੱਲ ਕੀਤੀ ਹੈਗੀ, ਹੁਣ ਆਪਾਂ ਉਹਦੇ ਤੇ ਆਉਂਦੇ ਹਾਂ। ਜਿਹੜੇ ਸੰਮਣ ਭੇਜੇ ਜਾਂਦੇ ਹਨ, ਹਾਂਜੀ, ਉਹਦਾ ਉੱਥੇ ਤੁਸੀਂ ਸੰਮਣਾ ਦੇ ਨਾਲ ਤੁਸੀਂ ਹਾਜ਼ਰੀ ਭਰਨੀ ਹੁੰਦੀ ਆ। ਉਹਦੇ ਤੇ ਇਹ ਨਹੀਂ ਹੁੰਦਾ ਵੀ ਤੁਹਾਨੂੰ ਜੇਲ੍ਹ ਹੋ ਗਈ ਜਾਂ ਕੁਛ ਹੋ ਗਿਆ, ਹਾਂਜੀ। ਤਾਂ ਉਹ ਜਦੋਂ ਹਾਜ਼ਰੀ ਭਰ ਕੇ ਬਾਅਦ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਉੱਥੇ ਜੱਜਾਂ ਨੇ ਫੈਸਲਾ ਕਰਨਾ ਹੁੰਦਾ, ਲੌਂਗ ਟਰਮ ਪ੍ਰੋਸੈਸ ਹੁੰਦਾ, ਹਾਂਜੀ। ਪਰ ਗੱਲ ਇਹ ਹੈਗੀ ਆ ਬਈ ਜੇ ਅਸੀਂ ਅੱਜ ਇੱਕ ਪਾਸੇ ਦੇ ਇੱਕ ਜਥੇਬੰਦੀ ਦੇ ਜਾਂ ਇੱਕ ਪਾਰਟੀ ਦੇ ਲੀਡਰ ਨੂੰ ਜਾਂ ਉਸ ਦੇ ਮੁਖੀ ਨੂੰ ਸੰਮਣ ਭੇਜਦੇ ਆ, ਤੇ ਦੂਸਰੇ ਪਾਸੇ ਦੇ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਸਕਰੀਨ ਚਿੱਟ ਦਿੰਦੇ ਆ, ਇਹ ਦੋ ਗੱਲਾਂ ਨਹੀਂ ਚੱਲਣੀਆਂ ਚਾਹੀਦੀਆਂ। ਪਰ ਚੱਲ ਇੱਥੇ ਇਹ ਰਹੀਆਂ ਹੈਗੀਆਂ, ਕਿਉਂਕਿ ਜਿੰਨਾ ਚਿਰ ਤੱਕ ਅਸੀਂ ਜਿਹੜਾ ਸੈਂਟਰ ਆ ਉਹ ਸਟੇਟਾਂ ਨੂੰ ਪੂਰਨ ਅਖਤਿਆਰ ਨਹੀਂ ਦਿੰਦਾ, ਇਹ ਗੱਲ ਹੁੰਦੀ ਆ ਰਹੀ ਆ ਪਹਿਲੇ ਰਾਜਾਂ ਦੇ ਵਿੱਚ ਵੀ, ਹਾਂਜੀ। ਕੋਈ ਕਿਹੜਾ ਮਰਜ਼ੀ ਚੀਫ ਮਿਨਿਸਟਰ ਬਣ ਜਾਵੇ, ਉਹਨੂੰ ਉਹੀ ਗੱਲ ਕਬੂਲ ਕਰਨੀ ਪੈਂਦੀ, ਕਿਉਂਕਿ ਸੰਵਿਧਾਨ ਦੀ ਜਦੋਂ ਸਹੁੰ ਚੱਕਦੇ ਆ, ਉਹ ਕਹਿੰਦੇ ਆ ਸੰਵਿਧਾਨ ਦੀ ਸਹੁੰ ਚੱਕ ਕੇ ਵੀ ਭਾਈ ਅਸੀਂ ਇਸ ਸੰਵਿਧਾਨ ਦੇ ਮੁਤਾਬਕ ਕੰਮ ਕਰਾਂਗੇ। ਤੇ ਪਰ ਉਹਦੇ ਵਿੱਚ ਇਹ ਹੈਗਾ ਵੀ ਜਿਹੜਾ ਸੈਂਟਰ ਦਾ ਕੁੰਡਾ ਹੈਗਾ ਉਹ ਹਰ ਇੱਕ ਦੇ ਉੱਤੇ ਲਟਕਦਾ ਰਿਹਾ, ਤੇ ਹੁਣ ਵੀ ਇਹਨਾਂ ਦੇ ਉੱਤੇ ਲਟਕਦਾ। ਇਹਨਾਂ ਦੀ ਮੈਜੋਰਟੀ ਹੈਗੀ 92 ਦੀ, ਹਾਂਜੀ ਹਾਂਜੀ ਹਾਂਜੀ। ਤੇ ਹੁਣ ਇਹਨਾਂ ਨੂੰ ਚਾਹੀਦਾ ਤਾਂ ਇਹ ਹੈਗਾ ਵੀ ਜਿਹੜਾ ਉਹ ਕੁੰਡਾ ਹੈ ਉਹਨੂੰ ਲਾ ਕੇ ਆਪਣੇ ਪੰਜਾਬ ਦੇ ਭਲੇ ਲਈ ਆਪ ਫੈਸਲੇ ਲੈਣ, ਤਾਂ ਹੀ ਕੋਈ ਜਨਤਾ ਦਾ ਫਾਇਦਾ ਹੋ ਸਕਦਾ। ਜਿੰਨਾ ਚਿਰ ਉਹ ਕੁੰਡਾ ਨਹੀਂ ਨਾ ਹਟਦਾ ਦਿੱਲੀ ਵਾਲਾ ਤੇ ਕੇਜਰੀਵਾਲ ਵਾਲਾ, ਉਹਨਾਂ ਚਿਰ ਇਹ ਜਿਹੜੀ ਆਪਣੀ ਪੰਜਾਬ ਦੀ ਮਾਇਆ ਹੈ ਉਹ ਦਿੱਲੀ ਦੇ ਰਾਹੀਂ ਜਾ ਕੇ ਦੂਸਰੇ ਸੂਬਿਆਂ ਦੇ ਇਲੈਕਸ਼ਨਾਂ ਵਿੱਚ ਵਰਤੀ ਜਾਂਦੀ ਆ ਔਰ ਵਰਤੀ ਜਾਵੇਗੀ। ਜੇ ਤੁਸੀਂ ਚਲੋ ਮੈਂ ਵੈਸੇ ਤਾਂ ਗਿਆਨੀ ਜੀ ਨੂੰ ਸਵਾਲ ਪੁੱਛਣਾ ਸੀ ਇਦੂ ਗਾਂ ਦਾ, ਲੇਕਿਨ ਇਹਦੇ ਵਿੱਚ ਮੈਂ ਇੱਕ ਗੱਲ ਕਰਦਾ ਜਾਵਾਂ। ਹਾਂਜੀ ਹਾਂਜੀ। ਕੇਜਰੀਵਾਲ ਇੱਕ ਪਾਰਟੀ ਦਾ ਸੁਪਰੀਮੋ ਆ। ਹਾਂਜੀ। ਕੇਜਰੀਵਾਲ ਭਾਰਤ ਦੇ ਇੱਕ ਸਟੇਟ ਦਾ ਮੁੱਖ ਮੰਤਰੀ ਆ। ਹਾਂਜੀ। ਦਿੱਲੀ ਜਿੱਥੇ ਕਿਤੇ 70 ਸੀਟਾਂ ਹੁੰਦੀਆਂ, ਐਮਐਲਏ 70 ਐਮਐਲਏ ਖੜੋਤੇ ਨਾ, ਉਹਨਾਂ ਦਾ ਐਮਐਲਏ ਆ। ਸਿਕਿਉਰਿਟੀ ਉਹਨੇ ਲਈ ਜੈਡ ਸ਼੍ਰੇਣੀ ਦੀ ਸਿਕਿਉਰਿਟੀ ਲਈ ਪੰਜਾਬ ਕੋਲੋਂ। ਜਦੋਂ ਪਟੀਸ਼ਨ ਪਈ ਉਹਦੇ ਵਿਰੁੱਧ, ਉਹ ਸਿਕਿਉਰਿਟੀ ਵਾਪਸ ਵੀ ਹੋ ਗਈ। ਦਿੱਲੀ ਸਰਕਾਰ ਤੇ ਕਿਉਂ ਨਹੀਂ ਖਰਚੇ ਦਾ ਬੋਝ ਪਾਇਆ ਜਾਂਦਾ, ਹਨਾ? ਇਹ ਗੱਲਾਂ ਸੋਚਣ ਵਾਲੀਆਂ। ਗਿਆਨੀ ਜੀ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ, ਜੇ ਆਪਾਂ ਗੱਲ ਕਰਦੇ ਹਾਂ ਸੰਮਣ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਆਏ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਏ, ਜਿਸ ਤਰ੍ਹਾਂ ਇਹਨਾਂ ਨੇ ਵੀ ਦੱਸਿਆ, ਉਹ ਇੱਕ ਹੁੰਦਾ ਵੀ ਇੱਕ ਗਵਾਹ ਦੇ ਤੌਰ ਤੇ ਤੁਸੀਂ ਜਾਣਾ। ਹਾਂਜੀ। ਗਵਾਹ ਨੇ ਤੁਹਾਡੇ ਮੋਹਰੇ ਬੈਠੀ ਟੀਮ ਨੇ ਤੁਹਾਡੇ ਕੋਲੋਂ ਬਿਆਨ ਲੈਣੇ ਆ, ਤੁਸੀਂ ਉਹਨੂੰ ਜਿਹੜੀ SIT ਬਣਾਈ ਆ ਉਹਨੂੰ ਤੁਸੀਂ ਬਿਆਨ ਦਿੱਤੇ ਆਪਣੇ, ਉਹਨੇ ਦਰਜ ਕਰ ਲੈਣੇ ਆ। ਆਉਣ ਵਾਲੇ ਸਮੇਂ 'ਚ ਤੁਹਾਡੀ ਲੋੜ ਪਊਗੀ ਉਹਨਾਂ ਨੂੰ ਸੱਦਣ ਦੀ, ਨਹੀਂ ਪਊਗੀ, ਕਿੰਨੇ ਸਾਲ ਲੱਗਣਗੇ ਕਿੰਨੇ ਲੱਗਣਗੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਬਿਲਕੁਲ। ਲੇਕਿਨ ਕਈ ਲੋਕੀ ਮੀਡੀਆ ਤੇ ਇਹ ਗੱਲਾਂ ਪਾ ਰਹੇ ਆ ਕਿ ਹੁਣ ਸੁਖਬੀਰ ਬਾਦਲ ਨੂੰ ਭਗਵੰਤ ਮਾਨ ਨੇ ਫੜ ਕੇ ਅੰਦਰ ਦੇ ਦਿੱਤਾ, ਇਹਦੇ 'ਚ ਕਿੰਨੀ ਕੁ ਸੱਚਾਈ ਆ? ਇਹ ਤਾਂ ਹੁਣ ਇਦਾਂ ਹੱਸਣ ਵਾਲੀ ਗੱਲ ਹੀ ਆ ਵੇਖ ਪਹਿਲਾਂ ਦੇ, ਕਿਉਂਕਿ ਜਿੱਦਣ ਭਗਵੰਤ ਮਾਨ ਨੇ ਥੋੜ੍ਹੇ ਕੁ ਦਿਨ ਪਹਿਲਾਂ ਜਦੋਂ ਚੱਲ ਰਿਹਾ ਸੀਗਾ ਇਹਨਾਂ ਦਾ ਉੱਥੇ ਇਜਲਾਸ ਚੱਲ ਰਿਹਾ ਸੀਗਾ ਅੰਦਰ ਪਾਰਲੀਮੈਂਟ 'ਚ ਆਪਣਾ, ਉੱਥੇ ਕਹਿ ਰਿਹਾ ਸੀਗਾ ਭਗਵੰਤ ਮਾਨ ਵੀ ਆਉਣ ਵਾਲੇ ਕਹਿੰਦੇ ਆ ਅਕਾਲੀ ਦਲ ਵਾਲੇ ਜਾਂ ਕਾਂਗਰਸ ਵਾਲੇ ਕਿ ਪੈਸੇ ਕਿੱਥੋਂ ਆਉਣਗੇ, ਤੁਸੀਂ ਇੰਨੇ ਕਹੀ ਜਾ ਰਹੇ ਹੋ ਪੈਸੇ ਕਿੱਥੋਂ ਆਉਣਗੇ, ਤੇ ਕਹਿ ਰਿਹਾ ਕਿ ਪੈਸੇ ਆਉਣਗੇ ਤੁਹਾਡੀਆਂ ਜੇਬਾਂ 'ਚੋਂ, ਪੁਰਾਣੀਆਂ ਗੌਰਮੈਂਟ ਦੀਆਂ, ਜਿਹੜੇ ਮੰਤਰੀ ਆ ਜਾਂ ਮੁੱਖ ਮੰਤਰੀ ਆ ਜਾਂ ਸਾਬਕਾ ਮੰਤਰੀ ਨੇ ਵੀ, ਤੁਹਾਡੀਆਂ ਜੇਬਾਂ 'ਚੋਂ ਹੌਲੀ ਹੌਲੀ ਸਾਰੇ ਰਗੜੇ ਜਾਣਗੇ। ਮੈਂ ਪੇਪਰ ਕਢਾ ਰਿਹਾ,
ਉਹ ਇਦਾਂ ਗੱਲ ਕਰ ਰਿਹਾ ਸੀ ਵੀ ਜਿੱਦਾਂ ਮਤਲਬ ਇੱਕ ਬੰਦਾ ਰੱਬ ਨਹੀਂ ਬਣ ਜਾਂਦਾ। ਬਿਲਕੁਲ ਬਿਲਕੁਲ। ਭਗਵੰਤ ਮਾਨ ਸਾਹਿਬ ਤੁਹਾਡੀ ਬੜੀ ਇੱਜ਼ਤ ਅਸੀਂ ਕਰਦੇ ਹਾਂ ਕਿਉਂਕਿ ਉਮੀਦਾਂ ਤੁਹਾਡੇ ਤੋਂ ਬਹੁਤ ਨੇ, ਪਰ ਤੁਸੀਂ ਇੱਕ ਜੈਲਸੀ ਵਾਲੀ ਭਾਵਨਾ ਲੈ ਕੇ ਚੱਲ ਰਹੇ ਹੋ, ਤੁਸੀਂ ਇੱਕ ਈਰਖਾ ਵਾਲੀ ਭਾਵਨਾ ਲੈ ਕੇ ਚੱਲ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਮੈਂ ਹੁਣ ਪਹਿਲਾਂ ਵਿਕਰਮ ਮਜੀਠੀਆ ਨੂੰ ਫਸਾਇਆ, ਨਵਜੋਤ ਸਿੱਧੂ ਨੂੰ ਫਸਾਇਆ, ਆਪ ਦੂਜਾ ਜਿਹੜਾ ਭਾਰਤ ਭੂਸ਼ਣ ਫਸਿਆ ਆ ਆਸ਼ੂ ਉਹਦਾ ਸਾਰਾ ਕੁਝ ਉਹਦਾ ਸਾਹਮਣੇ ਆ ਗਿਆ ਕਿ ਫਸ ਗਿਆ, ਬਾਕੀ ਉਹਦਾ ਜੋ ਘੁਟਾਲੇ ਕੀਤੇ ਤੁਸੀਂ ਬਾਰ-ਬਾਰ ਤੁਸੀਂ ਹਾਂਜੀ ਬਾਰ-ਬਾਰ ਤੁਸੀਂ ਇਹ ਗੱਲਾਂ ਕਰ ਰਹੇ ਹੋ। ਤੁਸੀਂ ਸਾਰੀਆਂ ਪੁਰਾਣੇ ਸਾਬਕਾ ਜਿੰਨੇ ਵੀ ਮੰਤਰੀ ਰਹੇ ਆ ਉਹਨਾਂ ਦੀਆਂ ਗੱਲਾਂ ਕਰੀ ਜਾ ਰਹੇ ਕਿ ਮੈਂ ਉਹਨੂੰ ਵੀ ਫਸਾਉਣਾ। ਤੁਸੀਂ ਨਾ ਉਹਨਾਂ ਦੇ ਲੈ ਰਹੇ ਹੋ ਜਿਹੜੇ ਬੰਦੇ ਆ ਤੁਹਾਡੇ ਖਿਲਾਫ ਬੋਲਦੇ ਰਹੇ ਸੀ ਜਾਂ ਜਿਹਨਾਂ ਦੇ ਖਿਲਾਫ ਤੁਸੀਂ ਬੋਲਦੇ ਰਹੇ ਸੀ। ਬਿਲਕੁਲ। ਚਾਹੇ ਉਹ ਸੁਖਬੀਰ ਬਾਦਲ ਹੋਣ, ਚਾਹੇ ਉਹ ਮਜੀਠੀਆ ਸੀ, ਚਾਹੇ ਨਵਜੋਤ ਸਿੱਧੂ ਸੀ, ਚਾਹੇ ਹੋਰ ਦੂਜੇ ਤੀਜੇ ਜਿੰਨੇ ਵੀ ਜਿਹੜੇ ਤੁਹਾਡੇ ਖਿਲਾਫ ਬੋਲਦੇ ਰਹੇ ਸੀ। ਬਾਕੀ ਹੋਰ ਇੰਨੇ ਮੰਤਰੀ ਆ ਜਿਨ੍ਹਾਂ ਦੇ ਘੁਟਾਲੇ ਹੋਏ ਹੋਣਗੇ, ਤੁਸੀਂ ਉਹਨਾਂ ਦਾ ਨਾਂ ਕਿਉਂ ਨਹੀਂ ਲੈ ਰਹੇ? ਬਿਲਕੁਲ। ਤੁਸੀਂ ਸਿਰਫ ਤੇ ਸਿਰਫ ਇੱਕ ਈਰਖਾ ਆਪਣੀ ਕੱਢ ਰਹੇ ਹੋ ਔਰ ਉਹਦੇ 'ਚ ਭਾਵੇਂ ਪੰਜਾਬ ਦਾ ਕਰੋੜਾਂ ਰੁਪਈਆ ਖਰਚਾ ਹੋ ਜੇ, ਮੁੜ ਕੇ ਨਿਕਲੇ ਭਾਵੇਂ ਕੱਖ ਵੀ ਨਾ ਮਿਲਣ, ਭਾਵੇਂ ਕਲੀਨ ਚਿੱਟਾਂ ਸਾਰਿਆਂ ਨੂੰ। ਬਿਲਕੁਲ। ਪਰ ਇੱਕ ਵਾਰੀ ਤੁਸੀਂ ਆਪਣਾ ਜ਼ੋਰ ਲਾ ਕੇ ਇਹ ਪੰਜਾਬ ਦਾ ਪੈਸਾ ਬਰਬਾਦ ਕਰਨਾ ਹੀ ਕਰਨਾ ਹੈ। ਇਸ ਪਾਸੇ ਕਿਉਂ ਪੈ ਰਹੇ ਹੋ ਤੁਸੀਂ? ਤੁਸੀਂ ਆਏ ਸੀ ਪੰਜਾਬ ਦਾ ਭਲਾ ਕਰਨ ਵਾਸਤੇ, ਤੁਹਾਡੇ ਤੋਂ ਉਮੀਦਾਂ ਸੀ ਲੋਕਾਂ ਨੂੰ। ਸਮੇਂ ਦੇ ਨਾਲ ਜੋ ਨਿਕਲਦਾ ਆਏਗਾ ਉਹ ਗੱਲ ਵੱਖਰੀ ਆ। ਪਰ ਤੁਸੀਂ ਸੁਖਬੀਰ ਬਾਦਲ ਨੂੰ ਕਹਿ ਰਹੇ ਹੋ ਕਿ ਮੈਂ ਹੁਣ ਫਸਾ ਦੇਣਾ, ਇਦਾਂ ਦੇ ਫਿਰ ਤੁਸੀਂ ਮਤਲਬ ਇਹ ਤਾਂ ਤੁਸੀਂ ਇੱਕ ਕਿਸਮ ਦੀ ਜੈਲਸੀ ਕਰ ਰਹੇ ਹੋ, ਈਰਖਾ ਕੱਢ ਰਹੇ ਹੋ, ਆਪਣੇ ਇਹਨੂੰ ਧਮਕੀ ਦੇ ਰਹੇ ਹੋ। ਬਰਾੜ ਸਾਹਿਬ ਜਿਹੜੀ ਗੱਲ ਕੀਤੀ ਸੁਖਬੀਰ ਬਾਦਲ ਨੂੰ ਫਸਾਉਣ ਦੀ, ਭਗਵੰਤ ਮਾਨ ਨੇ ਜਦੋਂ ਮੁੱਖ ਮੰਤਰੀ ਬਣਿਆ ਉਦੋਂ ਸਭ ਤੋਂ ਪਹਿਲਾਂ ਬਿਆਨ ਇਹਦਾ ਆਇਆ ਸੀ ਮੈਂ ਸੁਖ ਬਲਾਸ ਨੂੰ ਢਾਵਾਂਗਾ, ਨਹੀਂ ਤਾਂ ਉੱਥੇ ਪੰਜਾਬ ਦੇ ਲੋਕੀ ਜਾ ਕੇ ਮੱਝਾਂ ਗਾਵਾਂ ਬੱਕਰੀਆਂ ਬੰਨਣਗੇ। ਉਦੋਂ ਬਾਅਦ ਉਹਦੇ ਬਾਰੇ ਕੋਈ ਇਨਕੁਆਰੀ ਨਹੀਂ ਆਈ, ਉਦੋਂ ਬਾਅਦ ਉਹਦੇ ਬਾਰੇ ਕੋਈ ਉਹਦਾ ਬਿਆਨ ਨਹੀਂ ਆਇਆ। ਬੱਕਰੀਆਂ ਵਾਲਾ ਅਮਰੀਕਾ ਬਹਿ ਗਿਆ ਨਾ ਜਾ ਕੇ, ਕੀ ਗੱਲ ਹੋਈ, ਕੀ ਨਹੀਂ ਗੱਲ ਹੋਈ, ਹਨਾ? ਕਿ ਚਲੋ ਇਹ ਆਪਣੀ ਉਹਨਾਂ ਦੀ ਸੋਚਣੀ ਹੈ ਕਿ ਕਿਹਨੂੰ ਢਾਉਂਦਾ ਕਿਹਨੂੰ ਨਹੀਂ ਢਾਉਂਦਾ। ਲੇਕਿਨ ਇਹ ਸਾਰੀਆਂ ਜਿੱਦਾਂ ਗਿਆਨੀ ਹਰਦੀਪ ਸਿੰਘ ਨੇ ਵੀ ਕਿਹਾ, ਜੇ ਆਪਾਂ ਇੱਕ ਦੂਜੇ ਨਾਲ ਸਰਕਾਰ ਹੋਵੇ, ਚਾਹੇ ਆਪਾਂ ਤਿੰਨੇ ਇੱਕ ਦੂਜੇ ਨਾਲ ਜਿੱਦਾਂ ਕਰੀਏ ਕਿ ਮੈਂ ਇਹਦੀ ਗੱਲ ਨਹੀਂ ਮੰਨਣੀ, ਉਹਨੇ ਉਹਦੀ ਨਹੀਂ ਮੰਨਣੀ, ਇਹ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜੋ ਨਿਆਣਿਆਂ ਦੇ ਰਿਜ਼ਲਟ ਆਏ ਸੀ ਉਹ ਦਿੱਲੀ ਦੇ ਸਕੂਲਾਂ ਨਾਲ ਵਧੀਆ ਆਏ ਸੀਗੇ। ਤੇ ਉਹਨੂੰ ਕਿਉਂ ਨਹੀਂ ਅਪਣਾਇਆ ਜਾਂਦਾ? ਕਿਉਂਕਿ ਪਿਛਲੀ ਸਰਕਾਰ ਨੂੰ ਜਾਂਦਾ ਸੀਗਾ ਕ੍ਰੈਡਿਟ। ਗਾਂ ਆਉਣ ਵਾਲੇ ਸਮੇਂ 'ਚ ਕੀ ਪੰਜਾਬ ਦੇ ਸਕੂਲਾਂ ਲਈ, ਕੀ ਡਾਕਟਰੀ ਲਈ, ਹਸਪੀਟਲਾਂ ਲਈ, ਜਾਂ ਪੰਜਾਬ ਦੀਆਂ ਹੋਰ ਭਲਾਈ ਦੇ ਕੰਮਾਂ ਲਈ, ਚਾਹੇ ਉਹ ਸੜਕਾਂ ਦੇ ਹੋਣ, ਚਾਹੇ ਸੜਕਾਂ 'ਤੇ ਹੁੰਦੇ ਐਕਸੀਡੈਂਟਾਂ ਦੀ ਗੱਲ ਹੋਵੇ, ਉਹਨਾਂ ਬਾਰੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਜਾਂ ਜੈਦਬਾਜ਼ੀ ਕਰਨੀ ਚਾਹੀਦੀ ਹੈ? ਦੇਖੋ ਜੀ, ਸਾਡੀ ਪਤਾ ਨਹੀਂ ਪੰਜਾਬ ਦੇ ਵਿੱਚ ਨੇਚਰ ਕਿਹੋ ਜਿਹੀ ਆ। ਹਾਂਜੀ, ਅਸੀਂ ਖੁੰਦਕ ਨਹੀਂ ਛੱਡਦੇ। ਅੱਛਾ, ਸਹੀ ਗੱਲ ਆ। ਹਾਂਜੀ, ਖਾਸ ਕਰ ਮਲਵਈ ਅਸੀਂ ਉਹ ਸਦੀਆਂ ਦੀ ਖੁੰਦਕ, ਇੱਕ ਦੂਜੇ ਨਾਲ ਜਿਹੜਾ ਸਾਡਾ ਸਰੀਕਾ ਨਾ ਗੁਆਂਢ, ਹਾਂਜੀ, ਆਪਣੇ ਰੌਲਾ ਪੈਂਦਾ ਹੁੰਦਾ ਪਿੰਡਾਂ ਦੇ ਵਿੱਚ ਆਮ, ਜਿਹਦੇ ਨਾਲ ਕਿਸੇ ਦਾ ਖੇਤ ਲੱਗਦਾ ਜਾਂ ਘਰ ਦੀ ਕੰਧ ਲੱਗਦੀ ਆ, ਬਿਲਕੁਲ, ਜਾਂ ਸਕਾ ਭੈਣ ਭਰਾ ਹੈ ਉਹਦੇ ਨਾਲ ਹੀ ਲੱਗਣੀ ਆ। ਹਾਂਜੀ, ਤਾਂ ਉਹਨਾਂ ਨਾਲ ਹੀ ਸਾਡੀ ਜੈਲਸ ਹੁੰਦੀ ਆ। ਤੇ ਜੇ ਇੱਕ ਪਾਸੇ ਦਾ ਕਤਲ ਹੋ ਗਿਆ ਤੇ ਦੂਸਰੇ ਪਾਸੇ ਵਾਲਾ ਲਾਜ਼ਮੀ ਆ, ਥੋੜੇ ਅਰਸੇ ਬਾਅਦ ਜ਼ਰੂਰ ਹੁੰਦਾ ਸੀਗਾ। ਹਾਂਜੀ ਹਾਂਜੀ, ਇਹ ਮੁੱਢ ਤੋਂ ਚੱਲੀ ਆ ਰਹੀ ਆ। ਤੇ ਉਹ ਇਹ ਸੀਗੀ, ਅੱਗੇ ਵਿਚਾਰੇ ਪਿੰਡੂ ਅਨਪੜ੍ਹ ਲੋਕ ਹੁੰਦੇ ਸੀਗੇ, ਹਾਂਜੀ, ਹੈਨਾ, ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਸੀ। ਪਰ ਅੱਜ ਦੇ ਮੀਡੀਆ ਦੇ ਮੁਤਾਬਕ ਜਿਹੜੀ ਜੈਲਸ ਆ ਨਾ, ਹੁਣ ਇਹਨਾਂ ਪੋਲੀਟੀਕਲ ਬੰਦਿਆਂ ਦੇ ਵਿੱਚ ਆ ਗਈ ਆ। ਓਕੇ, ਹੈਨਾ, ਆਪਣਾ ਸਵਾਰਨ ਦੀ ਬਜਾਏ ਹਾਂਜੀ ਅਗਲੇ ਦੇ ਨਗੇਜ ਨੂੰ ਦਿਖਾਉਣਾ ਇਹਨਾਂ ਨੇ। ਬਿਲਕੁਲ, ਉਹਨੂੰ ਕਿਵੇਂ ਅਸੀਂ ਨੰਗਾ ਕਰ ਸਕਦੇ ਹਾਂ? ਜਿਹੜਾ ਕੁਛ ਮੈਂ ਇਹ ਨਹੀਂ ਕਹਿੰਦਾ ਵੀ ਬਾਦਲ ਸਾਹਿਬ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ, ਸਾਰਾ ਹੀ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਉਹਨਾਂ ਨੇ। ਇੰਨੀਆਂ ਵੱਡੀਆਂ ਗਲਤੀਆਂ ਮੇਰਾ ਖਿਆਲ ਆ ਵੀ ਕਿਸੇ ਹੋਰ ਨੇ ਨਹੀਂ ਕੀਤੀਆਂ ਜਿੰਨਾ ਸੀਨੀਅਰ ਬਾਦਲ ਸਾਹਿਬ ਨੇ ਕੀਤੀਆਂ। ਸੁਖਬੀਰ ਦੀ ਨਹੀਂ ਅਸੀਂ ਗੱਲ ਕਰਦੇ, ਹਨਾ, ਕਿਉਂਕਿ ਇਹਦਾ ਹਾਲੇ ਪ੍ਰਭਾਵ ਥੋੜਾ, ਪਰ ਉਹਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਜਿਹੜੀਆਂ ਸਿੱਖ ਕੌਮ ਵੱਲੋਂ ਕਦੇ ਮੁਆਫ ਨਹੀਂ ਕੀਤੀਆਂ ਜਾ ਸਕਦੀਆਂ। ਦੂਸਰੇ ਪਾਸੇ ਜਿੱਥੋਂ ਤਾਈਂ ਕੈਪਟਨ ਸਾਹਿਬ ਦਾ ਆਉਂਦਾ ਹੈ, ਉਹਨਾਂ ਨੇ ਵੀ ਜਿਹੜੀਆਂ ਗਲਤੀਆਂ ਕੀਤੀਆਂ ਬਹੁਤ ਵੱਡੀਆਂ ਕੀਤੀਆਂ, ਪਰ ਜਿਹੜੀਆਂ ਉਹਨਾਂ ਗਲਤੀਆਂ ਨੂੰ ਜੇ ਚਿਤਾਰ ਕੇ ਅਸੀਂ ਲੈਸਨ ਨਹੀਂ ਨਾ ਸਿੱਖਦੇ, ਹਾਂਜੀ, ਹਨਾ, ਤੇ ਸਾਡੇ ਵੀ ਦਰ ਫਿੱਟੇ ਮੂੰਹ ਆ, ਮੈਂ ਕਹਿੰਦਾ। ਬਿਲਕੁਲ ਬਿਲਕੁਲ, ਸਾਨੂੰ ਚਾਹੀਦਾ ਹੈ ਕਿ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਅਸੀਂ ਉਹਨਾਂ ਨੂੰ ਦੁਹਰਾਈਏ ਨਾ, ਉਹਨਾਂ ਦੇ ਜਿਹੜੀਆਂ ਗਲਤੀਆਂ ਦੇ ਨਾ ਉਹਨਾਂ ਤੇ ਪਰਦਾ ਪਾਈਏ, ਤੇ ਪਰ ਅਸੀਂ ਆਪ ਇੱਕ ਸੁਧਰੇ ਇਨਸਾਨ ਦੇ ਤੌਰ ਦੇ ਉੱਤੇ ਉਹ ਕੰਮ ਕਰੀਏ ਜਿਹੜੇ 5 ਸਾਲਾਂ ਦੇ ਵਿੱਚ ਲੋਕ ਯਾਦ ਕਰਨ ਤੇ ਆਉਣ ਵਾਲੇ ਇਲੈਕਸ਼ਨ ਵਿੱਚ ਵੀ ਤੁਹਾਨੂੰ ਜਿਤਾਉਣ।
ਪਰ ਜੇ ਨਾ ਇਹ ਸੁਧਰੇ, ਨਾ ਇਹਨਾਂ ਨੇ ਇਸ ਗੱਲ ਤੇ ਅਮਲ ਕੀਤਾ, ਤੇ ਆਉਣ ਵਾਲੇ ਸਮੇਂ ਵਿੱਚ ਜਿੰਨਾ 3 ਮਹੀਨਿਆਂ ਦੇ ਵਿੱਚ ਦੀ ਸੰਗਰੂਰ ਦੀ ਇਲੈਕਸ਼ਨ ਵਿੱਚ ਜਿਹੜਾ ਰਿਜ਼ਲਟ ਆਇਆ, ਇਸ ਤਰ੍ਹਾਂ ਲੋਕ ਅੱਜ ਕੱਲ ਬੜੇ ਸਿਆਣੇ ਆ। ਬਿਲਕੁਲ ਬਿਲਕੁਲ, ਹਨਾ। ਸਰਕਾਰੀ ਮੀਡੀਆ ਜਿੰਨਾ ਮਰਜ਼ੀ ਜ਼ੋਰ ਲਾਈ ਜਾਵੇ, ਪਰ ਜਿਹੜਾ ਸੋਸ਼ਲ ਮੀਡੀਆ ਨਾ, ਉਹਦੇ ਉੱਤੇ ਲੋਕ ਮਿੰਟ ਤੇ ਗੌਰ ਕਰ ਰਹੇ ਆ। ਹਨਾ। ਤੇ ਗੌਰਮੈਂਟ ਦਾ ਮਤਲਬ ਇਹ ਹੁੰਦਾ ਕਿ ਮਿੰਟ ਤੇ ਗੌਰ ਕਰਨੀ, ਪਰ ਇਹ ਗੌਰਮੈਂਟ ਨਹੀਂ ਮਿੰਟ ਤੇ ਗੌਰ ਕਰ ਰਹੀ, ਲੋਕ ਗੌਰ ਕਰ ਰਹੇ ਆ। ਤੇ ਇਸੇ ਕਰਕੇ ਲੇਕਿਨ ਜਿਹੜਾ ਸੋਸ਼ਲ ਮੀਡੀਆ ਦੀ ਗੱਲ ਕਰਦੇ ਤੁਸੀਂ, ਕੇਜਰੀਵਾਲ ਹੁਣ ਜਿਹੜਾ ਸੋਸ਼ਲ ਮੀਡੀਆ ਉਹਨਾਂ ਦੇ ਅੰਡਰ ਆਉਂਦਾ, ਉਹ ਤੇ ਨੇ ਆਪਣਾ ਪੂਰਾ ਕੰਟਰੋਲ ਆ। ਰਾਘਵ ਚੱਡੇ ਦੀ ਪੂਰੀ ਟੀਮ ਉਹਦੇ ਤੇ ਲੱਗੀ ਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਵਿਧਾਇਕ ਨੂੰ, ਕਿਸ ਤਰ੍ਹਾਂ ਆਪਣੇ ਮੰਤਰੀ ਨੂੰ, ਕਿਸ ਤਰ੍ਹਾਂ ਆਪਣੇ ਲੀਡਰ ਨੂੰ, ਚਾਹੇ ਉਹ ਝੂਠਾ, ਉਹਨੂੰ ਸੱਚਾ ਸਾਬਤ ਕਰਨਾ, ਜੇ ਮੀਡੀਆ ਦੀ ਗੱਲ ਕੀਤੀ ਜਾਵੇ ਨਾ। ਪਰ ਇੱਥੇ YouTube ਵੀ ਆਈ ਆ, ਬਰਾਬਰੀ ਖੜੀ ਆ ਨਾ। ਨਹੀਂ, ਉਹ ਤਾਂ ਹੈਗਾ, ਹੁੰਦਾ ਹੀ ਆ। ਲੇਕਿਨ ਜਿਹੜੀ ਤੁਸੀਂ ਵਿੱਚ ਗੱਲ ਕੀਤੀ ਬਰਾੜ ਸਾਹਿਬ, ਕਿ ਇੱਕ ਖੁੰਦਕ ਦੀ, ਇੱਕ ਪੁਰਾਣੇ ਸਮੇਂ ਦੀ, ਜੇ ਆਪਾਂ ਪੁਰਾਣੀਆਂ ਗੱਲਾਂ ਕਰਦੇ, ਜਿੱਥੇ ਤੁਸੀਂ ਬਾਦਲ ਸਾਹਿਬ ਦਾ ਕਿਹਾ, ਕਿਉਂਕਿ ਜੇ ਇੱਕ ਪਿੰਡ ਦਾ ਸਰਪੰਚ ਹੁੰਦਾ, ਉਹਦੇ ਰਾਜ ਦੇ ਵਿੱਚ, ਉਹਦੇ ਸਰਪੰਚੀ ਦੇ ਦੌਰ ਦੇ ਵਿੱਚ, ਅਗਰ ਪਿੰਡ 'ਚ ਕੋਈ ਮਾੜਾ ਕੰਮ ਹੁੰਦਾ, ਚਾਹੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਲੁੱਟੀ ਜਾਂਦੀ, ਜਾਂ ਕਿਸੇ ਗਰੀਬ ਮਾਂ ਨਾਲ ਧੱਕਾ ਹੁੰਦਾ, ਤੇ ਉਹਨੂੰ ਪਿੰਡ ਦੇ ਲੋਕ ਕਿੰਨੇ ਸਾਲ ਚਿੱਤੇ ਰੱਖਦੇ ਆ ਕਿ ਇਹਦੀ ਸਰਪੰਚੀ ਦੇ ਹੇਠ ਐਦਾਂ ਹੋਇਆ ਸੀਗਾ। ਤੇ ਜੇ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣਿਆ, ਉਹਦੀ ਸਮੇਂ ਤੇ, ਚਾਹੇ ਆਪਾਂ 78 ਵਾਲਾ ਕਾਂਡ ਲੈ ਲਈਏ, ਚਾਹੇ ਆ ਬਰਗਾੜੀ ਵਾਲੀ ਗੱਲ ਲੈ ਲਈਏ, ਜਾਂ ਤੁਸੀਂ ਕਿਹਾ ਵੀ ਹੋਰ ਅਨੇਕਾਂ ਗੱਲਾਂ, ਉਹ ਇਲਜ਼ਾਮ ਉਹਦੇ ਤੇ ਜਾਂਦਾ ਕਿਉਂਕਿ ਉਹ ਸਰਕਾਰ ਸੀ ਉਹਨਾਂ ਦੀ। ਲੇਕਿਨ ਕੈਪਟਨ ਬੇਲੀ ਵੀ ਹੋਇਆ, ਕੈਪਟਨ ਤੇ ਇਲਜ਼ਾਮ ਜਾਂਦੇ, ਜੇ ਉਹਨਾਂ ਨੇ ਗੁੱਟਕਾ ਹੱਥ 'ਚ ਫੜ ਕੇ ਸਹੁੰ ਖਾਧੀ। ਪਰ ਅੱਜ ਜਿਹੜਾ ਮੈਂ ਗਿਆਨੀ ਜੀ ਨੂੰ ਸਵਾਲ ਪੁੱਛਿਆ ਸੀ, ਇਹਨਾਂ ਨੇ ਉਹ ਜਵਾਬ ਉਹਦਾ ਨਹੀਂ ਦਿੱਤਾ। ਅੱਜ ਜਿਹੜਾ ਲੋਕੀ ਕਹਿ ਰਹੇ ਆ, ਬਹੁਤ ਗਿਣਤੀ 'ਚ ਲੋਕ ਇਹ ਕਹਿ ਰਹੇ ਆ, ਇਹਨਾਂ ਨੂੰ ਹੋਰ ਸਮਾਂ ਦੇਣਾ ਚਾਹੀਦਾ। 6 ਮਹੀਨਿਆਂ 'ਚ ਉਹਨਾਂ ਦੇ ਇੰਨੇ ਮਿਨਿਸਟਰਾਂ ਤੇ ਸਕੰਜੇ ਕੱਸੇ ਜਾਣ ਲੱਗ ਪਏ, ਉਹਨਾਂ ਨੂੰ ਆਪਣੇ ਮਿਨਿਸਟਰ ਬਰਖਾਸਤ ਕਰਨੇ ਪਏ, ਉਹਨਾਂ ਨੂੰ ਸਾਰਾ ਕੁਝ ਕਰਨਾ ਪਿਆ। ਆਪਣੀਆਂ ਗਲਤੀਆਂ ਲੁਕਾਉਣ ਦੇ ਲਈ ਉਹ ਪੁਰਾਣੀਆਂ ਪਾਰਟੀਆਂ ਦੇ ਆਗੂਆਂ ਨੂੰ ਫੜ ਅੰਦਰ ਦੇ ਰਹੇ, ਹਨਾ। ਇਹ ਨੀਤੀ ਚੰਗੀ ਆ ਜਾਂ ਮਾੜੀ? ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਹਟਿਆ ਬਈ, ਇਹਨਾਂ ਜਿਹੜੀਆਂ ਪੁਰਾਣੀਆਂ ਨੀਤੀਆਂ ਹੈਗੀਆਂ, ਉਹਨਾਂ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ ਹੈ। ਬਿਲਕੁਲ। ਤਾਂ ਉਹਦੇ ਵਿੱਚ ਸੁਧਾਰ ਕਰਕੇ ਇੱਕ ਨਵਾਂ ਮਾਡਲ ਤਿਆਰ ਕਰਕੇ ਲੋਕਾਂ ਨੂੰ ਸਰਵਿਸ ਦੇਣੀ ਚਾਹੀਦੀ ਆ। ਜਿਵੇਂ ਸਕੂਲਾਂ ਦੀ ਗੱਲ ਹੁੰਦੀ ਆ, ਉੱਥੇ ਡਾਕਟਰੀ ਸਹਾਇਤਾ ਹੋਣੀ ਚਾਹੀਦੀ ਆ, ਹਾਂਜੀ। ਉੱਥੇ ਹੋਰ ਲੋਕਾਂ ਦੀ ਬੇਰੁਜ਼ਗਾਰੀ ਦਾ ਮਸਲਾ ਹੈ, ਕਿੰਨੇ ਮਸਲੇ ਆ, ਗਿਣੀ ਜਾਓ ਤੇ ਉਂਗਲਾਂ ਥੱਕ ਜਾਂਦੀਆਂ। ਹਾਂਜੀ। ਉਹਨਾਂ ਦੇ ਵਿੱਚੋਂ ਇਹਨਾਂ ਨੂੰ ਪ੍ਰਾਇੋਰਟੀ ਤੌਰ ਤੇ ਜਦੋਂ ਕੋਈ ਕੰਮ ਸ਼ੁਰੂ ਕਰਿਆ ਜਾਂਦਾ ਨਾ, ਇਹਨਾਂ ਕੋਲੇ ਹੁਣ ਮੌਕਾ ਆਇਆ, ਉਹਨਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਪ੍ਰਾਇੋਰਟੀ ਬਣਾਉਣੀ ਪੈਣੀ। ਪਹਿਲਾ ਮਸਲਾ ਸਾਨੂੰ ਕਿਹੜਾ ਹੱਲ ਕਰਨਾ ਪੈਣਾ ਚਾਹੀਦਾ, ਜਿਹਦੇ 'ਚ ਜ਼ਿਆਦਾ ਲੋਕਾਂ ਦਾ ਇੰਟਰਸਟ ਹੋਵੇ। ਉਹ ਤੋਂ ਨੰਬਰ ਤੇ 2 ਨੰਬਰ ਤੇ 3 ਨੰਬਰ ਤੇ ਹਰ ਇੱਕ ਮਸਲਾ ਜਿਹੜਾ 2-3 ਮਹੀਨਿਆਂ ਦੇ ਵਿੱਚ ਹੱਲ ਕਰਕੇ ਹੌਲੀ ਹੌਲੀ ਇਹਨਾਂ ਨੂੰ ਇਸ ਪਾਸੇ ਮੂਵ ਹੋਣਾ ਚਾਹੀਦਾ। ਦੂਸਰਾ ਜਿਹੜਾ ਸਰਕਾਰੀ ਖਰਚਾ ਹੈ, ਉਸ ਨੂੰ ਘਟਾਉਣ ਦੀ ਜਿਵੇਂ ਇਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਸੀ, ਇਹਨਾਂ ਜਿਹੜੀਆਂ ਆਪਣੀਆਂ ਬਾਡੀਗਾਰਡਾਂ ਦੇ ਜਿਹੜੇ ਖਰਚੇ ਜ਼ਿਆਦਾ ਕਰ ਰਹੇ ਹਨ। ਮੈਂ ਇੱਕ ਹੋਰ ਨਿਊਜ਼ ਦੇਖ ਰਿਹਾ ਸੀ ਕਿ ਜਿਹੜੀ ਪੁਲਿਸ ਦੀ ਭਰਤੀ ਜੀ ਅਸੀਂ 4000 ਕੇ 5000 ਤਾਈਂ ਹੋਰ ਕਰ ਰਹੇ ਹਾਂ ਫਲਾਣ ਤੇ, ਉਹ ਕਾਹਦੇ ਲਈ ਆ? ਉਹ ਵੀ ਤਾਂ ਸਿਕਿਉਰਿਟੀ ਲਈ ਜਾਊਗੇ ਫਿਰ। ਬਿਲਕੁਲ, ਉਹਨਾਂ ਨੂੰ ਬਿਠਾ ਕੇ ਉਦੋਂ ਤੇ ਪੈਸੇ ਦੇਣੋ ਰਹੇ, ਉਹ ਤਾਂ ਸਿਕਿਉਰਿਟੀ ਤੇ, ਹਾਂਜੀ। ਤੇ ਉਹ ਇੰਨੀ ਪੁਲਿਸ ਜੇ ਜ਼ਰੂਰਤ ਹੈ, ਪਹਿਲੀ ਗੱਲ ਤਾਂ ਜਿਹੜੇ ਪੁਲਿਸ ਵਾਲੇ ਜਿਹੜੀ ਸਿਕਿਉਰਿਟੀ ਦਿੱਤੀ ਹੋਈ ਹੈ ਸਾਰਿਆਂ ਦੀ, ਆਹ ਹੀ ਜਿਹੜਾ 1000 ਬੰਦਾ ਇਹਨਾਂ ਨੇ ਕਿਹਾ ਉੱਥੇ ਗਿਆ ਸੀ, ਇਹਨਾਂ ਤੋਂ ਸਿਕਿਉਰਿਟੀ ਬੰਦ ਕਰਕੇ ਆਪਦੇ ਕੋਲ 2 ਜਾਂ 4 ਰੱਖਣ। ਉਹ ਤਾਂ ਪੰਜਾਬ ਦਾ ਮੀਡੀਆ ਕਹਿਣ ਡਿਆ ਕਿ ਭਗਵੰਤ ਮਾਨ 1000 ਬੰਦਾ ਵਰਦੀਧਾਰੀ ਪੁਲਿਸ ਵਾਲਾ ਸੀ, ਜਿਹੜੇ ਵਰਦੀ ਤੋਂ ਬਿਨਾਂ ਪੁਲਿਸ ਵਾਲੇ ਸੀ ਉਹ ਵੱਖਰੇ ਸੀ, ਪਲੱਸ ਉਹਨਾਂ ਦੀ ਆਪਣੀ ਪਾਰਟੀ ਦੇ ਜਿਹੜੇ ਵਰਕਰ ਸੀ ਉਹ ਵੱਖਰੇ ਸੀ। ਤੁਸੀਂ ਪ੍ਰਕਰਮਾਂ 'ਚ ਉਹਨਾਂ ਨੂੰ ਤੁਰੇ ਜਾਂਦੇ ਦੇਖਿਆ ਕਿ ਕਿਸ ਤਰ੍ਹਾਂ ਸੰਗਤ, ਜਿੱਦਾਂ ਗਿਆਨੀ ਜੀ ਨੇ ਕਿਹਾ, ਕਿੱਦਾਂ ਸੰਗਤ ਨੂੰ ਜਿਹੜੀ ਸੱਚੇ ਦਿਲੋਂ ਸੰਗਤ ਉੱਤੇ ਮੱਥਾ ਟੇਕਣ ਜਾਂਦੀ, ਉਹ ਵਿਚਾਰੇ ਤਾਂ ਇਸ ਲਾਈਨ 'ਚ ਜਾਂ ਉਧਰਲੇ ਪਾਸੇ ਲੈਣਾ ਸਾਈਡਾਂ 'ਤੇ ਖੜੇ ਸੀਗੇ। ਲੇਕਿਨ ਇੱਕ ਮੈਂ, ਕਿਉਂਕਿ ਆਪਾਂ ਸਵਾਲ ਹੀ ਪੁੱਛਣੇ, ਆਪਣੇ ਕੋਲ ਸਮਾਂ ਵੀ ਆਪਣੀ ਤਰਫਤਾਰੀ ਨੱਠਿਆ ਜਾਂਦਾ, ਇਹਨਾਂ ਨੇ ਇੱਕ ਮੁੱਦਾ ਚੱਕਿਆ ਸੀ ਬੜਾ, ਆਮ ਆਦਮੀ ਸਰਕਾਰ ਨੇ, ਬਣਦੇ ਸਾਰੀ ਕੁਲਦੀਪ ਸਿੰਘ ਧਾਲੀਵਾਲ ਨੇ, ਕਿ ਜਿਹੜੀਆਂ ਸਰਕਾਰੀ ਪੰਚਾਇਤੀ ਜ਼ਮੀਨਾਂ ਅਸੀਂ ਉਹ ਧੱਕੇ ਨਾਲ ਛਡਾਉਣੀਆਂ, ਜਿਨ੍ਹਾਂ ਨੇ ਕਬਜ਼ੇ ਕੀਤੇ, ਚਾਹੇ ਉਹ ਕਿੰਨੇ ਸਾਲਾਂ ਦੇ ਕਬਜ਼ੇ ਹੋਣ, ਬੜੀਆਂ ਜ਼ਮੀਨਾਂ ਛਡਾਈਆਂ ਇਹਨਾਂ ਨੇ। ਲੇਕਿਨ ਅੱਜ ਦੀ ਡੇਟ 'ਚ ਉਹਨਾਂ 'ਚੋਂ ਕੋਈ ਵੀ ਜ਼ਮੀਨ ਜਿਹੜੀ ਸਰਕਾਰ ਦੇ ਵੱਲੋਂ ਗਾਹਾਂ ਨਿਲਾਮ ਕੀਤੀ ਜਾਵੇ ਜਾਂ ਪੰਚਾਇਤ ਵੱਲੋਂ ਨਹੀਂ ਹੋਈ, ਕਿਉਂਕਿ ਲੋਕਾਂ ਨੇ ਸਟੇ ਲਿਆਂਦੇ। ਜਦੋਂ ਲੋਕਾਂ ਨੇ ਸਟੇ ਲਿਆਉਣੇ ਆ ਤੇ ਕੁਛ ਹੋਣਾ ਨਹੀਂ। ਲੇਕਿਨ ਇਹ ਮਸਲਾ ਉੱਥੋਂ ਚੁੱਪ ਕਿਉਂ ਕਰ ਗਏ? ਜਿੱਦਣ ਦਾ ਸੁਖਪਾਲ ਖਹਿਰੇ ਨੇ ਜਾਂ ਬਲਵਿੰਦਰ ਸਿੰਘ ਸ਼ੇਖੋਂ ਜਾਂ ਹੋਰ ਜਥੇਬੰਦੀਆਂ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇਲਜ਼ਾਮ ਲਾਏ ਕਿ ਜਿਨ੍ਹਾਂ ਨੂੰ ਤੁਸੀਂ ਰਾਜ ਸਭਾ ਮੈਂਬਰ ਬਣਾਇਆ,
ਉਹਨਾਂ ਨੇ ਕਰੋੜਾਂ ਦੀ ਜ਼ਮੀਨ ਸੰਭਾਲੀ ਹੋਈ ਆ। ਹਾਂਜੀ ਹਾਂਜੀ। ਤੁਸੀਂ ਪਹਿਲਾਂ ਉਹਨਾਂ ਤੋਂ ਛਡਾ ਲਓ, ਉਹਨਾਂ ਤੋਂ ਕਿਉਂ ਨਹੀਂ ਛਡਾਉਂਦੇ? ਤੁਸੀਂ ਉਹਨਾਂ ਦਾ ਨਾਂ ਕਿਉਂ ਨਹੀਂ ਲੈਂਦੇ? ਲਵਲੀ ਸਿੱਧਾ ਨਾਂ ਲਓ। ਲਵਲੀ ਵਾਲੇ ਨਹੀਂ ਸਹੀ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲੇ ਜਾਂ ਹੋਰ ਵੀ ਨਾਮੀ ਉਹਨਾਂ ਦਾ ਨਾਮ ਵੀ ਲਓ ਨਾ ਜਿੱਦਾਂ। ਹਾਂ ਚਲੋ ਇਹਨੇ ਕਿਹਾ ਨਾਮ ਵੀ ਲਓ। ਬਿਲਕੁਲ ਇਲਜ਼ਾਮ ਲੱਗਦਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਤੇ, ਹਾਂ 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 ਠੀਕ। ਉਹਨਾਂ ਤੇ ਵੀ ਇਲਜ਼ਾਮ ਲੱਗਦਾ। ਬਲਵਿੰਦਰ ਸਿੰਘ ਨੇ ਕਿਹਾ ਹਾਂ ਸ਼ੇਖੋਂ ਨੇ ਹਾਂਜੀ ਹਾਂ ਕਿ ਉਹਨਾਂ ਨੇ ਜੀ ਉਹਨਾਂ ਤੇ ਆਹ ਕੇਸ ਚੱਲਦੇ ਆ। ਹਾਂਜੀ ਹਾਂਜੀ ਉਹਨਾਂ ਨੇ ਕਿਹਾ ਅਸੀਂ ਪੇਪਰ ਜਨਤਕ ਕਰਾਂਗੇ, ਕੀਤੇ ਵੀ ਆ। ਹਾਂਜੀ ਹਾਂਜੀ ਇੱਦੀ ਇਹਨਾਂ ਦੀ ਹੋਰ ਰਾਜ ਸਭਾ ਮੈਂਬਰ ਆ। ਹਾਂਜੀ ਹਾਂਜੀ ਇਹਨਾਂ ਦਾ ਇੱਕ ਮੈਨੂੰ ਉਹਦਾ ਨਾਂ ਭੁੱਲ ਜਾਂਦਾ, ਰਾਜ ਸਭਾ ਮੈਂਬਰ ਬਣਾਇਆ ਸੀ, ਨਹੀਂ ਆਪਣਾ ਪੰਜਾਬ ਦਾ ਨਹੀਂ ਬਾਹਰੋਂ ਆ, ਹਾਂਜੀ 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 ਹਨਾ। ਉਹਦੇ ਤੇ ਕਿੰਨੇ ਇਲਜ਼ਾਮ ਲੱਗੇ ਆ। ਜਿਹੜਾ ਲਵਲੀ ਵਾਲਾ ਦਾ ਗਾਫਾ ਮੇਨ ਆ, ਮਾਲਕ ਆ, ਹਾਂ। ਉਹਨੂੰ ਰਾਜ ਸਭਾ ਮੈਂਬਰ ਬਣਾਇਆ ਕਿਉਂਕਿ ਉਹਨੇ ਕਿੰਨੇ 100 ਕਰੋੜ ਰੁਪਈਆ ਇਹਨਾਂ ਦੀ ਇਲੈਕਸ਼ਨ 'ਚ ਫੰਡ ਦਿੱਤਾ। ਹਾਂਜੀ ਹਾਂਜੀ ਉਹਦੇ ਥੱਲੇ ਜਿਹੜੀ ਜ਼ਮੀਨ ਆ, ਜਿਹੜੀ ਲਵਲੀ ਦੇ ਥੱਲੇ ਜ਼ਮੀਨ ਆ, ਹਾਂਜੀ ਹਾਂਜੀ 4 ਪੰਚਾਇਤਾਂ ਦੇ ਕੋਲੋਂ ਧੱਕੇ ਨਾਲ ਸਾਈਨ ਕਰਾ ਕੇ ਰੱਖੀ ਆ ਜੀ ਇਹ ਸਾਡੀ, ਪਰ ਉਹ ਪੰਚਾਇਤ ਵਾਲੇ ਕਹਿੰਦੇ ਅਸੀਂ ਸਾਤੋਂ ਇੱਕ ਬੰਦੇ ਤੋਂ ਸਾਈਨ ਕਰਾਏ। ਹਾਂਜੀ ਉਹ ਕਿਉਂ ਨਹੀਂ ਛਡਾਈ ਜਾਂਦੀ? ਹਾਂਜੀ ਹਾਂਜੀ ਦੋ ਜਵਾਬ ਹੁਣ। ਨਹੀਂ ਜਵਾਬ ਮੈਂ ਤੁਸੀਂ ਕਲੀਅਰ ਹੀ ਕਰ ਦਿੱਤਾ। ਹਾਂ ਜਿੰਨਾ ਚਿਰ ਤਾਈਂ ਨਾ ਅਸੀਂ ਕਵਰ ਕਰਦੇ ਆ ਹਾਂ ਬਈ ਸਾਡਾ ਉਹ ਹੋ ਸਕਦਾ ਥੋੜਾ ਬਹੁਤਾ ਸੰਬੰਧ ਹੋਵੇ, ਜਿੰਨਾ ਬੰਦਿਆਂ ਦਾ ਨਾਂ ਲੈਣਾ ਹੁੰਦਾ ਹੈ ਹਾਂ। ਉਹਨੂੰ ਤੁਸੀਂ ਓਪਨਲੀ ਕਹੋ। ਜੇ ਕੁਝ ਮੀਡੀਆ ਦੇ ਵਿੱਚ ਆ ਰਿਹਾ ਹੈ, ਮੈਂ ਤੁਹਾਡੇ ਕੋਲ ਤਾਂ ਹੀ ਸਵਾਲ ਪੁੱਛਿਆ ਸੀਗਾ ਵੀ ਤੁਸੀਂ ਨਾਂ ਕਿਉਂ ਨਹੀਂ ਲੈਂਦੇ? ਨਹੀਂ ਮੈਂ ਤਾਂ ਲਿਆ ਮਹਾਰਾਜ। ਬੱਦੇ ਤੁਸੀਂ ਬਿਲਕੁਲ ਕਲੀਅਰ ਕਰ ਦਿੱਤਾ ਹੈਗਾ ਹਨੇ। ਤਾਂ ਉਹਨਾਂ ਦੇ ਵਿੱਚ ਵੀ ਕਾਨੂੰਨ ਤਾਂ ਸਾਰਿਆਂ ਲਈ ਸੇਮ ਹੁੰਦਾ ਬਿਲਕੁਲ ਬਿਲਕੁਲ ਬਿਲਕੁਲ, ਚਾਹੇ ਉਹ ਗਰੀਬ ਹੋਵੇ ਚਾਹੇ ਉਹ ਅਮੀਰ ਹੋਵੇ। ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕਰਿਆ ਸੀ ਉਦੋਂ ਮੈਂ ਗੱਲ ਕਹੀ ਸੀ ਕਿ ਅੱਜ ਲੀਡਰਾਂ ਤੇ ਇਲਜ਼ਾਮ ਲੱਗ ਰਹੇ ਆ, ਅੱਜ ਵੱਡੇ ਵੱਡੇ ਅਫਸਰਾਂ ਤੇ ਇਲਜ਼ਾਮ ਲੱਗ ਰਹੇ ਆ, ਅੱਜ ਵੱਡੇ ਵੱਡੇ ਸੰਤ ਮਹਾਂਪੁਰਸ਼ਾਂ ਤੇ ਇਲਜ਼ਾਮ ਲੱਗ ਰਹੇ। ਹਾਂਜੀ ਹਾਂਜੀ ਕਿਹਾ ਸੀ ਨਾ। ਹਾਂਜੀ ਹਾਂਜੀ ਨਹੀਂ ਪਰ ਹੁਣ ਤੁਸੀਂ ਕਲੀਅਰ ਕਰ ਦਿੱਤਾ ਨਾ, ਕਿਉਂਕਿ ਇਹ ਵੀਡੀਓ ਬਹੁਤ ਓਪਨਲੀ ਰਿਲੀਜ਼ ਹੋ ਰਹੀ ਆ ਜਿਹੜੇ ਬਲਵਿੰਦਰ ਸਿੰਘ ਸੇਖੋਂ ਦੀ ਗੱਲ ਹੈ, ਤਾਂ ਮੈਂ ਵੀ ਉਹ ਚੰਗੀ ਤਰ੍ਹਾਂ ਸੁਣੀ ਆ। ਹਾਂਜੀ ਤਾਂ ਗੱਲ ਤਾਂ ਇਹ ਹੈਗੀ ਆ ਵੀ ਜਿਹੜੇ ਅਸਲੀ ਦੂਸਰੀ ਗੱਲ ਹੈਗੀ ਆ ਜਾਂਦੀ ਬਈ ਜਿਹੜੀਆਂ ਵੀਡੀਓ ਰਿਲੀਜ਼ ਹੋ ਰਹੀਆਂ, ਚਾਹੇ ਉਹ ਇੱਕ ਦੋ ਹਿੰਦੂ ਵੀਰ ਹੈਗੇ, ਇੱਕ ਤਾਂ ਗਾਂਧੀ ਜੀ ਆ, ਹਾਂਜੀ, ਇੱਕ ਦੂਸਰੇ ਸੁਖਵਿੰਦਰ ਦੇ ਨਾਲ ਆਉਂਦਾ ਹੁੰਦਾ, ਇੱਕ ਭਾਈ ਮਨਜੀਤ ਸਿੰਘ ਹੈ, ਇੱਕ ਹੋਰ ਦੂਸਰਾ ਉਹਦਾ ਨਾਮ, ਚਲੋ ਨਾਂ ਤਾਂ ਆਪਾਂ ਲੈਣਾ ਸਟਾਮਾ ਨਹੀਂ ਖਰਾਬ ਕਰਨਾ। ਅੱਛਾ ਉਹ ਬਹੁਤ ਸੋਹਣੀਆਂ ਜਦੋਂ ਉਹਨਾਂ ਦੀਆਂ ਗੱਲਾਂ ਸੁਣਦੇ ਆ ਨਾ, ਉਹ ਇਹੀ ਗੱਲ ਕਹਿ ਰਹੇ ਹੈਗੇ ਆ ਕਿ ਇਹ ਜਿਹੜੀਆਂ ਗੱਲਾਂ ਅਸੀਂ ਕਹਿੰਦੇ ਆ ਇਹਨਾਂ ਨੂੰ ਸੁਣ ਕੇ ਇਹਨਾਂ ਤੇ ਵਿਚਾਰ ਕਰਕੇ ਇਹਨਾਂ ਤੇ ਅਮਲ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਜਿਹੜਾ ਜਨਤਾ ਦਾ ਸੁਧਾਰ ਹੋ ਸਕੇ। ਅਤੇ ਗੱਲ ਇੱਥੇ ਹੀ ਖੜੀ ਆ। ਬਿਲਕੁਲ। ਤੇ ਜੇ ਤੁਸੀਂ ਈਰਖਾਵਾਦੀ ਰਹੋਗੇ ਤੇ ਅੱਜ ਤੁਸੀਂ ਈਰਖਾ ਕਰਦੇ ਹੋ, ਕੱਲ ਨੂੰ ਦੂਸਰੀ ਪਾਰਟੀ ਦਾ ਰਾਜ ਆ ਗਿਆ ਉਹ ਈਰਖਾ ਕਰਨਗੇ। ਤੁਸੀਂ ਇੱਕ ਦੂਜੇ ਦੇ ਵਿੱਚ ਈਰਖਾ ਕਰਨ ਦੇ ਨਾਲ ਆਪਣਾ ਨੁਕਸਾਨ ਤਾਂ ਨਹੀਂ ਕਰਦੇ ਕਿਉਂਕਿ ਤੁਹਾਡੇ ਕੋਲ ਪੋਲੀਟੀਕਲ ਪਾਵਰਾਂ ਹੈਗੀਆਂ, ਪਰ ਤੁਸੀਂ ਆਮ ਜਨਤਾ ਦਾ ਨੁਕਸਾਨ ਬਹੁਤ ਕਰ ਰਹੇ ਹੋ। ਇਸ ਕਰਤੇ ਕਬਜ਼ੇ ਛਡਾਉਣ ਵਾਲੀ ਗੱਲ ਜਿਹੜੀ ਆ ਜਦੋਂ ਤੇ ਆਪਣੀ ਵਾਰੀ ਆਈ ਆ, ਕਿਉਂਕਿ ਹੁਣ ਫਸ ਰਹੇ ਸੀ ਆਪ, ਜਿਵੇਂ ਸਿਕਿਉਰਟੀਆਂ ਦੀ ਗੱਲ ਸੀ, ਸਿਕਿਉਰਟੀਆਂ ਇੱਕਦਮ ਲੈ ਲਈਆਂ ਵਾਪਸ ਜਦੋਂ ਫਸ ਗਏ ਸਿੱਧੂ ਮੂਸੇਵਾਲੇ ਦੇ ਕਾਂਡ ਤੋਂ ਬਾਅਦ ਵਿੱਚ। ਹੁਣ ਪਤਾ ਸੀ ਜੇ ਆਪਣੀਆਂ ਸਿਕਿਉਰਟੀਆਂ ਵੀ ਗਈਆਂ ਤੇ ਪੰਗੇ ਆਪਣੇ ਤੇ ਵੀ ਪੈਣੇ ਆ। ਫਿਰ ਬਿਲਕੁਲ ਬਿਲਕੁਲ ਸੇਮ ਇਹਨਾਂ ਨੇ ਉਹ ਜ਼ਮੀਨਾਂ ਦੇ ਕਬਜ਼ਿਆਂ ਵਾਲਿਆਂ ਦਾ ਕੰਮ ਕੀਤਾ। ਜਦੋਂ ਆਪਣੇ ਬੰਦਿਆਂ ਦੀ ਵਾਰੀ ਆਈ ਆ ਤੇ ਉਦੋਂ ਇਹਨਾਂ ਨੇ ਫਿਰ ਕਰ ਦਿੱਤਾ ਜੀ ਨਹੀਂ ਹੁਣ। ਬਾਕੀ ਦੋ ਮੁੱਦੇ ਆ ਇੱਥੇ ਮੇਰੇ ਦਿਮਾਗ ਦੇ ਵਿੱਚ ਆਉਂਦੇ। ਤੇ ਇੱਕ ਤਾਂ ਵੀ ਤਕਰੀਬਨ 3-4 ਮਹੀਨੇ ਦਾ ਸਿੱਧੂ ਮੂਸੇਵਾਲ ਦੇ ਕਤਲ ਹੋਏ ਨੂੰ ਹੋ ਗਿਆ। ਹਾਂਜੀ, ਹਾਲੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇਹ ਮੈਂ ਕਹਿੰਦਾ ਹੈ ਕਿ ਮਾਨ ਸਾਹਿਬ ਦੀ ਸਰਕਾਰ ਦੀ ਨਲਾਇਕੀ ਆ। ਹਾਂਜੀ, ਦੂਸਰੀ ਗੱਲ ਜਿਹੜੀ ਇਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਕੋਟਕਪੂਰੇ ਵਾਲੇ ਕੇਸ ਆ ਉਹਨਾਂ ਨੂੰ ਅਸੀਂ 24 ਘੰਟਿਆਂ ਦੇ ਵਿੱਚ, 2 ਦਿਨਾਂ ਦੇ ਵਿੱਚ ਹਨਾ 24 ਘੰਟੇ ਕਿਹਾ ਜੀ। ਆਹੋ, ਤੇ ਅਸੀਂ ਨਿਬੇੜ ਦਿਆਂਗੇ। ਤਾਂ ਅੱਜ ਇਹਨਾਂ ਨੂੰ 6 ਮਹੀਨੇ ਹੋ ਗਏ ਆ, ਉਹਦੇ ਤੇ ਨਹੀਂ ਅਮਲ ਹੋ ਰਿਹਾ। ਜਿਹੜੇ ਸੁਹਿਰਦ ਮੁੱਦੇ ਆ ਨਾ ਜਿਨ੍ਹਾਂ ਦੀ ਇਹ ਵਚਨਬੰਦ ਹੋਏ ਸੀ। ਜਿਹੜੀ ਤੁਸੀਂ ਬਾਈਬਲ ਕਲਾਂ ਦੀ ਗੱਲ ਕਰਦੇ ਆ, ਬੇਅਦਬੀ ਦੀ ਗੱਲ ਕਰਦੇ ਆ, ਕੈਪਟਨ ਸਰਕਾਰ ਨੇ ਕਿਹਾ ਸੀ ਅਸੀਂ 4 ਹਫ਼ਤੇ 'ਚ ਫੜਾਂਗੇ। ਸਾਨੂੰ ਪਤਾ ਕਿਹਨਾਂ ਨੇ ਕਰਾਇਆ। ਇਲਜ਼ਾਮ ਆਪਾਂ ਸਾਰੇ ਲਾਉਨੇ ਕਿ ਬਾਦਲਾਂ ਨੇ ਕਰਾਇਆ, ਇਹੀ ਲਾਉਨੇ ਨਾ। ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਆ ਵਿਜੇ ਪ੍ਰਤਾਪ, ਕਮਰ 3 ਸਾਲ ਉਹ ਸੋਸਾਇਟੀ ਦਾ ਪ੍ਰਧਾਨ ਰਿਹਾ। ਜੇ ਉਹ 3 ਸਾਲ ਰਿਹਾ, ਉਹ ਪੇਪਰਾਂ 'ਚ ਬਿਆਨ ਦਿੰਦਾ, ਮੀਡੀਆ ਮੂਹਰੇ ਆਣ ਕੇ ਬਿਆਨ ਦਿੰਦਾ, ਲੇਕਿਨ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਆ ਕਿੰਨੇ ਹਜ਼ਾਰ ਪੰਨਿਆਂ ਦੀ, ਉਹਦੇ ਵਿੱਚ ਬਾਦਲਾਂ ਦਾ ਕਿਤੇ ਨਾਂ ਨਹੀਂ ਆਇਆ। ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਜੀ ਸਿਰਸੇ ਵਾਲੇ ਦੇ ਜਿਹੜੇ ਚੇਲੇ ਸੀਗੇ ਉਹਨਾਂ ਨੇ ਕੀਤਾ, ਉਹਨਾਂ ਨੇ ਕਲੀਅਰ ਹੋ ਗਿਆ ਨਾ, ਉਹ ਤਾਂ ਹੁਣ ਕਲੀਅਰ ਹੋ ਗਿਆ। ਹਾਂ, ਲੇਕਿਨ ਕਈ ਹਜੇ ਫੇਰ ਜਾਂਦੇ ਆ, ਇਹ ਬਾਦਲਾਂ ਨੇ ਕੀਤਾ। ਕੀ ਕਹਿਣਾ ਚਾਹੁੰਦੇ ਗਿਆਨੀ? ਮੈਂ ਅੰਕਲ ਜੀ ਦੀ ਗੱਲ ਦੇ ਵਿੱਚੋਂ ਪਹਿਲਾਂ ਇੱਕ ਗੱਲ ਛੋਟੀ ਜਦੋਂ ਪਹਿਲਾਂ ਅੰਕਲ ਜੀ ਨੇ ਗੱਲ ਕੀਤੀ ਸੀ ਵੀ ਬਾਦਲ ਸਾਹਿਬ ਨੇ ਬਹੁਤ ਮਤਲਬ ਗਲਤੀਆਂ ਕੀਤੀਆਂ, ਪਰ ਇੱਕ ਬੜੀ ਵੱਡੀ ਉਹਨਾਂ ਦੀ ਖੂਬੀ ਰਹੀ ਆ ਜਿਹੜੀ ਹੁਣ ਇਸ ਟਾਈਮ
ਮਾਨ ਸਰਕਾਰ ਸਭ ਤੋਂ ਵੱਧ ਵਰਤ ਰਹੀ ਹੈ ਜਿਹਨੂੰ ਈਰਖਾ ਕੱਢਣੀ। ਹਾਂ, ਬਾਦਲ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਘੱਟ ਕਿਤੇ ਨਾ ਕਦੀ ਕਿਤੇ ਬਹੁਤ ਕਰਪਟ ਮੰਤਰੀ ਨੂੰ ਕਿਸੇ ਨੂੰ ਫੜ ਕੇ ਅੰਦਰ ਦਿੱਤਾ ਹੋਊਗਾ, ਪਰ ਨਹੀਂ ਤਾਂ ਉਹਨੇ ਈਰਖਾ ਕਿਸੇ ਨਾਲ ਨਹੀਂ ਕੱਢੀ। ਉਹ ਜਦੋਂ ਸਰਕਾਰ ਬਣ ਜਾਂਦੀ ਰਹੀ ਆ, ਆਪਣਾ ਚੁੱਪ ਕਰਕੇ ਕੰਮ ਜਿਹੜਾ ਆ ਸਰਕਾਰੀ ਜੋ ਕਰਨੇ ਆ ਲੋਕਾਂ ਦੀ ਭਲਾਈ ਲਈ ਉਹ ਸ਼ੁਰੂ ਕਰ ਦਿੱਤੇ ਜਾਂਦੇ ਸੀਗੇ। ਪਰ ਇਹਨਾਂ ਨੇ ਤਾਂ ਸ਼ੁਰੂਆਤ ਹੀ ਇੱਥੋਂ ਕੀਤੀ ਆ, ਈਰਖਾ ਤੋਂ। ਈਰਖਾ, ਬਿਲਕੁਲ ਬਿਲਕੁਲ। ਹੁਣ ਜਿਹੜੀ ਗੱਲ ਕਲੀਨ ਚਿੱਟ ਦੀ ਆ ਗਈ ਆ, ਉਹ ਬਿਲਕੁਲ ਹੁਣ ਜਨਤਕ ਤੌਰ ਤੇ ਕੀਤਾ ਗਿਆ ਆ। ਉਹ ਇਹ ਨਹੀਂ ਕਿ ਬੰਦ ਕਮਰੇ 'ਚ ਕੀਤਾ ਗਿਆ। ਹੁਣ ਜੇ ਜਨਤਕ ਤੌਰ ਤੇ ਹੋ ਗਿਆ, ਕਲੀਨ ਚਿੱਟ ਦਿੱਤੀ ਗਈ ਆ, ਫਿਰ ਕਿਉਂ ਲੋਕ ਵੀ, ਸੰਗਤ ਨੂੰ ਵੀ, ਸਾਧ ਸੰਗਤ ਜੀ ਤੁਹਾਨੂੰ ਵੀ ਸਾਰਿਆਂ ਨੂੰ, ਫਿਰ ਕਿਉਂ ਅਸੀਂ ਫਿਰ ਉਸੇ ਮੁੱਦੇ ਰਗੜੀਆਂ? ਅਸੀਂ ਕਿਉਂ ਉਹਨਾਂ ਬੰਦਿਆਂ ਨੂੰ ਨਹੀਂ ਫੜਦੇ? ਜੇ ਹੁਣ ਮਾਨ ਸਰਕਾਰ ਨੇ ਕੀਤੇ ਆ ਬੰਦੇ, ਤੇ ਉਹ ਬੰਦਿਆਂ ਨੂੰ ਫੜ ਕੇ ਅੰਦਰ ਦੇਣ ਚੰਗੀ ਤਰ੍ਹਾਂ, ਬਿਲਕੁਲ ਉਹਨਾਂ ਕੋਲ ਪੁੱਛਗਿੱਛ ਕਰਨ ਚੰਗੀ ਤਰ੍ਹਾਂ। ਜੇ ਸਿਰਸੇ ਵਾਲਾ ਵਿੱਚ ਪੂਰਾ ਦੋਸ਼ੀ ਆ ਜਾਂ ਸਿਰਸੇ ਵਾਲੇ ਦੇ ਨਾਲ ਉਹਦੇ ਬੰਦੇ ਦੋਸ਼ੀ ਆ, ਹਾਂ, ਜਿਨ੍ਹਾਂ ਦੇ ਨਾਮ ਸਾਹਮਣੇ ਆਏ, ਨਾ ਸਾਹਮਣੇ ਹੋ ਸਕਦਾ ਹੋਰ ਵੀ ਬੰਦੇ ਹੋਣ। ਹਾਂ, ਪਰ ਹੁਣ ਤੁਸੀਂ ਉਹ ਚੀਜ਼ ਨੂੰ ਬਾਰ-ਬਾਰ ਇੱਕੋ ਮੁੱਦੇ ਤੇ ਲਿਆ ਕੇ ਕਿ ਉਹਨਾਂ ਨੇ ਬੇਅਦਬੀ ਕਰਾਈ। ਅੱਜ ਦੀ ਗੱਲ ਆ, ਕੱਲ ਦੀ ਗੱਲ, ਸੌਰੀ, ਗੁਟਕਾ ਸਾਹਿਬ ਜੀ ਦੀ ਬੇਅਦਬੀ ਹੋਈ ਆ। ਗੁਟਕਾ ਸਾਹਿਬ ਦੇ ਅੰਗ ਜਿਹੜੇ ਆ ਉਹ ਗਲੀ ਚੋਂ ਮਿਲੇ ਆ। ਉਹ ਕਿੰਨੇ ਕਰਾਈ ਆ ਜੀ? ਹੁਣ ਤਾਂ ਮਾਨ ਸਾਹਿਬ। ਔਰ ਆ ਮਹੀਨੇ ਦੇ ਵਿੱਚ ਕਰੀਬਨ 15-16 ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਪੰਜਾਬ ਦੇ ਵਿੱਚ ਆਈਆਂ ਸਾਹਮਣੇ। ਹੁਣ ਕਿਹੜੀ ਬਾਦਲ ਦੀ ਗਵਰਨਮੈਂਟ ਆ? ਗੱਲ ਬਾਦਲ ਦੀ ਅਸੀਂ ਸਪੋਰਟ ਦੀ ਨਹੀਂ ਕਰ ਰਹੇ, ਗੱਲ ਬੇਅਦਬੀ ਦੀ ਹੋ ਰਹੀ ਆ। ਤੇ ਫਿਰ ਮੌਜੂਦਾ ਗਵਰਨਮੈਂਟ ਆ, ਜੇ ਉਸ ਟਾਈਮ ਮੌਜੂਦਾ ਗਵਰਨਮੈਂਟ ਬਾਦਲ ਸਰਕਾਰ ਦੀ ਸੀ, ਉਹਨਾਂ ਦਾ ਨਾਂ ਲੱਗਿਆ, ਹੁਣ ਕਲੀਨ ਚਿੱਟ ਮਿਲ ਗਈ। ਪਰ ਹੁਣ ਏਜੰਸੀਆਂ ਦੀ ਇੱਕ ਚਾਲ ਹੁੰਦੀ, ਬਿਲਕੁਲ ਕੇਂਦਰ ਸਰਕਾਰਾਂ ਦੀ ਇੱਕ ਚਾਲ ਹੁੰਦੀ। ਹਾਂਜੀ, 84 ਤੋਂ ਪਹਿਲਾਂ ਹਾਂਜੀ, ਆਪਾਂ ਕਹਿੰਦੇ ਹੁੰਦੇ ਸੀ ਛੋਟਾ ਘੱਲੂਕਰਾ ਵੱਡਾ ਘੱਲੂਕਰਾ। ਹਾਂਜੀ, ਇਹੀ ਕਹਿੰਦੇ ਸੀ ਨਾ। ਹਾਂਜੀ। 84 ਤੋਂ ਬਾਅਦ ਜਿਹੜੇ ਲੋਕ ਘੱਲੂਘਾਰੇ ਦੇ ਨਾਲ ਉਸ ਏਰੀਏ ਦੇ ਜੁੜੇ ਸੀ, ਚਾਹੇ ਤੁਹਾਡੇ ਲਾਗੇ ਛੋਟਾ ਘੱਲੂਘਾਰਾ ਹੋਇਆ ਸੀ, ਹਾਂਜੀ, ਹਾਂ, ਉਹ ਏਰੀਏ ਦੇ ਲੋਕ ਹੀ ਉੱਥੇ ਤੱਕ ਪਹੁੰਚਦੇ ਸੀ। ਹਾਂਜੀ। 84 ਤੋਂ ਬਾਅਦ ਆਪਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ, ਸਮੇਂ ਦੇ ਵੱਡੇ ਲੀਡਰਾਂ ਨੇ ਕਿਹਾ 84 ਸਿੱਖਾਂ ਨੂੰ ਭੁੱਲ ਜਾਣਾ ਚਾਹੀਦਾ। ਹਾਂਜੀ। ਲੇਕਿਨ ਉਹ ਸਰਕਾਰਾਂ ਕਿੱਦਾਂ ਆਪਾਂ ਨੂੰ ਦਿਮਾਗਾਂ 'ਚੋਂ ਕੱਢਣ 84 ਨੂੰ ਭੁਲਾਉਣ ਦੇ ਲਈ, ਕਿਉਂਕਿ ਸਿੱਖਾਂ ਦੇ ਇਹ ਦਿਮਾਗ ਵਿੱਚ ਵੜ ਗਈ ਸੀ ਗੱਲ ਕਿ 84 ਨੂੰ ਅਸੀਂ ਨਹੀਂ ਭੁਲਾ ਸਕਦੇ। ਬਿਲਕੁਲ। ਬਰਗਾੜੀ ਕਾਂਡ ਤੇ ਅੱਜ ਕੋਈ 84 ਦੀ ਗੱਲ ਹੀ ਨਹੀਂ ਕਰਦਾ। ਹਾਂਜੀ। ਗਿਣੇ ਚੁਣੇ ਲੋਕ ਗੱਲ ਕਰਦੇ ਆ। ਬਿਲਕੁਲ। ਹਰ ਕਿਸੇ ਦੀ ਜ਼ੁਬਾਨ ਤੇ ਕੀ ਹੁੰਦਾ? ਹਾਂਜੀ ਜੀ ਬਰਗਾੜੀ ਕਾਂਡ ਹੋਇਆ, ਅਸੀਂ ਨਹੀਂ ਭੁਲਾ ਸਕਦੇ। ਬਰਾੜ ਸਾਹਿਬ ਜੀ ਇਹਦੇ ਬਾਰੇ ਨਿੱਕਾ ਜਿਹਾ ਮਿੰਟ ਖੰਡ 'ਚ ਇੱਕ ਮਿੰਟ ਦੀ ਗੱਲ ਕਰਦਾ। ਸਵਾਲ ਇੱਥੇ ਹੈ ਬਰਗਾੜੀ ਕਾਂਡ ਦੀ ਗੱਲ ਨਹੀਂ, ਜਾਂ ਜਿਹੜੇ ਹੁਣ ਇਹਨਾਂ ਨੇ ਦੱਸਿਆ ਹੈ, ਸਾਡੇ ਮੁਲਕ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਹੋ ਰਹੀ ਆ? ਹਾਂ। ਤੇ ਪਾਕਿਸਤਾਨ ਦੇ ਵਿੱਚ ਕਿੰਨੇ ਗੁਰੂ ਘਰ ਹੈ, ਉੱਥੇ ਕਦੇ ਹੋਈ ਨਹੀਂ ਹੋਈ। ਹਾਂ, ਸਵਾਲ ਇਹ ਪੈਦਾ ਹੈਗਾ। ਬਿਲਕੁਲ ਬਿਲਕੁਲ, ਹੈਨਾ। ਤੇ ਇਹਦੇ ਵਿੱਚ ਪਿੱਛੇ ਕਿਹੜੀ ਸਿਆਸਤ ਚੱਲ ਰਹੀ ਹੈ? ਜੇ ਗੁਰੂ ਨਾਨਕ ਦੇਵ ਜੀ ਦੇ ਜਨੇਊ ਨਾ ਪਾਉਣ ਵਾਲਾ ਮਸਲਾ ਸੀ ਨਾ, ਉੱਥੋਂ ਹੀ ਸ਼ੁਰੂ ਹੁੰਦੀ ਆ ਤੇ ਉੱਥੇ ਹੀ ਫਿਰ ਜਾ ਕੇ ਸੂਈ ਖੜਕਦੀ ਆ। ਕਿਉਂਕਿ ਇੱਥੇ ਜਿਹੜਾ ਹਿੰਦੂਤਵ ਦਾ ਰਾਜ ਹੈਗਾ, ਤਾਂ ਉੱਥੇ ਹੈਗਾ ਮਲਾਣਿਆਂ ਦਾ ਰਾਜ ਹੈਗਾ। ਤੇ ਜਿਹੜੇ ਮਲਾਣੇ ਆ, ਤੁਸੀਂ ਦੇਖੋ ਜੇ ਹਿੰਦੂਤਵ ਸਾਡੇ ਸਿੱਖਾਂ ਦਾ ਕਿੰਨਾ ਕੁ ਰਿਸਪੈਕਟ ਕਰਦੇ ਤੇ ਮਲਾਣੇ ਕਿੰਨਾ ਕਰਦੇ ਆ। ਇਹਦੇ ਜਿਹੜੀਆਂ ਤੁਹਾਡੀਆਂ ਬੇਅਦਬੀਆਂ ਦੇ ਉੱਤੇ ਤੁਸੀਂ ਕੰਪੈਰੀਟਿਵ ਸਟੱਡੀ ਕਰਕੇ ਦੇਖ ਲਓਗੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਸਾਡੀਆਂ ਬੇਅਦਬੀਆਂ ਇੱਥੇ ਕੌਣ ਕਰਾ ਰਿਹਾ। ਬਿਲਕੁਲ, ਹਨਾ। ਤੇ ਨਾਲ ਦੇ ਮੁਲਕ ਦੇ ਵਿੱਚ ਕਿਉਂ? ਬਾਕੀ ਹੋਰ ਤੁਸੀਂ ਦੇਖੋ ਕਿੰਨੇ ਸਾਰੇ ਥਾਈਂ ਸਿੱਖ ਵਸਦੇ ਹੀ ਆ, ਹਨਾ। ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਰਪ ਦੇ ਕੰਟਰੀਆਂ ਵਿੱਚ, ਮਲੇਸ਼ੀਆ, ਸਿੰਗਾਪੁਰ ਵਿੱਚ, ਉੱਥੇ ਕਿਉਂ ਨਹੀਂ ਬੇਅਦਬੀਆਂ ਹੁੰਦੀਆਂ? ਇੰਡੀਆ ਦੇ ਵਿੱਚ ਖਾਸ ਕਰ ਪੰਜਾਬ 'ਚ ਕਿਉਂ ਹੁੰਦੀਆਂ? ਇਹਦਾ ਰਿਜ਼ਲਟ ਹਰ ਹਫਤੇ ਬੇਅਦਬੀ ਦੀ ਕੋਈ ਨਾ ਕੋਈ ਘਟਨਾ ਇੱਕ ਸਾਹਮਣੇ ਆ ਜਾਂਦੀ, ਹਰ ਹਫਤੇ। ਔਰ ਉਹਨੂੰ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਜੀ ਇਹਦਾ ਦਿਮਾਗ ਖਰਾਬ ਹੈ ਜੀ, ਇਹ ਮੰਦਬੁੱਧੀ ਹੈ ਜੀ। ਹਾਂ, ਚਲੋ ਬਾਬਾ ਜੀ ਇਸ ਪਾਸੇ ਹੁਣ, ਕਿਉਂਕਿ ਆਪਣਾ ਸਮਾਂ ਰਹਿ ਗਿਆ 2 ਮਿੰਟ। ਜੇ ਉਹ ਭਾਰਤ ਭੂਸ਼ਣ ਆਸ਼ੂ, ਕੀ ਉਹਦਾ ਨਾਂ ਆ? ਉਹਦਾ ਗਿਆ ਜੀ ਨਿਆਂ। ਹਾਂਜੀ, ਉਹਦੇ ਬਾਰੇ ਮਿੰਟ ਕਿਉਂਕਿ ਉਹਨੂੰ ਪਹਿਲਾਂ ਤਾਂ ਉਹ ਸੀਗਾ ਰਿਮਾਂਡ ਤੇ, ਹਾਂਜੀ, ਹੁਣ ਉਹਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਧੇ ਕਮੈਂਟ। ਮੈਂ ਤੇ ਕਹਿਣਾ ਚਾਹੁੰਦਾ ਵੀ ਉਸ ਬੰਦੇ ਨੂੰ ਨਿਆਇਕ ਹਿਰਾਸਤ ਦੀ ਬਜਾਏ ਰਿਮਾਂਡ ਹਿਰਾਸਤ ਤੇ ਭੇਜਣਾ ਚਾਹੀਦਾ। ਛਿੱਤਰ ਮਾਰ ਕੇ ਉਹਦੇ ਕੋਲ ਜੋ ਕੁਝ ਹੈਗਾ, ਪਹਿਲਾਂ ਰਿਮਾਂਡ ਤੇ ਰਿਹਾ ਉਹ। ਹਾਂਜੀ, ਰਿਮਾਂਡ ਤੇ ਰਿਹਾ। ਹੁਣ ਥੋੜਾ ਚੱਜ ਨਾਲ ਹੋਰ ਵਧੀਆ ਰਿਮਾਂਡ ਲੈਣ, ਕਿਉਂਕਿ ਇਹ ਉਹ ਬੰਦਾ ਆ ਜਿਨੇ ਭਰੀ ਸਭਾ ਦੇ ਵਿੱਚ ਇੱਕ ਲੇਡੀ ਅਫਸਰ ਨੂੰ ਬੜਾ ਬੇਇੱਜ਼ਤ ਕੀਤਾ ਸੀ। ਪਰ ਇਸ ਬੰਦੇ ਨੂੰ ਬੋਲਣ ਦਾ ਬਿਲਕੁਲ ਨਹੀਂ ਪਤਾ। ਔਰ ਉਹਨੂੰ ਹੀ ਇਕੱਲਾ ਨਹੀਂ, ਹੋਰ ਇਹਨੇ ਪਤਾ ਨਹੀਂ ਕਿੰਨਿਆਂ ਨੂੰ ਵਿਚਾਰਿਆਂ ਨੂੰ ਜਿਹੜੇ ਕੈਮਰੇ ਤੋਂ ਪਰੇ ਸੀਗੇ ਉਹਨਾਂ ਨੂੰ ਬੇਇੱਜ਼ਤ ਕੀਤਾ ਹੋਊਗਾ। ਇਸ ਬੰਦੇ ਦੇ ਛਿੱਤਰ ਵੱਜਣੇ ਚਾਹੀਦੇ ਆ। ਔਰ ਛਿੱਤਰ ਵੱਜ ਕੇ ਇਹ ਬੰਦਾ ਜੇਲ੍ਹ ਦੇ ਵਿੱਚ ਪੱਕਾ ਲੰਬੀ ਛੁੱਟੀ ਲਈ ਜਾਣਾ ਚਾਹੀਦਾ, ਕਿਉਂਕਿ ਇਹੋ ਜਿਹੇ ਮੰਤਰੀ ਨੂੰ, ਪੰਜਾਬ ਨੂੰ ਲੋੜ ਨਹੀਂ ਇਹੋ ਜਿਹੇ ਮੰਤਰੀਆਂ ਦੀ। ਲੇਕਿਨ ਬਿਲਕੁਲ ਉਹਦੇ ਲਈ ਕਾਂਗਰਸ ਪਾਰਟੀ ਪੱਬਾਂ ਭਰ ਹੋਈ ਬੈਠੀ। ਕਿਉਂ? ਕਾਂਗਰਸ ਪਾਰਟੀ ਦੇ ਵਿੱਚੋਂ ਖਹਿਰਾ ਅਤੇ ਰਾਜਾ ਬੜਿੰਗ ਇੱਕ ਦੂਜੇ ਨਾਲ ਖੈਗਬੜ ਪਏ ਕਿ ਰਾਜਾ ਬੜਿੰਗ ਨੂੰ ਕੈਪਟਨ ਦੂਜੇ ਸਵਾਲ ਕਰੇ ਨੇ ਕਿਹਾ ਵੀ ਇੱਕ ਵਿਅਕਤੀ ਲਈ ਕਿਉਂ ਪਾਰਟੀ ਇੰਨਾ ਕੁਛ ਕਰ ਰਹੀ ਆ। ਮੈਂ ਕਿਉਂਕਿ ਆਪਣਾ ਸਮਾਂ ਮੁੱਕ ਗਿਆ, ਅਗਲਾ ਨੰਬਰ ਰਾਜਾ ਬੜਿੰਗ ਦਾ। ਮੈਂ ਇੱਥੇ ਗੱਲ ਨੂੰ ਕਰ ਦੇਣੀ। ਅਗਲਾ ਨੰਬਰ ਰਾਜਾ ਬੜਿੰਗ ਦਾ।
ਰਾਜਾ ਵੜਿੰਗ ਤੇ ਉਹਦੇ ਚ ਕੋਈ ਫਰਕ ਹੈ ਨਹੀਂਗਾ। ਛਿੱਤਰ ਰਾਜਾ ਵੜਿੰਗ ਨੂੰ ਵੀ ਵੱਜਣੇ ਆ, ਸੌਰੀ ਮੈਂ ਲਫ਼ਜ਼ ਯੂਜ਼ ਕਰ ਰਿਹਾ ਚੈਨਲ ਤੇ, ਪਰ ਜਿੱਦਣ ਉਹਦੇ ਵੱਜ ਗਈਆਂ, ਹੁਣ ਰਾਜੇ ਵੜਿੰਗ ਨੂੰ ਪਤਾ ਆ ਕਿ ਜੇ ਕਿਤੇ ਉਹਨੇ ਆਪਣੇ ਮੂੰਹ ਕੁਝ ਕੱਢ ਦਿੱਤਾ ਮੇਰੇ ਬਾਰੇ ਤੇ ਨੰਬਰੇ ਦਾ ਵੀ ਲੱਗਿਆ ਰਿਹਾ। ਮੈਂ ਰਹਿਣੀ ਹੈ ਤੁਹਾਡਾ ਕਿ ਤੁਸੀਂ ਆਪਣੀ ਜ਼ਿੰਦਗੀ ਸਮਾਂ ਕੱਢ ਕੇ ਇੱਥੇ ਸਿੱਖ ਚੈਨਲ ਦੇ ਸਟੂਡੀਓ 'ਚ ਆਏ। ਪੰਜਾਬ ਦੇ ਲੋਕਾਂ ਨੇ ਇੱਕ ਦਿਲ ਵਿੱਚ ਉਮੀਦ ਲੈ ਕੇ ਪੁਰਾਣੀਆਂ ਪਾਰਟੀਆਂ ਜਿਨ੍ਹਾਂ ਨੂੰ ਉਹ ਦਿਲੋਂ ਪਿਆਰ ਕਰਦੇ ਸੀ, ਚਾਹੇ ਉਹਨਾਂ ਦੀ ਮਾਂ ਪਾਰਟੀ ਹੋਵੇ ਤੇ ਚਾਹੇ ਹੋਵੇ ਕਾਂਗਰਸ, ਇਹਨਾਂ ਦੋਨਾਂ ਪਾਰਟੀਆਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ। ਆਪਾਂ ਪਿੰਡਾਂ 'ਚ ਦੇਖਦੇ ਹਾਂ ਧੜੇਬੰਦੀਆਂ ਹੁੰਦੀਆਂ ਸੀ, ਇਹ ਜੀ ਕਾਂਗਰਸੀ ਆ, ਇਹ ਜੀ ਅਕਾਲੀ ਆ, ਬਸ। ਲੇਕਿਨ ਉਹ ਤੋਂ ਉੱਪਰ ਉੱਠ ਕੇ 92 MLA ਬਣਾ ਕੇ ਇਹਨਾਂ ਦੀ ਸਰਕਾਰ ਬਣਾਈ। ਅੱਜ 6 ਮਹੀਨਿਆਂ 'ਚ ਉਹਨਾਂ ਦਾ ਮੂੰਹ ਉਹਨਾਂ ਤੋਂ ਕਿਉਂ ਭੰਗ ਹੁੰਦਾ ਜਾ ਰਿਹਾ? ਉਹ ਮੋਹ ਭੰਗ ਨਾ ਹੋਵੇ, ਪੰਜਾਬ ਤਰੱਕੀ ਦੀਆਂ ਮੰਜ਼ਿਲਾਂ ਵੱਲ ਨੂੰ ਜਾਵੇ। ਸਮੇਂ-ਸਮੇਂ ਤੇ ਵੱਖਰੀਆਂ ਪਾਰਟੀਆਂ ਪੰਜਾਬ ਹੀ ਨਹੀਂ ਭਾਰਤ ਵਿੱਚ ਰਾਜ ਕਰਨ, ਤਾਂ ਕਿ ਪੰਜਾਬੀਆਂ ਨੂੰ, ਭਾਰਤੀਆਂ ਨੂੰ ਤਰੱਕੀ ਦੀ ਮੰਜ਼ਿਲ ਵੱਲ ਨੂੰ ਲਿਜਾਂਦਾ ਜਾ ਸਕੇ। ਆਪਣੇ ਕੋਲ ਇੰਨਾ ਅੱਜ ਸਮਾਂ ਸੀ, ਸੋ ਅਗਲੇ ਹਫਤੇ ਤੁਹਾਡੇ ਰੂਬਰੂ ਫੇਰ ਹੋਵਾਂਗੇ। ਮੇਰੀ ਪੂਰੀ ਟੀਮ ਅਤੇ ਆਪਣੇ 10 ਬਲਿਹਾਰ ਸਿੰਘ ਰਾਮੇਵਾਲ ਨੂੰ ਦੋ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।